ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੇ ਧਿਆਵਾਂ ਜੀ ਹਿਰਦੇ ਧਿਆਵਾਂ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾਂ। ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਜੀ ਬਿਘਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਜੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਦੋਹਰਾ ਜਨਨੀ ਹਿਰਦੇ ਪ੍ਰਤੀਖਤੀ ਚਹ ਦੇਖਣ ਮੁਖ ਚੰਦ। ਸ਼ਸਤਰ ਵਸਤਰ ਸੰਯੁਕਤ ਤਿਮ ਤਿਮ ਗੇ ਸ਼੍ਰੀ ਹਰਿ ਗੋਬਿੰਦ। ਜਨਨੀ ਹਿਰਦੇ ਪ੍ਰਤੀਖਤੀ ਚਹ ਦੇਖਣ ਮੁਖ ਚੰਦ। ਸ਼ਸਤਰ ਵਸਤਰ ਸੰਯੁਕਤ ਤਿਮ ਗੇ ਸ਼੍ਰੀ ਹਰਿ ਗੋਬਿੰਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ
ਭਗਤ ਵਛਲ ਦਇਆ ਨਿਧ ਕਿਰਪਾ ਦੇ ਖਜ਼ਾਨੇ, ਹਾਜ਼ਰਾ ਹਜੂਰ ਜਹਰਾ ਜਹੂਰ। ਦੀਨਾ ਬੰਧੂ ਗੁਰੂ ਗਰੀਬ ਨਵਾਜ, ਨਿਹਚਲ ਚੌਰ ਛਤਰ ਤਖਤ ਦੇ ਮਾਲਕ। ਧੰਨ 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 ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸੱਚੇ ਪਾਤਸ਼ਾਹ ਗਰੀਬ ਨਵਾਜ ਜੀਆਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰ ਕਰ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵੱਡੇ ਭਾਗਾਂ ਦੇ ਸਦਕਾ ਪਤਿਤ ਪਾਵਨ ਪਾਤਸ਼ਾਹ ਜੀਆਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਆਪਾਂ ਨੂੰ ਪ੍ਰਾਪਤ ਹੋ ਰਿਹਾ ਹੈ। ਨਿਤਾ ਪ੍ਰਤ ਗਰੀਬ ਨਵਾਜ ਮਹਾਰਾਜ ਦੇ ਪਾਵਨ ਦਰ ਘਰ ਦੀ ਹਾਜ਼ਰੀ ਪਰ ਕਰਕੇ ਆਪ ਜੀ ਲੋਕ ਸੁਖੀਏ ਪਰਲੋਕ ਸੁਹੇਲੇ ਦੀਆਂ ਦਾਤਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਵਿੱਤਰ ਦਰੋਂ ਘਰੋਂ ਪ੍ਰਾਪਤ ਕਰ ਰਹੇ ਹੋ। ਲੰਬੇਰੇ ਸਮੇਂ ਤੋਂ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਚੱਲ ਰਹੀ ਲੜੀਵਾਰ ਅੰਮ੍ਰਿਤ ਰੂਪ ਗਾਥਾ ਸਾਧ ਸੰਗਤ ਸਤ ਸੰਗਤ ਦੀਆਂ ਘੜੀਆਂ ਦਾ ਆਨੰਦ ਮਾਣ ਕਰਕੇ ਆਪ ਜੀ ਸ਼ਰਵਣ ਕਰ ਰਹੇ ਹੋ। ਕੱਲ ਦੇ ਦੀਵਾਨ ਵਿੱਚ ਜਥਾ ਪ੍ਰਸੰਗ ਆਪਾਂ ਸ਼ਰਵਣ ਕੀਤਾ ਹੈ। ਦੀਨ ਦਿਆਲ ਪਾਤਸ਼ਾਹ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਦੀ ਸ਼ਹਾਦਤ ਤੋਂ ਮਗਰੋਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਪਵਿੱਤਰ ਤਖਤ ਉੱਪਰ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਪੋਤਰੇ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੱਜ ਬੈਠੇ, ਜਿਨ੍ਹਾਂ ਨੇ ਭਲੀ ਪ੍ਰਕਾਰ ਇਹ ਭਾਸ ਲੈਣਾ ਕੀਤਾ ਕਿ ਸਮੇਂ ਦੀਆਂ ਹਕੂਮਤਾਂ ਜ਼ਾਲਮ ਅਧਰਮੀ ਲੋਕ ਧਰਮ ਨੂੰ ਰਾਜਨੀਤੀ ਦੇ ਜਾਂ ਰਾਜ ਦੇ ਦੁਨਿਆਵੀ ਬਾਦਸ਼ਾਹਤ ਦੇ ਦੁਨਿਆਵੀ ਹਕੂਮਤ ਦੇ ਹੇਠਾਂ ਰੱਖਣਾ ਚਾਹੁੰਦੇ ਹੈ। ਧਰਮ ਨੂੰ ਦੁਨਿਆਵੀ ਤਖਤ ਤੋਂ ਦੁਨਿਆਵੀ ਹਕੂਮਤ ਤੋਂ ਉੱਪਰ ਚੱਕਣ ਵਾਸਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੀਆਂ ਕੇਵਲ ਤੇ ਕੇਵਲ ਕੋਈ 12-13 ਵਰ੍ਹਿਆਂ ਦੀ ਉਮਰ, ਗੁਰਬਿਲਾਸ ਪਾਤਸ਼ਾਹੀ 6ਵੀਂ ਵਿੱਚ 11 ਵਰ੍ਹੇ ਉਮਰ ਲਿਖੀ ਹਜ਼ੂਰ ਦੀ, ਜਦੋਂ ਗੁਰਤਾ ਸਿੰਘਾਸਣ ਗੁਰਤਾ ਗੱਦੀ ਪ੍ਰਾਪਤ ਹੋਈ ਆਪ ਜੀ ਨੂੰ। ਆਪ ਜੀ ਮਿਹਰਾਮਤ ਕਰਦਿਆਂ ਹੋਇਆਂ ਸਾਰੀ ਸੰਗਤ ਨੂੰ ਸੰਬੋਧਨ ਕਰਕੇ ਤੋ ਜਿਹੜੇ ਸਿੱਖ ਹਾਜ਼ਰ ਨਹੀਂ ਸੀ ਉਹਨਾਂ ਨੂੰ ਹੁਕਮਨਾਮੇ ਲਿਖ ਭੇਜੇ ਕਿ ਹਾੜ ਮਹੀਨੇ ਦੀ 10ਵੀਂ ਸੁਦੀ ਥਿਤ ਮਹਾਨ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਇੱਥੇ ਭਾਰੀ ਇਕੱਠ ਕੀਤਾ ਜਾਵੇਗਾ। ਤੋ ਸੱਚੇ ਪਾਤਸ਼ਾਹ ਮਹਾਰਾਜ ਦੇ ਹੁਕਮਨਾਮੇ ਜਿਸ ਵਿੱਚ ਇਹ ਲਿਖਿਆ ਗਿਆ ਕਿ ਜਿਹੜਾ ਸਾਡੀ ਖੁਸ਼ੀ ਚਾਹੁੰਦਾ ਹੈ ਉਹ ਸ਼ਸਤਰ ਅਤੇ ਸੁੰਦਰ ਘੋੜੇ ਲੈ ਲੈ ਕੇ ਹਾਜ਼ਰ ਹੋਣ। ਸੰਗਤਾਂ ਨੇ ਮਹਾਰਾਜ ਦਾ ਹੁਕਮ ਮੰਨ ਕਰਕੇ ਹਜ਼ੂਰ ਦੇ ਘਰ ਲਿਜਾਣ ਵਾਸਤੇ ਬੇਅੰਤ ਸੁਗਾਤਾਂ ਘੋੜੇ ਸ਼ਸਤਰ ਇਕੱਠੇ ਕਰਨੇ ਆਰੰਭ ਕਰ ਦਿੱਤੇ। ਜਦੋਂ ਦਿਨ ਆਇਆ ਐਤਵਾਰ ਦਾ ਹਾੜ ਸੁਦੀ 10ਵੀਂ, ਸੱਚੇ ਪਾਤਸ਼ਾਹ ਮਹਾਰਾਜ ਗੁਰੂ ਗਰੀਬ ਨਵਾਜ ਅੰਮ੍ਰਿਤ ਵੇਲੇ ਸਵਾ ਪਹਿਰ ਰਾਤ ਰਹਿੰਦਿਆਂ ਜਾਗੇ। ਸੋਚਾਚਾਰ ਸੋਧ ਹਜ਼ੂਰ ਨੇ ਇਸ਼ਨਾਨ ਪਾਣ ਕੀਤਾ। ਸੁੰਦਰ ਪੁਸ਼ਾਕੇ ਬੇਅੰਤ ਕਲੀਆਂ ਵਾਲੇ ਪਹਿਨੇ, ਸੀਸ 'ਤੇ ਦੁਮਾਲਾ ਝੁਲਾਇਆ, ਜਿਗਾ ਲਾ ਕਰਕੇ ਸਤਿਗੁਰੂ ਦੇ ਸੀਸ 'ਤੇ ਸੁੰਦਰ ਕਲਗੀ ਸ਼ੋਭਦੀ, ਜਿਸ ਵਿੱਚ ਬੇਅੰਤ ਹੀਰੇ ਜਵਾਹਰਾਤ ਮਾਣਕ ਮੋਤੀ ਜੜੇ ਹੋਏ ਹਨ। ਬਹੁਤ ਸੁੰਦਰ ਸਰੀਰ ਮਹਾਰਾਜ ਦਾ, ਉੱਚਾ ਲੰਮਾ ਕੱਦ, ਗਲ ਵਿੱਚ 5 ਲੜੀਆ ਸੁੱਚੇ ਮੋਤੀਆਂ ਦਾ ਹਾਰ, ਨਗਾਂ ਦੀ ਜੜਤ ਵਾਲਾ, ਜਿਸ ਦੀ ਆਭਾ ਸੋਭਾ ਬੇਅੰਤ ਹੈ। ਪਹਿਣ ਕਰਕੇ ਸੱਚੇ ਪਾਤਸ਼ਾਹ ਜੀ ਇੱਕ ਸਿੱਖ ਦੇ ਹੱਥ ਮਹਾਰਾਜ ਨੇ ਆਦੇਸ਼ ਭੇਜ ਦਿੱਤਾ। ਜਦੋਂ ਸੰਗਤ ਇਕੱਠੀ ਹੋ ਚੁੱਕੀ ਸਾਰੀ, ਜਿਹੜੀਆਂ ਦਰਸ਼ਨ ਕਰਨ ਵਾਸਤੇ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਆਈਆਂ ਸਨ ਗੀਆਂ,
ਅਰਦਾਸੀਏ ਸਿੱਖ ਨੇ ਜਾ ਹੁਕਮ ਕੀਤਾ, ਬੇਨਤੀ ਕੀਤੀ ਕਹੋ ਸੰਗਤ ਨੂੰ ਕਿ ਜਿਨ੍ਹਾਂ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨੇ ਆ, ਭਾਈ ਹੱਲੇ ਨਾਲ ਤਿਆਰ ਬਰ ਤਿਆਰ ਹੋ ਕੇ ਦਰਸ਼ਨੀ ਡਿਓੜੀ ਦੇ ਸਾਹਮਣੇ ਵਾਲੇ ਜਿੱਥੇ ਪੰਡਾਲ ਅੱਜ ਸਰਿਆ ਉੱਥੇ ਪਹੁੰਚਣਾ ਕਰੋ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਲਦ ਹੀ ਉਸ ਤਖਤ 'ਤੇ ਬਿਰਾਜਮਾਨ ਹੋਣਗੇ। ਸੰਗਤਾਂ ਬੜੀ ਕਾਹਲੀ ਦੇ ਨਾਲ ਸ਼ਸਤਰ ਬਸਤਰ ਪਹਿਨ ਕੇ, ਸੁਗਾਤਾਂ ਭੇਟਾਵਾਂ ਮਹਾਰਾਜ ਦੇ ਦਰਸ਼ਨਾਂ ਦੀਆਂ ਲੈ ਲੈ ਕੇ ਦਰਸ਼ਨੀ ਡਿਓੜੀ ਦੇ ਸਾਹਮਣੇ ਵਾਲੀ ਵਿਹਲੀ ਜਗ੍ਹਾ ਉੱਪਰ ਇਕੱਠੀਆਂ ਹੋਣੀਆਂ ਆਰੰਭ ਹੋ ਗਈਆਂ। ਇਧਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਕੇ ਮਹਿਲ ਆਪਣੇ ਘਰ ਤੋਂ ਨਿਕਲੇ ਹੈ। ਸਤਿਗੁਰਾਂ ਦੇ ਖੱਬੇ ਹੱਥ ਧੰਨ ਬਾਬਾ ਬੁੱਢਾ ਸਾਹਿਬ ਜੀ, ਸੱਜੇ ਹੱਥ ਭਾਈ ਸਾਹਿਬ ਭਾਈ ਗੁਰਦਾਸ ਜੀ, ਬੇਅੰਤ ਮੋਹਰੀ ਸਿੱਖ ਬਾਬਾ ਬਿਧੀ ਚੰਦ, ਭਾਈ ਪ੍ਰਾਣਾ, ਜੇਠਾ ਪੈੜਾ, ਭਾਈ ਲੰਗਾ, ਭਾਈ ਭਗਤੂ ਜੀ ਵਰਗੇ ਮਹਾਨ ਗੁਰਮੁਖ ਪਿਆਰੇ ਬੇਅੰਤ ਮਸੰਦ ਹਜ਼ੂਰ ਦੇ ਨਾਲ ਹਨ। ਜਿੱਧਰ ਨੂੰ ਸੱਚੇ ਪਾਤਸ਼ਾਹ ਜੀ ਲੰਘਦੇ ਹੈ, ਸੰਗਤਾਂ ਧਰਤੀ 'ਤੇ ਲੇਟ ਲੇਟ ਪਾਤਸ਼ਾਹ ਨੂੰ ਨਮਸਕਾਰਾਂ ਕਰ ਰਹੀਆਂ ਹਨ। ਦਰਸ਼ਨੀ ਡਿਓੜੀ ਵਿੱਚ ਮਹਾਰਾਜ ਨੇ ਜਾ ਮੱਥਾ ਟੇਕਿਆ, ਸ਼ੀਸ਼ ਨਿਵਾਇਆ, ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ, 4 ਪ੍ਰਕਰਮਾਂ ਕੀਤੀਆਂ। ਪੁਨ੍ਹਾ ਮਹਾਰਾਜ ਸੰਗਤ ਦੇ ਵਿੱਚੋਂ ਹੁੰਦੇ ਹੋਏ ਜਿੱਥੇ ਅਕਾਲ ਤਖਤ ਸਾਹਿਬ ਅਜੋਕੇ ਸਮੇਂ ਵਿੱਚ ਹੈ, ਇਸ ਪਾਵਨ ਪਵਿੱਤਰ ਸਥਾਨ ਜਿੱਥੇ ਸੁੰਦਰ ਥੜਾ ਸੰਗਤਾਂ ਨੇ ਤਿਆਰ ਬਰ ਤਿਆਰ ਕਰ ਰੱਖਿਆ ਹੈ ਸੀ, ਉੱਚਾ ਸਿੰਘਾਸਣ ਮਹਾਰਾਜ ਦਾ ਲੱਗਿਆ ਹੋਇਆ ਹੈ। ਸੱਚੇ ਪਾਤਸ਼ਾਹ ਜੀ ਸੰਗਤ ਵਿੱਚ ਦੀ ਲੰਘਦੇ ਹੋਏ ਉਸ ਪਾਵਨ ਪਵਿੱਤਰ ਤਖਤ 'ਤੇ ਵੀਰ ਆਸਣ ਲਾ ਕਰਕੇ ਬੈਠ ਗਏ ਹੈ। ਸਜੇ ਹੋਏ ਸਤਿਗੁਰਾਂ ਦੀ ਸ਼ੋਭਾ ਸੰਗਤ ਵੇਖ ਵੇਖ ਕੁਰਬਾਨ ਜਾਂਦੀ ਹੈ। ਵਾਰੇ ਬਲਿਹਾਰਨੇ ਜਾਂਦੇ ਹਨ ਸਿੱਖ ਪਿਆਰੇ। ਫਿਰ ਮਹਾਰਾਜ ਨੇ ਹੁਕਮ ਕੀਤਾ, ਭਾਈ ਆਓ, ਕੌਣ ਕੀ ਸੁਗਾਤਾਂ ਲੈ ਕੇ ਆਇਆ ਹੈ। ਗੁਰੂ ਨਾਨਕ ਪਾਤਸ਼ਾਹ ਦੇ ਖਜ਼ਾਨੇ ਵਿੱਚ ਭੇਟਾਵਾਂ ਪਾਓ ਅਤੇ ਮੂੰਹੋਂ ਮੰਗੀਆਂ ਦਾਤਾਂ ਪ੍ਰਾਪਤ ਕਰੋ। ਕੋਈ ਮਾਇਆ ਲੈ ਕੇ ਆਇਆ, ਕੋਈ ਬੇਸ਼ਕੀਮਤੀ ਬਸਤਰ, ਕੋਈ ਗਹਿਣੇ, ਕੋਈ ਹੀਰੇ ਮੋਤੀ ਹਾਰ, ਸੋਨਾ ਚਾਂਦੀ ਮਹਾਰਾਜ ਦੇ ਚਰਨੀ ਰੱਖ ਰੱਖ ਕੇ ਦਰਸ਼ਨ ਦੀਦਾਰ ਸੰਗਤਾਂ ਕਰਦੀਆਂ। ਮਗਰੋਂ ਫਿਰ ਜਿਹੜੀ ਸੰਗਤ ਘੋੜੇ ਅਤੇ ਸ਼ਾਸਤਰ ਲੈ ਲੈ ਕੇ ਆਈ, ਉਹਨਾਂ ਮਹਾਰਾਜ ਦੇ ਦਰਸ਼ਨ ਕਰਨੇ ਆਰੰਭ ਕੀਤੇ। ਸ਼ਾਸਤਰ ਮਹਾਰਾਜ ਵੇਖ ਵੇਖ ਕੇ ਧਨ ਦਿਸ਼ ਨਹੀਂ ਬਿਲੋਚਨ ਲਾਵੈ, ਸ਼ਸਤਰ ਤੁਰੰਗ ਸੰਗ ਹਰ ਖਾਵੈ। ਪਾਤਸ਼ਾਹ ਜੀ ਜਿੱਥੇ ਧਨ ਕੋਈ ਭੇਂਟ ਕਰਦਾ ਕੋਈ ਬਹੁਤਾ ਉਹਨੂੰ ਤਰਜੀਹ ਨਹੀਂ ਦਿੰਦੇ, ਉਸ ਪਾਸੇ ਧਨ ਵੱਲ ਵੇਖਦੇ ਤੱਕ ਨਹੀਂ। ਪਰ ਜੇ ਕੋਈ ਸਿੱਖ ਸ਼ਸਤਰ ਸੁੰਦਰ ਭੇਂਟ ਕਰਦਾ ਹੈ, ਉਹ ਆਪਣੇ ਹੱਥੀਂ ਫੜ ਕਰਕੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ਼ ਜੀ ਵੇਖ ਕੇ ਬੇਅੰਤ ਖੁਸ਼ ਹੁੰਦੇ ਹੈ। ਉਹ ਸ਼ਸਤਰ ਦੀ ਬਣਤਰ ਪੁੱਛਦੇ ਕਿੱਥੋਂ ਦੀ ਹੋਈ ਹੈ, ਕਿਸ ਧਾਤ ਦਾ ਬਣਿਆ, ਕਿੰਨੀ ਇਹਦੀ ਕੀਮਤ ਹੈ ਸਿੱਖਾ। ਘੋੜਿਆਂ ਬਾਬਤ ਪੁੱਛਦੇ ਹੈ ਤੋ ਬੇਅੰਤ ਸ਼ਾਸਤਰਾਂ ਦੇ ਢੇਰ ਅੰਬਾਰ ਲੱਗ ਗਏ ਪਾਤਸ਼ਾਹ ਦੇ ਅੱਗੇ। ਨਾਲ ਹੀ ਨਾਲ ਬੇਅੰਤ ਘੋੜੇ ਤਬੇਲਾ ਗੁਰੂ ਘਰ ਦਾ ਐਨ ਲਬਾ ਲਬ ਭਰ ਚੁੱਕਾ ਹੈ, ਬੰਨਣ ਨੂੰ ਥਾਂ ਨਾ ਰਹੀ। ਸ਼ਾਸਤਰਾਂ ਦੇ ਵੀ ਬੇਅੰਤ ਅੰਬਾਰ ਲੱਗੇ ਹੈ, ਭਾਲੇ, ਨੇਜੇ, ਕਈ ਤਰ੍ਹਾਂ ਦੇ ਤਮਾਂਚੇ, ਤੁਫੰਗ ਕਹੀਏ ਜਿਹੜੀਆਂ ਬੰਦੂਕਾਂ, ਨੇਜੇ, ਛੇਲੇ ਜਿਹਨੂੰ ਬਰਸ਼ੀਆਂ ਕਹਿ ਦਿੰਦੇ ਆ, ਬਰਸ਼ੇ, ਤੀਰ ਕਮਾਨ, ਖੱਪਰੇ ਤੀਰ, ਤੇਗੇ, ਤਲਵਾਰਾਂ, ਕਿਰਪਾਨਾਂ, ਅੱਗੇ ਸਰੋਹੀ, ਜਿੰਨੀਆਂ ਕਿਰਪਾਨਾਂ ਦੀਆਂ ਜਾਤਾਂ ਹਨ, ਇਸ ਤਰ੍ਹਾਂ ਦੇ ਬੇਅੰਤ ਸ਼ਾਸਤਰ ਬਹੁਤ ਹਾਜ਼ਰ ਹੋ ਚੁੱਕੇ ਹੈ। ਫਿਰ ਪਿੱਛੇ ਸ਼ਾਸਤਰੀ ਸਾਰਾ ਕੌਤਕ ਕਰਨ ਤੋਂ ਪਹਿਲਾਂ ਮਹਾਰਾਜ ਨੇ ਮੀਰੀ ਅਤੇ ਪੀਰੀ ਦੇ 2 ਸ਼ਾਸਤਰ ਪਹਿਨ ਲਏ ਸਨ ਬਾਬਾ ਬੁੱਢਾ ਸਾਹਿਬ ਜੀ ਦੇ ਹੱਥੋਂ, ਔਰ ਐਲਾਨ ਕਰ ਦਿੱਤਾ ਕਿ 2 ਤਲਵਾਰਾਂ ਪੁੱਛਿਆ ਸੀ ਭਾਈ ਗੁਰਦਾਸ ਜੀ ਮਹਾਰਾਜ ਕਿਉਂ ਪਹਿਨੀਆਂ ਆਪ ਜੀਆਂ। ਪਹਿਲਾਂ ਸੰਸਾਰ ਵਿੱਚ ਹੁਣ ਤੀਕਰ ਸੂਰਮੇ ਇੱਕੋ ਸ਼ਸਤਰ ਪਹਿਨਦੇ ਰਹੇ ਹੈ। ਤੋ ਗਰੀਬ ਨਵਾਜ਼ ਨੇ ਇਹ ਭਾਈ ਗੁਰਦਾਸ ਜੀਆਂ ਨੂੰ ਦੱਸਣਾ ਕੀਤਾ, ਸਾਰੀ ਸੰਗਤ ਨੂੰ ਦੱਸਿਆ ਹੈ ਕਿ ਮੀਰੀ ਅਤੇ ਪੀਰੀ ਦੇ ਸ਼ਾਸਤਰ ਦੋਵੇਂ ਧਾਰੇ ਹੈ। ਜਿਹੜਾ ਇਸ ਗੁਰੂ ਨਾਨਕ ਪਾਤਸ਼ਾਹ ਦੇ ਤਖਤ ਦੇ ਸ਼ਰਨ ਵਿੱਚ ਆ ਜਾਵੇਗਾ ਉਹ ਬਚ ਰਹੇਗਾ। ਜਿਹੜਾ ਇਹਦੇ ਨਾਲ ਮੱਥਾ ਲਵੇਗਾ, ਲਾਵੇਗਾ, ਇਹਨੂੰ ਅਜ਼ਮਤ ਵਿਖਾਵੇਗਾ, ਪੀਰ ਉਹਦੀ ਅਸੀਂ ਪੀਰੀ ਖੋਹ ਲਵਾਂਗੇ, ਇੱਕ ਪੀਰੀ ਦੀ ਤਲਵਾਰ ਹੈ। ਅਤੇ ਜਿਹੜੇ ਇਸ ਹਕੂਮਤੀ ਲੋਕ, ਜਿਹੜੇ ਸੰਸਾਰੀ ਬਾਦਸ਼ਾਹ ਇਹ ਗੁਰੂ ਨਾਨਕ ਪਾਤਸ਼ਾਹ ਦੇ ਵੱਡੇ ਤਖਤ ਦੇ ਨਾਲ ਮੱਥਾ ਲਾਉਣਗੇ, ਉਹਨਾਂ ਬਾਦਸ਼ਾਹਾਂ ਦੀ ਬਾਦਸ਼ਾਹੀ ਪਾਤਸ਼ਾਹੀ ਖੋਹ ਲਵਾਂਗੇ। ਇਸ ਲਈ ਅਸੀਂ ਨਾਲ ਮੀਰੀ ਦੀ ਤਲਵਾਰ ਵੀ ਧਾਰਨ ਕੀਤੀ ਹੈ। ਤੋ ਇਸ ਤਰ੍ਹਾਂ ਹਜ਼ੂਰ ਦਾ ਐਲਾਨ ਸੁਣ ਕਰਕੇ
ਤਕਰੀਰ ਸੁਣ ਕਰਕੇ ਮੁਰਦਾ ਜ਼ਮੀਰਾਂ ਵੀ ਜਾਗ ਉੱਠੀਆਂ ਤੇ ਉਹ ਵੇਲਾ ਉਡੀਕਦੇ ਸਿੱਖ ਵੀ ਕਿਹੜਾ ਵੇਲਾ ਹੋਵੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਦੀ ਸ਼ਹਾਦਤ ਦਾ ਪਲਟਾ ਲਈਏ, ਜ਼ਾਲਮ ਹਕੂਮਤ ਦੇ ਤਖਤ ਤਾਜ ਖੋਈਏ। ਰਾਜ ਦਾ ਸੰਕਲਪ ਸੱਚੇ ਪਾਤਸ਼ਾਹ ਮਹਾਰਾਜ ਨੇ ਸਿੱਖਾਂ ਅੰਦਰ ਪੈਦਾ ਕੀਤਾ। ਫਿਰ ਘੋੜੇ ਤੇ ਚੜ੍ਹ ਕੇ ਮਹਾਰਾਜ ਗੁਰੂ ਕੇ ਮਹਿਲ ਨੂੰ ਜਾਣ ਲੱਗੇ, ਐਲਾਨ ਕਰ ਗਏ ਵੀ ਜਿੰਨੇ ਮਸੰਦ ਆ ਇੱਥੇ ਆਏ ਹੋਏ, ਜਦੋਂ ਦੇਸ਼ਾਂ ਦੇਸ਼ਾਂਤਰਾਂ ਵਿੱਚ ਜਾਣਗੇ ਆਪਣਿਆਂ ਨਗਰਾਂ ਘਰਾਂ ਨੂੰ, ਉੱਥੇ ਜਾ ਕੇ ਇਹ ਸਾਡੇ ਵੱਲੋਂ ਹੁਕਮਨਾਮੇ ਜਾਰੀ ਕੀਤੇ ਜਾਣ ਵੀ ਜੇ ਕਿਸੇ ਕੋਲ ਚੰਗਾ ਸ਼ਾਸਤਰ ਹੈ ਤੇ ਘੋੜੇ ਆ ਚੰਗੇ, ਕੋਈ ਚਾਹੇ ਵਪਾਰੀ ਹੈ, ਕੋਈ ਸਧਾਰਨ ਮਨੁੱਖ ਹੈ, ਉਹ ਵੇਚਣੇ ਚਾਹਵੇ ਤੇ ਸਾਡੇ ਪਾਸ ਆ ਕੇ ਮੂੰਹ ਮੰਗੀ ਕੀਮਤ ਲੈ ਲਵੇ, ਅਸੀਂ ਘੋੜੇ ਵੀ ਖਰੀਦਾਂਗੇ। ਕੋਈ ਕਾਰੀਗਰ ਆਪਣੇ ਸ਼ਾਸਤਰਾਂ ਦੇ ਕੋਈ ਕਾਰੋਬਾਰ ਲਾਉਣਾ ਚਾਹਵੇ ਅੰਮ੍ਰਿਤਸਰ ਤੇ ਇੱਥੇ ਥਾਂ ਦੇਵਾਂਗੇ, ਲਾ ਸਕਦਾ। ਤੇ ਨੌਜਵਾਨਾਂ ਨੂੰ ਮਹਾਰਾਜ ਨੇ ਹੁਕਮ ਕੀਤਾ ਵੀ ਜੇ ਕੋਈ ਨੌਜਵਾਨ ਭਰਤੀ ਹੋਣਾ ਚਾਹੁੰਦਾ ਹੈ ਦੇਸ਼ ਦੇਸ਼ਾਂਤਰਾਂ ਵਿੱਚੋਂ, ਵਿਦੇਸ਼ਾਂ ਵਿੱਚੋਂ, ਜਿੱਥੋਂ ਮਰਜ਼ੀ, ਉਹਨੂੰ ਅਸੀਂ ਆਪਣੀ ਫੌਜ ਵਿੱਚ ਰੱਖਾਂਗੇ ਔਰ ਜਿੰਨੀ ਕੋਈ ਲੋੜ ਮੂੰਹ ਮੰਗਦਾ ਕੀਮਤ ਤਨਖਾਹ ਵਜੋਂ ਦੇਵਾਂਗੇ, ਪਰਿਵਾਰ ਦੇ ਗੁਜ਼ਾਰੇ ਚੱਲਣ ਸਿੱਖਾਂ ਦੇ। ਇਸ ਤਰ੍ਹਾਂ ਦੇ ਬਚਨ ਕੀਤੇ ਸੱਚੇ ਪਾਤਸ਼ਾਹ ਮਹਾਰਾਜ। ਗੁਰੂ ਕੇ ਮਹਿਲ ਵਾਲੇ ਪਾਸੇ ਨੂੰ ਮਹਾਰਾਜ ਨੇ ਸੁੰਦਰ ਘੋੜਾ ਮੋੜਿਆ, ਐਨ ਸਨੱਧ ਬੱਧ ਤਿਆਰ ਬਰ ਤਿਆਰ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਕੇ ਮਹਿਲ ਨੂੰ ਜਾ ਪਹੁੰਚੇ ਹੈ। ਅੱਗੇ ਜਿਵੇਂ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਮਹਾਰਾਜ ਮਾਤਾ ਗੰਗਾ ਜੀ ਨੂੰ ਮਿਲੇ, ਫਿਰ ਮਹਾਰਾਜ ਦੀ ਨਿਤ ਕਿਰਿਆ ਕੈਸੀ ਹੈ, ਕਿਵੇਂ ਮਹਾਰਾਜ ਦੀ ਹਜ਼ੂਰੀ ਵਿੱਚ ਫਿਰ ਸਿੱਖ ਭਰਤੀ ਹੋਣ ਵਾਸਤੇ ਆਉਣ ਲੱਗੇ। 400 ਸੂਰਮਾ ਇਕੱਠਾ ਹੋਣਾ ਸ਼ੁਰੂ ਹੋਇਆ। ਮਹਾਰਾਜ ਨੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ, ਸ਼ਾਸਤਰ ਦਿੱਤੇ, ਮਾਇਆ ਮਹੀਨੇ ਬਾਅਦ ਦਿੱਤੀ ਜਾਣ ਲੱਗੀ। ਗੁਰੂ ਘਰ ਵਿੱਚ ਫੌਜ ਭਰਤੀ ਹੋਣੀ ਸ਼ੁਰੂ ਹੋਈ। ਉਹ ਸਾਰਾ ਪ੍ਰਸੰਗ ਅੱਜ ਆਵੇਗਾ ਜੀ। ਚਿੱਤ ਬਿਰਤੀ ਨੂੰ ਇਕਾਗਰ ਕਰੀਏ। ਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਧਿਆਨ ਧਰੋ ਜੀ। ਆਪਣਾ ਤਨ ਮਨ ਨਿਹਾਲ ਕਰੀਏ, ਰਸਨਾ ਕਰੋ ਪਵਿੱਤਰ। ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਜਨਨੀ ਹਿਰਦੇ ਪ੍ਰਤੀਖਤੀ। ਤੋ ਇੱਧਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸੰਗਤਾਂ ਨੂੰ ਸੰਬੋਧਨ ਕਰ ਰਹੇ ਹੈ। ਸਤਿਗੁਰੂ ਹਰਗੋਬਿੰਦ ਸਾਹਿਬ ਦੇ ਮਾਤਾ ਜੀ ਧੰਨ ਮਾਤਾ ਗੰਗਾ ਜੀ ਸਾਹਿਬਜ਼ਾਦੇ ਨੂੰ ਉਡੀਕਦੇ ਹੈ, ਕਦੋਂ ਘਰ ਵਿੱਚ ਆਉਣਗੇ। ਚਾਹੇ ਦੇਖਣ ਮੁਖ ਚੰਦ। ਮਾਤਾ ਜੀ ਚਾਹੁੰਦੇ ਹੈ ਅਸੀਂ ਆਪਣੇ ਪੁੱਤਰ ਦਾ ਚੰਦ ਵਰਗਾ ਸੋਹਣਾ ਮੁਖੜਾ ਵੇਖੀਏ। ਸਵੇਰ ਦੇ ਸੰਗਤ ਵਿੱਚ ਗਏ ਹੋਏ ਹੈ, ਅਜੇ ਤੱਕ ਪਰਤ ਕੇ ਨਹੀਂ ਆਏ ਹਨ। ਸ਼ਸਤਰ ਬਸਤਰ ਸੰਯੁਕਤ। ਇੱਧਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਘਰੋਂ ਜਦੋਂ ਗਏ ਸੀ ਅੰਮ੍ਰਿਤ ਵੇਲੇ, ਉਦੋਂ ਤਾਂ ਪਾਤਸ਼ਾਹ ਜਾਮਾ ਪਹਿਨ ਕੇ ਸੀਸ 'ਤੇ ਕਲਗੀ ਲਾ ਕੇ ਦੁਮਾਲਾ ਚਲਾ ਕੇ ਚਲੇ ਗਏ, ਸ਼ਾਸਤਰ ਕੋਈ ਨਹੀਂ ਸੀ ਪਹਿਨਿਆ। ਪਰ ਜਦੋਂ ਮਹਾਰਾਜ ਅੱਜ ਮੁੜੇ ਆ ਸ਼ਾਮ ਨੂੰ ਸੰਗਤਾਂ ਨੂੰ ਸੰਬੋਧਨ ਕਰਕੇ ਤਖਤ 'ਤੇ ਬਿਰਾਜਣ ਤੋਂ ਬਾਅਦ, ਤੇ ਉਵੇਂ ਬਣੇ ਤਣੇ ਮਹਾਰਾਜ ਦੇ ਮੋਢਿਆਂ 'ਤੇ ਖਾਲਸਾ ਜੀ ਤੀਰਾਂ ਦਾ ਪੱਥਾ ਹੈ। ਸਤਿਗੁਰਾਂ ਦੇ ਇੱਕ ਪਾਸੇ ਧਨੁਸ਼ ਟੰਗਿਆ ਹੋਇਆ ਪਹਿਨਿਆ ਹੋਇਆ ਹੈ। ਮੀਰੀ ਤੇ ਪੀਰੀ ਦੀਆਂ 2 ਤਲਵਾਰਾਂ ਹਜ਼ੂਰ ਦੇ ਪਹਿਨੀਆਂ ਹੋਈਆਂ। ਮੱਥੇ 'ਤੇ ਸੋਹਣਾ ਚੰਦਨ ਤੇ ਕੇਸਰ ਦਾ ਤਿਲਕ ਜਿਹੜਾ ਚਮਕਦਾ, ਤੇ ਬਣੇ ਬਣਾਏ ਪਾਤਸ਼ਾਹ ਜੀ ਇਸੇ ਤਰ੍ਹਾਂ ਹੀ ਗਰੀਬ ਨਵਾਜ ਮਾਤਾ ਗੰਗਾ ਜੀ ਦੇ ਪਾਸ ਪਹੁੰਚ ਗਏ, ਘੋੜੇ ਤੇ ਚੜ੍ਹੇ ਹੋਏ। ਤਿਮਗੇ ਸ਼੍ਰੀ ਹਰਗੋਬਿੰਦ। ਜਿਵੇਂ ਸੰਗਤਾਂ ਵਿੱਚ ਸਨ ਮਹਾਰਾਜ ਸ਼ਾਸਤਰ ਧਾਰੀ ਸਨੱਧ ਬੱਧ ਤਿਆਰ ਬਰ ਤਿਆਰ, ਇਸੇ ਤਰ੍ਹਾਂ ਜਾ ਮਾਤਾ ਗੰਗਾ ਜੀ ਨੂੰ ਦਰਸ਼ਨ ਬਖਸ਼ੇ ਹਨ। ਚੌਪਈ ਦੇਖ ਦੂਰ ਤੇ ਸੁਤ ਕੀ ਸ਼ੋਭਾ। ਦੂਰੋਂ ਜਦੋਂ ਡਿਉੜੀ ਵਿੱਚ ਗੁਰੂ ਕੇ ਮਹਿਲ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਵੜੇ ਹੈ, ਮਾਤਾ ਗੰਗਾ ਜੀ ਸਾਹਮਣੇ ਖੜੇ ਹੋਏ ਪੁੱਤਰ ਹਰਗੋਬਿੰਦ ਸਾਹਿਬ ਦੀ ਸ਼ੋਭਾ ਵੇਖ ਵੇਖ ਸਦਕੇ ਜਾਂਦੇ ਹਨ। ਮਨਹ ਆਨੰਦ ਕੀ ਆਵਤ ਗੋਭਾ। ਤੋ ਐਉਂ ਮਾਨੋ ਵੀ ਜਿਵੇਂ ਮਨ ਵਿੱਚ ਆਨੰਦ ਦੀ ਗੋਭ ਆ ਗਈ ਹੋਵੇ, ਆਨੰਦ ਦੀ ਗੰਦਲ ਜਿਵੇਂ ਨਵੀਂ ਫੁਟਾਰ ਹੁੰਦੀ ਰੁੱਖ ਦੀ, ਸਾਰੇ ਰੁੱਖ ਨਾਲੋਂ ਜਿਹੜੀ ਨਵੀਂ ਟਾਹਣੀ ਫੁੱਟੀ ਸੋਹਣੀ ਲੱਗਦੀ ਸਾਰੇ ਰੁੱਖ ਤੋਂ। ਮਾਤਾ ਗੰਗਾ ਜੀ ਦੇ ਮਨ ਵਿੱਚ ਲਗਰਾਂ ਫੁੱਟਦੀਆਂ ਮਾਨੋ ਆਨੰਦ ਦੀਆਂ। ਹਰਗੋਬਿੰਦ ਸਾਹਿਬ ਦੇ ਸ਼ਾਸਤਰ ਪਹਿਨੇ ਹੋਏ ਹੈ,
ਬਾਦਸ਼ਾਹ ਪਾਤਸ਼ਾਹ ਵਰਗੀ ਸੋਭਾ ਹਜ਼ੂਰ ਦੀ ਹੈ। ਨਿਕਟ ਪਹੁੰਚ ਕਰ ਬੰਦਨ ਠਾਨੀ, ਹਜ਼ੂਰ ਨੇ ਮਾਤਾ ਜੀ ਦੇ ਪਾਸ ਪਹੁੰਚ ਕੇ ਚਰਨੀ ਮੱਥਾ ਟੇਕਿਆ ਹੈ। ਆਸ਼ਿਖ ਦੀਨ ਕਹੀ ਮ੍ਰਿਦਬਾਨੀ, ਤੋ ਬੜੇ ਕੋਮਲ ਬਚਨ ਮਾਤਾ ਗੰਗਾ ਜੀਆਂ ਕੀਤੇ, ਪੁੱਤਰ ਨੂੰ ਰਜ ਰਜ ਕੇ ਜਿਉਣ ਦੀਆਂ ਅਸੀਸਾਂ ਬਖਸ਼ੀਆਂ ਹਨ। ਚਿਤਰਤ ਜਰੀ ਮਖਮਲੀ ਮੜਿਓ, ਤੋ ਸੋਹਣਾ ਜਿਹੜੇ ਚਿੱਤਰਤਕਾਰੀ ਹੋਈ ਹੈ, ਜੜੀਦਾਰ ਮਖਮਲੀ ਕੱਪੜੇ ਦਾ ਬਣਿਆ ਹੋਇਆ ਜਿਹੜਾ ਮੂੜਾ ਹੁੰਦਾ ਹੈ। ਅੰਤਰ ਤੇ ਦਾਸੀ ਦ੍ਰੁਤ ਕੱਢਿਓ, ਮਾਤਾ ਜੀ ਨੇ ਦਾਸੀ ਨੂੰ ਹੁਕਮ ਕੀਤਾ ਵੀ ਜਾਓ ਸਾਡੇ ਸਾਹਿਬਜ਼ਾਦੇ ਦੇ ਸਜਣ ਵਾਸਤੇ ਮੂੜਾ ਲੈ ਕੇ ਆਓ। ਬਹੁਤ ਸੁੰਦਰ ਬਣਿਆ ਸਜਿਆ ਮਖਮਲੀ ਕੱਪੜੇ ਵਿੱਚ ਮੜਿਆ ਹੋਇਆ ਮੂੜਾ ਦਾਸੀ ਨੇ ਹਰਗੋਬਿੰਦ ਸਾਹਿਬ ਦੇ ਬੈਠਣ ਨੂੰ ਕੱਢ ਦਿੱਤਾ ਹੈ। ਬੈਠ ਮੋਹਰੇ ਪਰ ਢਿਗ ਮਾਤਾ, ਤੇ ਸੱਚੇ ਪਾਤਸ਼ਾਹ ਜੀ ਮਾਤਾ ਗੰਗਾ ਜੀ ਦੇ ਮੂਹਰੇ ਬੈਠ ਗਏ ਐ, ਅੱਗੇ ਸਜ ਗਏ ਮੂੜੇ ਦੇ ਉੱਪਰ। ਬੋਲੀ ਆਨੰਦ ਮੇ ਅਨਹ ਗਾਤਾ, ਤੋ ਧੰਨ ਮਾਤਾ ਗੰਗਾ ਜੀ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਸੁੰਦਰ ਦਰਸ਼ਨ ਕਰ ਰਹੇ ਹੈ। ਦਰਸ਼ਨ ਕਰ ਕਰਕੇ ਆਨੰਦ ਹੁੰਦਾ ਹੈ, ਸਰੀਰ ਵਿੱਚ ਮਾਉਂਦਾ ਨਹੀਂ ਆਨੰਦ। ਭਾਵ ਮਾਤਾ ਗੰਗਾ ਜੀ ਫੁੱਲੇ ਨਹੀਂ ਸਮਾਉਂਦੇ ਪੁੱਤਰ ਦੀ ਸੋਭਾ ਵੇਖ ਕੇ, ਸੁੰਦਰ ਦਰਸ਼ਨ ਕਰਕੇ। ਕਹੋ ਸੁਤ ਸੰਗਤ ਕੇ ਤਿਕ ਆਈ, ਫਿਰ ਪੁੱਛਣ ਲੱਗੇ ਪੁੱਤਰ ਹਰਗੋਬਿੰਦ ਸਾਹਿਬ ਜੀ, ਮਹਾਰਾਜ ਦੱਸੋ ਅੱਜ ਸੰਗਤ ਭਲਾ ਕਿੰਨੀ ਕੁ ਆਈ ਸੀ, ਕਿੰਨੇ ਦਿਨਾਂ ਦੀਆਂ ਤਿਆਰੀਆਂ ਚੱਲਦੀਆਂ ਸੀ, ਕਿੰਨੀ ਕੁ ਸੰਗਤ ਅੱਜ ਆਈ ਹੋਈ ਹੈ। ਦੇਸ਼ਣ ਕੇ ਮਸੰਦ ਸਮੁਦਾਈ, ਦੇਸ਼ਾਂ ਦੇ ਮਸੰਦ ਵੀ ਆਏ ਹੋਣੇ ਜਿਹੜੇ ਬਾਹਰ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਪ੍ਰਚਾਰਕ ਹਨ। ਲੈ ਉਪਹਾਰਨ ਮਿਲੇ ਕਿ ਨਾਹੀ, ਤੁਹਾਨੂੰ ਮਿਲੇ ਹੋਣੇ ਮਸੰਦ ਵੀ ਆ ਕੇ, ਉਪਹਾਰ ਲੈ ਲੈ ਕੇ, ਭੇਟਾਵਾਂ ਲੈ ਲੈ ਕੇ, ਕਿਉਂਕਿ ਮਾਤਾ ਜੀ ਨੂੰ ਖਦਸ਼ਾ ਸੀ ਵੀ ਮਸੰਦ ਜਿਹੜੇ ਆ ਉਹ ਡਰਦੇ ਆ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਸ਼ਾਸਤਰਧਾਰੀ ਹੋ ਗਏ ਤੇ ਭਲਾ ਮਸੰਦ ਗੁਰੂ ਘਰੋਂ ਭਗੌੜੇ ਨਾ ਹੋ ਜਾਣ, ਡਰਦੇ ਹੋਏ। ਤਾਂ ਮਾਤਾ ਜੀ ਪੁੱਛਦੇ ਪੁੱਤਰ ਮਸੰਦ ਵੀ ਆਏ ਸਨ ਭਲਾ, ਜਿਨ੍ਹਾਂ ਸਾਡੇ ਕੋਲ ਤੁਹਾਡੀ ਸ਼ਿਕਾਇਤ ਕੀਤੀ ਸੀ ਆ ਕੇ, ਤੇ ਉਹ ਭੇਟਾਵਾਂ ਲੈ ਲੈ ਕੇ ਤੁਸੀਂ ਆਖਿਆ ਸੀ ਸ਼ਾਸਤਰ ਤੇ ਘੋੜੇ ਲੈ ਕੇ ਆਓ, ਤੇ ਮਸੰਦ ਤਾਂ ਬਹੁਤ ਡਰਦੇ ਆ ਇਸ ਕੰਮ ਤੋਂ। ਕਿ ਮਸੰਦ ਵੀ ਲੋਕ ਜਿਹੜੇ ਆ ਉਹ ਵੀ ਘੋੜੇ ਤੇ ਸ਼ਾਸਤਰ ਲੈ ਕੇ ਆਏ ਸਨ। ਜਿਮ ਪੂਰਬ ਤੁਮ ਪਿਤ ਕੇ ਪਾਹੀ, ਜਿਵੇਂ ਤੁਹਾਡੇ ਪੁੱਤਰ ਤੁਹਾਡੇ ਪਿਤਾ ਵਾਹਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਪਾਸ ਆਉਂਦੇ ਸਨ ਸਿੱਖ, ਕਿ ਤੁਹਾਡੇ ਤੋਂ ਵੀ ਉਨੇ ਖੁਸ਼ ਹੈ, ਸੰਗਤਾਂ ਤੁਹਾਡੇ ਨਾਲ ਵੀ ਪ੍ਰੇਮ ਕਰਦੀਆਂ ਹਨ। ਸ਼੍ਰੀ ਹਰਗੋਬਿੰਦ ਸਕਲ ਬਤਾਇਓ, ਮਾਤਾ ਜੀ ਤੋਂ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਦੀਆਂ ਸਾਰੇ ਦਿਨ ਦੀ ਵਾਰਤਾ ਦੱਸੀ ਹੈ। ਬ੍ਰਿੰਦ ਮਸੰਦਨ ਕੋ ਸਭ ਆਇਓ, ਹਾਂਜੀ ਮਾਤਾ ਜੀ ਜਿੰਨੇ ਮਸੰਦ ਸਨ ਕੋਈ ਨਹੀਂ ਰਿਹਾ, ਦੇਸ਼ਾਂ ਵਿਦੇਸ਼ਾਂ ਤੋਂ ਸਾਰੇ ਸੰਗਤ ਲੈ ਲੈ ਕੇ ਪਹੁੰਚੇ ਹਨ। ਅਧਿਕ ਦੂਰ ਨਹਿ ਪਹੁੰਚੇ ਜੋਈ, ਤੇ ਜਿਹੜੇ ਕੋਈ ਦੂਰ ਦੀ ਸੰਗਤ ਸੀ ਉਹ ਵੀ ਪਹੁੰਚੀ ਹੈ, ਤੇ ਜਾਂ ਉਸ ਤੋਂ ਵੀ ਕੋਈ ਦੂਰ ਰਹਿਣ ਵਾਲੇ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਉਹ ਸ਼ਾਇਦ ਭਾਵੇਂ ਰਹਿ ਗਏ ਹੁਣ, ਬਾਕੀ ਸਾਰੇ ਆਏ ਹਨ। ਆਵਤ ਚੱਲੇ ਇਤਹਾਂ ਸਭ ਕੋਈ, ਤੇ ਸੁਣਿਆ ਕੁਝ ਸੰਗਤਾਂ ਜੇ ਰਸਤੇ ਵਿੱਚ ਹੀ ਹੈ, ਦੇਰੀ ਹੋ ਗਈ ਉਹਨਾਂ ਨੂੰ, ਦੂਰੋਂ ਆਈਆਂ ਜਿਹੜੀਆਂ ਉਹ ਸੰਗਤਾਂ ਰਸਤੇ ਵਿੱਚ ਹੀ ਅਜੇ ਆ ਰਹੀਆਂ ਹਨ। ਸ਼ਸਤਰ ਬਸਤਰ ਅਰ ਚਪਲ ਤੁਰੰਗ, ਤੇ ਮਾਤਾ ਜੀ ਸੰਗਤਾਂ ਨੇ ਬੇਅੰਤ ਸ਼ਸਤਰ ਹਾਜ਼ਰ ਕੀਤੇ ਐ, ਸੋਹਣੇ ਜਿਹੜੇ ਚੰਚਲ ਘੋੜੇ ਸੁੰਦਰ ਹਾਜ਼ਰ ਕੀਤੇ ਹਨ। ਆਨੇ ਸਿੱਖਣ ਸ਼ਰਧਾ ਸੰਗ, ਤੇ ਸਾਡੇ ਹੁਕਮਨਾਮੇ ਪੜ੍ਹ ਕੇ ਸਿੱਖਾਂ ਨੇ ਬੜੀ ਸ਼ਰਧਾ ਵਿਖਾਈ ਹੈ। ਸ਼ਾਸਤਰ ਸਾਂਭੇ ਨਹੀਂ ਜਾਂਦੇ ਮਾਤਾ ਜੀ ਆਪਣੇ ਤਬੇਲਿਓਂ ਭਰ ਗਏ ਆ, ਘੋੜੇ ਬੰਨਣ ਨੂੰ ਜਗ੍ਹਾ ਨਹੀਂ ਰਹੀ। ਬੜਾ ਪਿਆਰ ਬੜਾ ਸ਼ਰਧਾ ਸਿੱਖਾਂ ਨੇ ਵਿਖਾਉਣਾ ਕੀਤੀ ਹੈ। ਅਧਿਕ ਪ੍ਰਸੰਨ ਕੀਨ ਮਨ ਮੋਰਾ, ਸਾਡਾ ਮਨ ਬਹੁਤ ਪ੍ਰਸੰਨ ਕੀਤਾ, ਸੰਗਤ ਨੇ ਬੜਾ ਪ੍ਰੇਮ ਦਿੱਤਾ ਹੈ, ਬੜਾ ਪਿਆਰ ਬੜੀ ਸ਼ਰਧਾ ਵਿਖਾਈ ਹੈ। ਸਾਡਾ ਮਨ ਸੰਗਤ ਤੇ ਬਹੁਤ ਖੁਸ਼ ਹੋਇਆ ਹੈ। ਕਿਨ ਹਥਿਆਰ ਦੀਨ ਕਿਨ ਕੋਰਾ, ਮਾਤਾ ਕਈਆਂ ਹਥਿਆਰ ਭੇਜੇ ਆ, ਸ਼ਾਸਤਰ ਲੈ ਲੈ ਕੇ ਜਿਹੜੇ ਨਹੀਂ ਸਿੱਖ ਆਏ ਉਹਨਾਂ ਵੀ ਸ਼ਾਸਤਰ ਭੇਜ ਦਿੱਤੇ। ਕਈ ਆਪ ਸ਼ਾਸਤਰ ਲੈ ਲੈ ਕੇ ਆਏ, ਕੋਈ ਸ਼ਾਸਤਰ ਭੇਟ ਕਰਦਾ ਹੈ, ਕਿਸੇ ਨੇ ਘੋੜੇ ਭੇਂਟ ਕੀਤੇ ਹਨ। ਸੈਨ ਸਕੇਲਾਂ ਕੇ ਤਿਕ ਦਿਨ ਮੈਂ, ਤੇ ਹੁਣ ਮਾਤਾ ਜੀ ਸਾਡੀ ਇਹ ਸਲਾਹ ਹੈ ਵੀ ਅਸੀਂ ਛੇਤੀ ਤੋਂ ਛੇਤੀ ਹੁਣ ਸੈਨਾ ਤਿਆਰ ਕਰਾਂਗੇ। ਸ਼ਾਸਤਰ ਵੀ ਆ ਗਏ, ਘੋੜੇ ਵੀ ਆ ਗਏ, ਕਾਠੀਆਂ ਬਣ ਰਹੀਆਂ,
ਅਸੀਂ ਛੇਤੀ ਤੋਂ ਛੇਤੀ ਹੁਣ ਸੂਰਮਿਆਂ ਦੀ ਫੌਜ ਬਣਾਵਾਂਗੇ। ਜੋਧਾ ਅਚਲ ਰਹਿ ਹੈ ਜੇ ਰਨ ਮੈਂ, ਜਿਹੜੇ ਅਚਲ ਯੋਧੇ ਹੋਣ, ਡੋਲਣ ਨਾ, ਜੰਗ ਦੇ ਮੈਦਾਨ ਚੋਂ ਭੱਜਣ ਨਾ, ਪਰਖ ਪਰਖ ਕੇ ਸੂਰਮਿਆਂ ਦੀ ਫੌਜ ਭਰਤੀ ਕਰਾਂਗੇ। ਅਪਰ ਉਪਾਇਨ ਕੇ ਅੰਬਾਰ, ਤੇ ਮਾਤਾ ਜੀ ਹੋਰ ਵੀ ਕੀ ਦਸੀਏ, ਮਾਇਆ, ਬਸਤਰ, ਗਹਿਣਾ ਗੱਟਾ, ਬੇਅੰਤ ਤਰ੍ਹਾਂ ਦੇ ਪਦਾਰਥਾਂ ਦੇ ਅੰਬਾਰ ਲੱਗ ਗਏ ਐ, ਢੇਰ ਲੱਗ ਗਏ ਹਨ। ਸਿੱਖਣ ਅਰਪੀ ਸ਼ਰਧਾ ਧਾਰ, ਸਿੱਖਾਂ ਨੇ ਸ਼ਰਧਾ ਧਾਰ ਧਾਰ ਕੇ ਬੇਅੰਤ ਤਰ੍ਹਾਂ ਦੀਆਂ ਭੇਟਾਵਾਂ ਹਾਜ਼ਰ ਕੀਤੀਆਂ ਹਨ। ਸ਼੍ਰੀ ਨਾਨਕ ਸਿੱਖੀ ਬਿਦਤਾਈ, ਬਾਕੀ ਆਪ ਜੀ ਨੂੰ ਪਤਾ ਹੈ, ਮਾਤਾ ਸ਼੍ਰੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੂਰ ਦੁਰਾਡੇ ਤੀਕਰ ਸਿੱਖੀ ਪ੍ਰਗਟ ਕੀਤੀ ਹੋਈ ਹੈ। ਸਿੱਖੀ ਦਾ ਛੱਟਾ ਦਿੱਤਾ, ਉਹ ਫਲੀ ਪ੍ਰਕਾਰ ਫਲੀ ਪੂਤ ਹੋ ਰਹੀ ਹੈ। ਦੇਸ਼ ਵਿਦੇਸ਼ਣ ਅਵਨੀ ਛਾਈ, ਸਾਰੀ ਧਰਤੀ ਉੱਪਰ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸਿੱਖੀ ਛਾ ਚੁੱਕੀ ਹੈ। ਸੁਣ ਮਾਤਾ ਸੁਖ ਪਾਏ ਕਨੇਰਾ, ਤੇ ਉਹ ਸਾਰੇ ਸਿੱਖੀ ਮਾਤਾ ਦੀ ਭੇਟਾਵਾਂ ਲੈ ਲੈ ਪਹੁੰਚ ਰਹੇ ਹੈ। ਮਾਤਾ ਜੀ ਸੁਣ ਸੁਣ ਕੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਤੋਂ ਬੜਾ ਸੁਖ ਪ੍ਰਾਪਤ ਕਰਦੇ ਹੈ, ਬੜਾ ਆਨੰਦ ਆਇਆ ਹੈ। ਗੁਰਤਾ ਭਾਰ ਉਚਿਤ ਸੁਤ ਮੇਰਾ, ਤੇ ਮਨ ਚ ਮਾਤਾ ਗੰਗਾ ਜੀ ਇਹ ਵਿਚਾਰਦੇ ਆ ਵੀ ਮੇਰੇ ਪੁੱਤਰ ਹਰਗੋਬਿੰਦ ਸਾਹਿਬ ਜੀ ਗੁਰਤਾ ਤੇ ਬਿਲਕੁਲ ਉਚਿਤ ਹੈ, ਗੁਰਿਆਈ ਦਾ ਭਾਰ ਸਹਿਣਾ ਸੌਖਾ ਨਹੀਂ, ਪਰ ਮੇਰੇ ਕੇਵਲ 11 ਵਰਿਆਂ ਦੇ ਪੁੱਤ ਨੇ, ਛੋਟੀ ਜਿਹੀ ਉਮਰ ਦੇ ਵਿੱਚ ਹੀ ਗੁਰਤਾ ਦਾ ਸਾਰਾ ਭਾਰ ਆਪਣੇ ਮੋਢਿਆਂ ਤੇ ਚੁੱਕ ਲਿਆ ਹੈ। ਦੋਏ ਸ਼ਮਸ਼ੇਰ ਗਰੇ ਸ਼ਮਸ਼ੇਰ, ਮੇਰੇ ਪੁੱਤਰ ਦੇ 2 ਤਲਵਾਰਾਂ ਗਲ ਵਿੱਚ ਪਾਈਆਂ, ਜਿਵੇਂ ਸ਼ੇਰ ਖੜਾ ਫੱਬਦਾ ਹੈ, ਮੇਰਾ 12 ਵਰਿਆਂ ਦਾ ਸੋਹਣਾ ਪੁੱਤਰ ਇਸ ਤਰ੍ਹਾਂ ਫੱਬਦਾ ਸ਼ੋਭਾ ਪਾਉਂਦਾ ਹੈ। ਕਟ ਨਿਖੰਗ ਕਰ ਮਹਿ ਧਨ ਹੀਰ, ਮਨ ਚ ਸੋਚਦੇ ਕਿੰਨੇ ਸੁੰਦਰ ਲੱਗਦੇ ਮੇਰੇ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਜੀ, ਹੱਥ ਵਿੱਚ ਧਨੁੱਛ ਪਕੜਿਆ ਹੋਇਆ ਹੈ ਤੇ ਲੱਕ ਦੇ ਉਦਾਲੇ ਜਿਹੜਾ ਤੀਰਾਂ ਦਾ ਪੱਥਾ ਬੰਨਿਆ ਹੋਇਆ ਹੈ। ਸ਼ਸਤਰਨ ਸਹਿਤ ਢੀਲ ਬਰ ਬੰਕਾ, ਤੇ ਬੜੇ ਬੰਕੇ ਗੱਭਰੂ ਹੋ ਰਹੇ ਮੇਰੇ ਪੁੱਤਰ, ਢੀਲ ਡੌਲ ਭਾਰੀ ਸੁੰਦਰ ਸਰੀਰ ਹੈ, ਸ਼ਾਸਤਰਾਂ ਵਿੱਚ ਬੱਧੇ ਹੋਏ ਸਨੱਧ ਬੱਧ ਹਨ। ਸੁਖਦ ਸੇਵਕਨ ਰਿਪਨ ਅਤੰਕਾ, ਤੁਸ ਮੇਰੇ ਪੁੱਤਰ ਜੀ ਸੇਵਕਾਂ ਨੂੰ ਸੁਖ ਦੇਣ ਵਾਲੇ ਹੈ, ਤੇ ਵੈਰੀਆਂ ਵਾਸਤੇ ਆਤੰਕਾ ਕੀ ਹੈ, ਡਰਾਉਣ ਵਾਲੇ, ਵੈਰੀਆਂ ਨੂੰ ਡਰ ਦੇਣ ਵਾਲੇ, ਖਪਾਉਣ ਵਾਲੇ। ਸ਼ੇਰ ਜਿਵੇਂ ਸ਼ੇਰ ਗਿੱਦੜਾਂ ਨੂੰ ਡਰ ਦਿੰਦਾ ਨਾ, ਜਿਵੇਂ ਮੇਰੇ ਪੁੱਤਰ ਸ਼ੇਰ ਵਰਗੇ ਗਿੱਦੜਾਂ ਨੂੰ, ਇਹ ਜਿਹੜੇ ਵੈਰੀ ਆ ਹਕੂਮਤੀ ਚੰਦੂ ਵਰਗੇ, ਉਹ ਭੈ ਮੰਨਣ ਵਾਲੇ ਮੇਰੇ ਪੁੱਤਰ ਤੋਂ, ਤੇ ਸੰਤਾਂ ਨੂੰ ਮੇਰੇ ਪੁੱਤ ਸੁਖ ਬਖਸ਼ਣ ਵਾਲੇ ਹਨ। ਨਿਕਟ ਮਾਤ ਕੇ ਕੇਤਕ ਕਾਲਾ, ਤੋ ਕੁਝ ਕੁ ਸਮਾਂ ਸੱਚੇ ਪਾਤਸ਼ਾਹ ਜੀ ਹੋਰ ਮਾਤਾ ਗੰਗਾ ਜੀ ਪਾਸ ਬੈਠੇ ਹੋਏ। ਨਮੋ ਕਰੀ ਉਠ ਆਏ ਕਿਰਪਾਲਾ, ਫਿਰ ਕੁਝ ਸਮੇਂ ਬਾਅਦ ਬਚਨ ਬਲਾਸ ਕੀਤੇ, ਕਿਰਪਾਲੂ ਦਿਆਲੂ ਪਾਤਸ਼ਾਹ ਜੀ ਨਮਸਕਾਰ ਕੀਤੀ, ਮਾਤਾ ਜੀ ਪਾਸੋਂ ਉੱਠ ਖੜੇ ਹੋਏ ਐ। ਨਿਜ ਬੈਠਕ ਮਹਿ ਥਿਰ ਹੈ ਪ੍ਰਿਯੰਕਾ, ਫਿਰ ਆਪਣੀ ਬੈਠਕ ਵਿੱਚ ਆ ਗਏ, ਜਿੱਥੇ ਮਹਾਰਾਜ ਦਾ ਸੋਹਣਾ ਸੁੰਦਰ ਪਲੰਗ ਸਜਿਆ ਹੁੰਦਾ, ਜਿੱਥੇ ਪਾਤਸ਼ਾਹ ਜੀ ਸੁਖ ਲੈਂਦੇ ਐ। ਸ਼ਸਤਰ ਉਤਾਰ ਗੁਰੂ ਅਕਲੰਕਾ, ਗਰੀਬ ਨਵਾਜ ਕਲੰਕ ਤੋਂ ਰਹਿਤ ਧੰਨ ਗੁਰੂ ਹਰਗੋਬਿੰਦ ਸਾਹਿਬ ਦੀਆਂ ਸਾਰੇ ਸ਼ਸਤਰ ਜਿਹੜੇ ਐ ਉਤਾਰ ਕੇ ਸਰਾਣੇ ਰੱਖ ਲਏ ਹਨ। ਦੋਏ ਘਟਿਕਾ ਲਗ ਸੁਖ ਮਹਿ ਆਏ, ਤੇ 2 ਘੜੀ ਤੱਕ ਸੱਚੇ ਪਾਤਸ਼ਾਹ ਜੀ ਸੁਖ ਚ ਆ ਗਏ, ਭਾਵ 2 ਕੁ ਘੜੀਆਂ ਦੁਪਹਿਰੇ ਮਹਾਰਾਜ ਜੀ ਬਰਾਜ ਗਏ ਹਨ। ਬਾਹਰ ਉੱਠੇ ਲੋਚਨ ਬਿਕਸਾਏ, ਫਿਰ ਮਹਾਰਾਜ 2 ਘੜੀਆਂ ਸਤਸੰਗ ਜੀ ਕੋ ਪੌਣਾ ਕੁ ਘੰਟਾ ਬਣਦਾ, 48-50 ਮਿੰਟ, ਇੰਨਾ ਕੁ ਸਮਾਂ ਦੁਪਹਿਰੇ ਬਰਾਜ ਕੇ ਸੱਚੇ ਪਾਤਸ਼ਾਹ ਜੀ ਉੱਠ ਖੜੇ ਹੋਏ ਐ। ਨੇਤਰ ਉਘੇੜੇ ਪਾਤਸ਼ਾਹ ਜੀਆਂ ਨੇ, ਕਰਹਿ ਅਖੇਰ ਬ੍ਰਿਤ ਕੀ ਲੀਲਾ, ਫਿਰ ਮਹਾਰਾਜ ਤਿਆਰ ਬਰ ਤਿਆਰ ਹੋ ਕਰਕੇ ਸ਼ਾਸਤਰ ਪਹਿਨ ਕੇ ਘੋੜੇ ਤੇ ਚੜ੍ਹ ਕੇ ਮਹਾਰਾਜ ਜੀ ਫਿਰ ਇੱਥੋਂ ਤੁਰ ਪਏ ਹੈ ਗੁਰੂ ਕੇ ਮਹਿਲ ਤੋਂ, ਤੇ ਬਾਹਰ ਨੂੰ ਗਏ ਹੈ, ਭਾਵ ਉਜਾੜ ਵਾਲੇ ਪਾਸੇ ਬਿਰਤੀ ਕਰਕੇ ਸ਼ਿਕਾਰ ਖੇਡਣ ਵਾਸਤੇ, ਕੌਤਕ ਕਰਨ ਵਾਸਤੇ ਚੜ੍ਹ ਗਏ ਹਨ। ਧਰਹਿ ਸ਼ਸਤਰ ਕਰ ਅੰਗ ਛਬੀਲਾ, ਹਜ਼ੂਰ ਦਾ ਛਬੀਲਾ ਸ਼ਬਦ ਦਾ ਈਲਾ ਨਾਮ ਘਰ ਦਾ, ਸੋਭਾ ਦਾ ਘਰ ਹੀ ਸਰੀਰ ਹੈ। ਮਾਨੋ ਸਰੀਰ ਕਾਹਦਾ, ਮਹਾਰਾਜ ਦਾ ਸਰੂਪ ਕਾਹਦਾ, ਕਵੀ ਜੀ ਕਹਿੰਦੇ ਸੋਭਾ ਦਾ ਘਰ ਹੀ ਬਣਿਆ ਹੋਇਆ। ਸ਼ਾਸਤਰ ਬਾਸਤਰ ਪਹਿਨ ਕਰਕੇ ਸੱਚੇ ਪਾਤਸ਼ਾਹ ਜੀ ਐਨ ਤਿਆਰ ਬਰ ਤਿਆਰ ਹੋ ਕੇ ਸ਼ਿਕਾਰ ਖੇਡਣ ਚੜ੍ਹ ਬੈਠੇ ਹਨ। ਆਏ ਅਕਾਲ ਤਖਤ ਪਰ ਸੋ ਹੈ, ਪਹਿਲਾਂ ਜਾਣ ਤੋਂ ਸੱਚੇ ਪਾਤਸ਼ਾਹ ਜੀ ਫਿਰ ਇੱਕ ਵਾਰੀ ਅਕਾਲ ਤਖਤ ਸਾਹਿਬ ਦੇ ਪਾਵਨ ਸਥਾਨ ਤੇ ਸਿੰਘਾਸਣ ਤੇ ਜਾ ਵੀਰ ਆਸਣ ਲਾ ਬੈਠੇ ਐ। ਲੱਗਾ ਹੈ ਦੀਵਾਨ ਪਿਖ ਹੈ ਮਨ ਮੋਹ ਹੈ, ਤੇ ਮਗਰਲੇ ਪੈਰ ਫੇਰ ਦੀਵਾਨ ਸਜਿਆ ਪਾਤਸ਼ਾਹ ਦਾ। ਬੇਅੰਤ ਸੰਗਤਾਂ ਮਹਾਰਾਜ ਦੇ ਦਰਸ਼ਨ ਕਰਦੀਆਂ, ਹਜ਼ੂਰ ਦਾ
ਸੁੰਦਰ ਸਰੂਪ ਸੰਗਤਾਂ ਦਾ ਮਨ ਮੋਹ ਰਿਹਾ ਹੈ। ਸੋਦਰ ਚੌਂਕੀ ਸ਼ਬਦ ਸੁਨੰਤੇ। ਤੋ ਸੰਧਿਆ ਸਮਾਂ ਸਾਧ ਸੰਗੀ ਹੋਇਆ, ਸੋਦਰ ਰਹਿਰਾ ਸਾਹਿਬ ਦੇ ਜਾਪ ਹੋਏ ਹੈ। ਸੋਦਰ ਦੀ ਚੌਂਕੀ ਕੀਰਤਨ ਮਹਾਰਾਜ ਨੇ ਸਾਰਾ ਸੁਣਿਆ ਹੈ। ਸੰਗਤ ਆਏ ਰੂਪ ਦਰਸ਼ਨ ਤੇ। ਸੰਧਿਆ ਸਮੇਂ ਜਿਹੜੀਆਂ ਕੋ ਸੰਗਤਾਂ ਪਿੱਛੇ ਰਹਿ ਗਈਆਂ ਸਨ, ਉਹ ਗਰੀਬ ਨਵਾਜ ਦੇ ਦਰਸ਼ਨ ਕਰ ਕਰਕੇ ਨਿਹਾਲ ਹੋ ਰਹੀਆਂ ਹਨ। ਬਾਹਰ ਜਾਏ ਨਿਜ ਮਹਿਲ ਮਝਾਰਾ। ਜਦੋਂ ਰਾਤ ਹੋ ਗਈ, ਪਾਤਸ਼ਾਹ ਜੀ ਫਿਰ ਆਪਣੇ ਘਰ ਗੁਰੂ ਕੇ ਮਹਿਲ ਮਾਤਾ ਗੰਗਾ ਜੀ ਪਾਸ ਪਹੁੰਚ ਗਏ ਹੈ। ਅਨੇਕ ਸਵਾਦ ਕੀ ਅਚਹਿ ਆਹਾਰਾ। ਮਾਤਾ ਗੰਗਾ ਜੀ ਪੁੱਤਰ ਦੀ ਸੇਵਾ ਗੁਰੂ ਜਾਣ ਕੇ ਕਰਦੇ ਹੈ। ਬੇਅੰਤ ਤਰ੍ਹਾਂ ਦੇ ਸੁੰਦਰ ਪ੍ਰਸ਼ਾਦਾ 36 ਪ੍ਰਕਾਰ ਦੇ ਭੋਜਨ ਤਿਆਰ ਕਰਕੇ ਹਜ਼ੂਰ ਦੇ ਅੱਗੇ ਥਾਲ ਪਰੋਸਿਆ। ਸੱਚੇ ਪਾਤਸ਼ਾਹ ਜੀ ਆਨੰਦ ਸਹਿਤ ਪ੍ਰਸ਼ਾਦਾ ਗੱਫਾ ਪਾਣੀ ਛਕਿਆ ਰਾਤ ਵੇਲੇ। ਜਾਮ ਗਏ ਜਾਮਣ ਸੁਪਤਾਵੈ। ਤੇ ਇੱਕ ਪਹਿਰ ਰਾਤ ਗਈ ਤੋਂ ਭਾਵ ਜਿਵੇਂ 9 ਕੁ ਵੱਜ ਜਾਂਦੇ ਨਾ, ਇਹ ਪਹਿਰ ਰਾਤ ਲੰਘ ਗਈ ਤੋਂ ਬਾਅਦ ਸੱਚੇ ਪਾਤਸ਼ਾਹ ਜੀ ਬਰਾਜ ਗਏ ਹਨ। ਰਹੇ ਜਾਮ ਉੱਠ ਸੌਚ ਨਹਾਵੈ। ਤੇ ਜਦੋਂ ਇੱਕ ਪਹਿਰ ਰਾਤ ਰਹਿ ਗਈ, ਅੰਮ੍ਰਿਤ ਵੇਲਾ ਜਿਵੇਂ ਕੋ 3 ਵੱਜ ਜਾਂਦੇ ਆ, ਇੱਕ ਪਹਿਰ ਰਾਤ ਗਈ ਤੋਂ ਬਾਅਦ ਬਰਾਜਦੇ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ। ਤੇ ਜਦੋਂ ਇੱਕ ਪਹਿਰ ਰਾਤ ਮਗਰ ਰਹਿ ਜਾਂਦੀ ਦਿਨ ਚੜ੍ਹਨ ਵਿੱਚ, ਉਦੋਂ ਵੱਡੇ ਤੜਕੇ ਪਾਤਸ਼ਾਹ ਜੀ ਉੱਠ ਪੈਂਦੇ ਅੰਮ੍ਰਿਤ ਵੇਲੇ। ਇਸ਼ਨਾਨ ਪਾਣ ਸ਼ੌਚਾ ਚਾਰ ਕਿਰਿਆ ਸੋਧ ਲੈਂਦੇ ਐ। ਇਸ ਵਿਦ ਕਰ ਹੈ ਨਿਤ ਬਿਵਹਾਰੂ। ਤੋ ਕਵੀ ਜੀ ਕਹਿੰਦੇ ਮਹਾਰਾਜ ਦੀ ਨਿਤ ਕਿਰਿਆ ਵੀ ਪਹਿਰ ਰਾਤ ਰਹਿੰਦੇ ਆ ਬਰਾਜਦੇ ਆ, ਪਹਿਰ ਰਾਤ ਜਾਣ ਤੋਂ ਬਾਅਦ ਬਰਾਜਦੇ ਆ, ਤੇ ਪਹਿਰ ਰਾਤ ਰਹਿੰਦਿਆਂ ਦਿਨ ਚੜ੍ਹਨ ਤੇ ਸੱਚੇ ਪਾਤਸ਼ਾਹ ਜੀ ਉੱਠ ਕੇ ਇਸ਼ਨਾਨ ਪਾਣ ਕਰ ਲੈਂਦੇ, ਤਿਆਰ ਬਰ ਤਿਆਰ ਹੋ ਜਾਂਦੇ ਆ। ਸੱਚੇ ਪਾਤਸ਼ਾਹ ਦੀ ਨਿਤ ਦੀ ਕਿਰਿਆ ਇਸ ਤਰ੍ਹਾਂ ਹੈ। ਦਿਨ ਪ੍ਰਤ ਬਲੀ ਹੋਤ ਦੁਤ ਚਾਰੂ। ਦਿਨ ਬਰ ਦਿਨ ਮਹਾਰਾਜ ਜੀ ਬਲੀ ਹੁੰਦੇ ਜਾਂਦੇ ਆ, ਸਰੀਰ ਹੋਰ ਤਿਆਰ ਬਰ ਤਿਆਰ ਤੇ ਭਾਰੀ ਹੋਈ ਜਾਂਦਾ, ਬਲ ਵਾਲਾ ਸੋਭਾ ਵੱਧਦੀ ਜਾਂਦੀ ਸੁੰਦਰ। ਮਾਝੇ ਦੁਆਬੇ ਦੇ ਸਮਝਾਰੀ। ਇਧਰ ਗੁਰੂ ਹਰਗੋਬਿੰਦ ਸਾਹਿਬ ਨੇ ਜਦੋਂ ਇਹੋ ਜਿਹੇ ਕੌਤਕ ਰਚੇ, ਸਾਧ ਸੰਗਤ ਦੀ ਫੌਜ ਭਰਤੀ ਕਰਨ ਦਾ ਐਲਾਨ ਕਰ ਦਿੱਤਾ। ਸ਼ਸਤਰ ਜੋੜ ਲੈ, ਮਾਇਆ ਜੋੜ ਲਈ, ਨਾਲ ਘੋੜੇ ਜੋੜ ਲੈ, ਤਬੇਲੇ ਭਰ ਗਏ ਐ, ਦਾਣਾ ਫੱਕਾ ਵੀ ਆਉਣ ਲੱਗ ਪਿਆ ਸੰਗਤਾਂ ਵੱਲੋਂ। ਤੋ ਸਾਰੇ ਦੇਸ਼ਾਂ ਵਿਦੇਸ਼ਾਂ ਵਿੱਚ, ਮਾਝੇ ਦੁਆਬੇ ਇਹਨਾਂ ਦੇਸ਼ਾਂ ਵਿੱਚ, ਬਾਹਰ ਅੰਦਰ ਸਭ ਪਾਸੇ ਇਹ ਗੱਲ ਪ੍ਰਚਲਿਤ ਹੋ ਗਈ ਹੈ, ਸਭ ਪਾਸੇ ਇਹ ਗੱਲ ਫੈਲ ਗਈ ਹੈ। ਸੁਧ ਪਸਰੀ ਸਤਿਗੁਰ ਕੀ ਸਾਰੀ। ਵੀ ਗੁਰੂ ਹਰਗੋਬਿੰਦ ਸਾਹਿਬ ਨੇ ਜਿਹੜੇ ਕੌਤਕ ਕੀਤੇ ਨਾ, ਤਖਤ ਤੇ ਬਹਿੰਦਿਆਂ ਬਹਿੰਦਿਆਂ ਵੀ ਫੌਜ ਭਰਤੀ ਕਰਨ ਦਾ ਐਲਾਨ ਕਰ ਦੇਣਾ, ਅਸੀਂ ਸੂਰਮੇ ਰੱਖਾਂਗੇ, ਸ਼ਾਸਤਰ ਰੱਖਣੇ ਆਰੰਭ ਕਰ ਦਿੱਤੇ। ਮਾਲਾ ਛੇਲੀ ਟੋਪੀ ਜਿਹੜੀ ਹੈ ਉਹ ਤਾਂ ਜਿਹੜੀ ਮੰਜੀ ਸਾਹਿਬ ਆ ਗੁਰੂ ਗ੍ਰੰਥ ਸਾਹਿਬ ਬਾਰੇ ਨੂੰ ਦੇ ਦੇਣਾ, ਤੇ ਜਿਹੜੀ ਮਾਲਾ ਸੇਲੀ ਹੈ ਇਹ ਬੇਦੀਆਂ ਨੂੰ ਦੇ ਦੇਣੀ, ਬਾਬਾ ਸ਼੍ਰੀ ਚੰਦਕਿਆਂ ਨੂੰ। ਟੋਪੀ ਸਾਧਾਂ ਨੂੰ ਮਹਾਰਾਜ ਨੇ ਬਖਸ਼ ਦਿੱਤੀ। ਤੋ ਇਹ ਮਹਾਰਾਜ ਨੇ ਸ਼ਾਸਤਰ ਗ੍ਰਹਿਣ ਕਰ ਲਏ, ਮੀਰੀ ਪੀਰੀ ਦੀਆਂ ਤਲਵਾਰਾਂ ਪਹਿਨ ਲਈਆਂ। ਮੀਰਾਂ ਦੀ ਮੀਰੀ ਖੋਹ ਲਵਾਂਗੇ, ਪੀਰਾਂ ਦੀ ਪੀਰੀ ਖੋਹ ਲਵਾਂਗੇ। ਜਿਹੜਾ ਗੁਰੂ ਨਾਨਕ ਪਾਤਸ਼ਾਹ ਦੇ ਇਸ ਤਖਤ ਦੀ ਤਾਬਿਆ ਨਾ ਰਹੇਗਾ, ਅੜੇਗਾ, ਮੱਥਾ ਲਾਏਗਾ, ਜ਼ੁਲਮ ਦਾ ਨਾਸ਼ ਕਰਾਂਗੇ। ਇਸ ਤਰ੍ਹਾਂ ਦੇ ਕੌਤਕ ਫਿਰ ਗੱਦੀ ਛੱਡ ਕੇ ਮਹਾਰਾਜ ਤਖਤ ਤੇ ਜਾ ਸਜੇ ਹੈ, ਵੀਰ ਆਸਣ ਲਾ ਕੇ ਬਹਿੰਦੇ ਆ, ਤਿਆਰ ਬਰ ਤਿਆਰ ਸ਼ਾਸਤਰ ਪਹਿਨ ਕੇ ਬਹਿੰਦੇ ਆ, ਸਜਦੇ ਆ। ਇਹ ਗੱਲ ਦੇਸ਼ਾਂ ਵਿਦੇਸ਼ਾਂ ਵਿੱਚ ਫੈਲ ਗਈ। ਮਾਝੇ ਦੁਆਬੇ ਵਿੱਚ ਘਰ ਘਰ ਇਹ ਗੱਲਾਂ ਹੁੰਦੀਆਂ ਹਨ। ਭਏ ਸ਼ਸਤਰ ਧਾਰੀ ਬਲ ਭਾਰੀ। ਸੰਗਤ ਗੱਲਾਂ ਕਰਦੀ ਸਾਰੀ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤਾਂ ਸ਼ਸਤਰ ਧਾਰੀ ਹੋ ਗਏ ਹੈ, ਬੜਾ ਭਾਰੀ ਬਲ ਧਾਰ ਲਿਆ ਉਹਨਾਂ ਨੇ। ਸੈਨ ਸਕੇਲਣ ਕਰਤ ਉਚਾਰੀ। ਤੇ ਉਹਨਾਂ ਨੇ ਹੁਕਮ ਕਰ ਦਿੱਤਾ ਵੀ ਅਸੀਂ ਛੇਤੀ ਸੈਨਾ ਤਿਆਰ ਕਰਾਂਗੇ, ਫੌਜ ਭਰਤੀ ਕਰਾਂਗੇ। ਸੁਣ ਦੋਨਾਂ ਦੇਸ਼ਣ ਕੇ ਜੋਧਾ। ਇਹ ਗੱਲ ਮਹਾਰਾਜ ਦੇ ਸੁਣ ਕੇ ਮਾਝੇ ਤੇ ਦੁਆਬੇ ਦੇ ਜਿੰਨੇ ਯੋਧੇ ਜਰਨੈਲ ਹਨ, ਕੋਈ ਚੰਗੇ ਤਗੜੇ ਸਰੀਰਾਂ ਵਾਲੇ ਸੂਰਮੇ ਹੱਟੇ ਕੱਟੇ ਗੱਭਰੂ ਸਨ। ਲਰਹਿ ਮਰਹਿ ਮਾਰਹਿ ਧਰ ਕ੍ਰੋਧਾ। ਉਹਨਾਂ ਨੇ ਮਨ ਵਿੱਚ ਵਿਚਾਰਿਆ ਵੀ ਅਸੀਂ ਲੜਾਂਗੇ ਗੁਰੂ ਹਰਗੋਬਿੰਦ ਸਾਹਿਬ ਦੀ ਕਮਾਂਡ ਵਿੱਚ, ਜਾਂ ਮਰ ਜਾਵਾਂਗੇ ਜਾਂ ਮਾਰਾਂਗੇ ਦੁਸ਼ਟਾਂ ਨੂੰ, ਤੇ ਵੀਰ ਰਸ ਧਾਰਨ ਕਰਾਂਗੇ। ਇਕੱਠੇ ਹੋਏ 400 ਸੂਰ। 400 ਸਾਧ ਸੰਗਤ ਦੀ ਮੁੱਛ ਫੁੱਟ ਲੰਮੇ ਚੌੜੇ ਗੱਭਰੂ ਮਾਝੇ ਤੇ ਦੁਆਬੇ ਦੀ ਧਰਤੀ ਚੋਂ ਇਕੱਠੇ ਹੋ ਕਰਕੇ ਸਾਰੇ। ਹੇਤ ਜੀਵਕਾ ਆਏ ਹਦੂਰ। ਵੀ ਨਾਲੇ ਚੱਲ ਨੌਕਰੀ ਮਿਲ ਜਾਵੇਗੀ, ਨੌਕਰੀ ਚਾਹੀਦੀ ਹੈ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਾਸ ਅੰਮ੍ਰਿਤਸਰ ਸਾਹਿਬ ਪਹੁੰਚ ਗਏ 400 ਸਿਰਲੱਥ ਸੂਰਮਾ, ਜਿਹੜਾ ਪੂਰੀ ਚੜ੍ਹਦੀ ਜਵਾਨੀ ਉਮਰ ਹੈ, ਚੰਗੇ ਤਗੜੇ ਭਾਰੇ ਸਰੀਰ ਹੈ, ਮਾਝੇ ਤੇ ਦੁਆਬੇ ਦੇ ਨੌਜਵਾਨ ਗੱਭਰੂ।
ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੀ ਫੌਜ ਵਿੱਚ ਭਰਤੀ ਹੋਣ ਵਾਸਤੇ ਆਣ ਪਹੁੰਚੇ ਹਨ। ਥਿਰੇ ਤਖਤ ਪਰ ਸਤਿਗੁਰ ਹੇਰੇ। ਤੇ ਆਉਂਦਿਆਂ ਸਾਰ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕੀਤੇ। ਤਖਤ ਸਾਹਿਬ ਉੱਪਰ ਮਹਾਰਾਜ ਵੀਰ ਆਸਣ ਲਾ ਕੇ ਸਜੇ ਹੋਏ ਐ। ਸਭ ਹਿਨ ਬੰਧਨ ਕਰ ਤਿਸ ਬੇਰੇ। ਇਹ 400 ਨੌਜਵਾਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ, ਬੰਦਨਾ ਕੀਤੀ ਵੈ। ਬੈਠੇ ਨਹੀਂ ਖਰੇ ਸਭ ਰਹੇ। ਇਹ ਬੈਠੇ ਨਹੀਂ ਮਹਾਰਾਜ ਦੇ ਉੱਥੇ ਸੰਗਤ ਵਿੱਚ, ਖੜੇ ਹੀ ਰਹੇ ਹਨ ਸਤਿਗੁਰਾਂ ਦੇ ਅੱਗੇ ਹੱਥ ਬੰਨ੍ਹ ਕਰਕੇ। ਪਿਖ ਸ੍ਰੀ ਹਰਗੋਬਿੰਦ ਬਚ ਕਹੇ। ਜਦੋਂ ਕੁਝ ਸਮਾਂ ਨਾ ਬੈਠੇ, ਇਹਨਾਂ ਨੂੰ ਖੜਿਆਂ ਵੇਖ ਕੇ ਸਤਿਗੁਰੂ ਪਾਤਸ਼ਾਹ ਜੀਆਂ ਨੇ ਬਚਨ ਕੀਤਾ ਹੈ। ਅਹੈ ਕੌਣ ਇਨ ਬੂਝਨ ਕਰੋ। ਭਾਈ ਗੁਰਦਾਸ ਜੀ ਜਰਾ ਪੁੱਛੋ ਇਹ ਕੌਣ ਹੈ? 400 ਦੇ ਲਾਗੇ ਜਾਂ ਕਿੰਨਾ ਨੌਜਵਾਨ ਇਕੱਠਾ ਹੋਇਆ ਹੈ, ਇਹ ਕੌਣ ਹੈ? ਜਰਾ ਪੁੱਛੋ ਕਿੱਥੋਂ ਆਏ ਹਨ? ਤੁਹਾਡੇ ਕੌਣ ਮਨੋਰਥ ਧਰੋ। ਇਹਨਾਂ ਨੇ ਕੀ ਇੱਛਾ ਧਾਰੀ ਜਿਹੜੇ ਬਹਿੰਦੇ ਨਹੀਂ ਸੰਗਤ ਵਿੱਚ, ਇਹ ਖੜੇ ਕਿਉਂ ਹੋਏ ਹੈ? ਜਰਾ ਪੁੱਛੋ ਇਹਨਾਂ ਨੂੰ ਕਿੱਥੋਂ ਆਏ, ਕੀ ਲੈਣ ਆਏ ਹੈ, ਕੀ ਮਨ ਵਿੱਚ ਇੱਛਾ ਹੈ? ਜਾਏ ਮੇਵਰੇ ਬੂਝਣ ਕੀਨੇ। ਭਾਈ ਗੁਰਦਾਸ ਜੀ ਜਾਂ ਕੋਈ ਅਰਦਾਸੀ ਗੁਰਮੁਖ ਪਿਆਰੇ ਸਿੱਖ ਨੇ ਜਾ ਕੇ ਇਹਨਾਂ ਨੌਜਵਾਨਾਂ ਨੂੰ ਪੁੱਛਿਆ ਹੈ। ਕੌਣ ਦੇਸ਼ ਤੇ ਆਏ ਨਵੀਨੇ। ਭਾਈ ਨੌਜਵਾਨੋ ਕਿਹੜਾ ਦੇਸ਼ ਹੈ ਤੁਹਾਡਾ, ਕਿੱਥੋਂ ਆਏ ਹੋ, ਕਿਸ ਇਲਾਕੇ ਚੋਂ ਆਏ ਹੋ? ਠਾਡੇ ਰਹੋ ਠਾਡੇ ਰਹੇ ਕਹਾਓ ਨਿਜ ਕਾਜਾ। ਅੱਗੇ ਕਦੇ ਨਹੀਂ ਤੁਸੀਂ ਇੱਥੇ ਆਏ, ਨਵੇਂ ਆਏ ਹੋ ਤੇ ਖੜੇ ਕਿਉਂ ਹੋ, ਸੰਗਤ ਵਿੱਚ ਕਿਉਂ ਨਹੀਂ ਬਹਿੰਦੇ? ਤੁਹਾਡੇ ਮਨ ਦਾ ਸੰਕਲਪ ਕੀ ਹੈ? ਕੀ ਇੱਛਾ ਧਾਰ ਕੇ, ਕੀ ਫੁਰਨਾ ਲੈ ਕੇ ਇਸ ਗੁਰੂ ਨਾਨਕ ਪਾਤਸ਼ਾਹ ਦੇ ਘਰ ਆਏ ਹੋ? ਪੂਛਤ ਆਪ ਗਰੀਬ ਨਿਵਾਜਾ। ਤੋ ਗੁਰੂ ਹਰਗੋਬਿੰਦ ਸਾਹਿਬ ਗਰੀਬ ਨਵਾਜ ਪਾਤਸ਼ਾਹ ਨੇ ਤੁਹਾਨੂੰ ਪੁੱਛਣਾ ਕੀਤਾ। ਮੈਂ ਪੁੱਛਦਾ ਹਾਂ, ਸਤਿਗੁਰੂ ਕਹਿੰਦੇ ਪੁੱਛੋ ਇਹਨਾਂ ਨੂੰ ਕੀ ਲੈਣ ਆਏ, ਕਿੱਥੋਂ ਆਏ ਹਨ? ਹਾਥ ਜੋਰ ਕਰ ਦੀਨ ਸੁਨਾਏ। ਉਹਨਾਂ ਨੌਜਵਾਨਾਂ ਨੇ ਇਸ ਮੇਵੜੇ ਸਿੱਖ ਨੂੰ, ਅਰਦਾਸੀਏ ਨੂੰ ਹੱਥ ਜੋੜ ਕੇ ਸਾਰਾ ਬਚਨ ਸੁਣਾ ਦਿੱਤਾ ਹੈ। ਹੇਤ ਜੀਵ ਕਾ ਹਮ ਚੱਲ ਆਏ। ਵੀ ਅਸੀਂ ਸੰਸਾਰ ਵਿੱਚ ਜਿਨ੍ਹਾਂ ਨੂੰ ਨਿਰਾਦਰ ਕੀਤਾ ਜਾਂਦਾ ਹੈ ਸਮੇਂ ਦੀਆਂ ਹਕੂਮਤਾਂ ਵੱਲੋਂ, ਤੇ ਅਸੀਂ ਉਪਜੀਵਕਾ ਵਾਸਤੇ, ਨੌਕਰੀ ਵਾਸਤੇ ਗੁਰੂ ਪਾਤਸ਼ਾਹ ਦੇ ਘਰ ਆਏ ਹਾਂ। ਦੋਨਾਂ ਦੇਸ਼ਣ ਕੇ ਹਮ ਵਾਸੀ। ਆ ਕੁਝ ਗੱਭਰੂ ਨੌਜਵਾਨ ਮਾਝੇ ਦੇ ਆ ਤੇ ਕੋਈ ਦੁਆਬੇ ਦੇ, ਅਸੀਂ ਮਾਝੇ ਤੇ ਦੁਆਬੇ ਚੋਂ ਆਏ ਹਾਂ। ਚਾਹਤ ਹਿਰਦੇ ਰਹਿਣ ਗੁਰ ਪਾਸੀ। ਤੇ ਅਸੀਂ ਹਿਰਦੇ ਵਿੱਚ ਇੱਛਾ ਕੀਤੀ ਵੀ ਸਾਨੂੰ ਨੌਕਰੀ ਮਿਲੇ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਫੌਜ 'ਚ ਭਰਤੀ ਹੋਈ। ਅਸੀਂ ਸੁਣਿਆ ਵੀ ਮਹਾਰਾਜ ਫੌਜ ਭਰਤੀ ਕਰ ਰਹੇ ਆ, ਅਸੀਂ ਪਾਤਸ਼ਾਹ ਦੇ ਘਰ ਭਰਤੀ ਹੋਣ ਵਾਸਤੇ ਆਏ ਹਾਂ। ਆਣ ਹਜੂਰ ਕਰੀ ਅਰਦਾਸ। ਸਿੱਖ ਨੇ ਸਾਰੀ ਗੱਲਬਾਤ ਇਹਨਾਂ ਦੀ ਹਜ਼ੂਰ ਪਾਤਸ਼ਾਹ ਨੂੰ ਆਣ ਦੱਸੀ ਹੈ। ਬਿਤ ਹਿਤ ਚਹਤ ਰਹਿਤ ਤੁਮ ਪਾਸ। ਇਹ ਪਾਤਸ਼ਾਹ ਇਹ ਉਪਜੀਵਕਾ ਚਾਹੁੰਦੇ ਆ, ਨੌਕਰੀ ਲੈਣ ਵਾਸਤੇ ਤੁਸੀਂ ਜੋ ਐਲਾਨ ਕੀਤਾ ਉਹ ਸੁਣ ਕੇ ਤੁਹਾਡੀ ਫੌਜ ਵਿੱਚ ਭਰਤੀ ਹੋਣ ਵਾਸਤੇ ਆਏ ਹੈ। ਕਹਿੰਦੇ ਤੁਹਾਡੇ ਪਾਸ ਹੀ ਰਹਾਂਗੇ। ਤਬ ਸਤਿਗੁਰ ਨੇ ਸਭ ਵਿਦ ਜਾਨੀ। ਤੋ ਸਾਰੀ ਵਿਧੀ ਜਾਣ ਕੇ, ਇਹਨਾਂ ਦੇ ਆਉਣ ਦਾ ਕਾਰਨ ਜਾਣ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਜਨਮ ਧਰਿਓ ਸੁਰ ਗਣ ਜਗ ਆਨੀ। ਤੇ ਮਹਾਰਾਜ ਨੇ ਸਾਰੀ ਪਿਛਲੀ ਕਥਾ ਜਾਣ ਲਈ, ਗੱਲਬਾਤ ਜਾਣ ਲਈ ਹੈ ਵੀ ਉਹੀ ਇਹ ਨੌਜਵਾਨ ਗੱਭਰੂ ਦੇਵਤੇ ਹੈ। ਤੁਸੀਂ ਕਥਾ ਸੁਣੀ ਸਾਧ ਸੰਗਤ ਜੀ, ਜਦੋਂ ਗੁਰੂ ਹਰਗੋਬਿੰਦ ਸਾਹਿਬ 4-5 ਵਰ੍ਹਿਆਂ ਦੇ ਸਨ ਨਾ, 3 ਕੁ ਵਰ੍ਹਿਆਂ ਦੇ ਕਹਿ ਲਓ, ਗੁਰੂ ਕੀ ਵਡਾਲੀ ਦੀ ਇਹ ਸਾਖੀ ਹੈ। ਇੱਕ ਦਿਨ ਰਾਤ ਸੱਚੇ ਪਾਤਸ਼ਾਹ ਜੀ ਮਾਤਾ ਗੰਗਾ ਜੀ ਦਾ ਪਲੰਘਾ ਛੱਡ ਕੇ ਤੇ ਵਿਹੜੇ ਵਿੱਚ ਆ ਗਏ ਸਨ। ਤੇ ਇਹਨਾਂ ਨੂੰ ਵਿਹੜੇ ਵਿੱਚ ਆਇਆ ਹੋਇਆਂ ਦੇਵੀ ਦੇਵਤੇ ਜਿਹੜੇ ਹੈ, ਕੋਈ ਸੂਰਮੇ, ਜਤੀ, ਸਤੀ, ਤਪੀ, ਕੋਈ ਸਿੱਧ, ਉਹ ਸਾਰੇ ਮਹਾਰਾਜ ਦੇ ਦਰਸ਼ਨ ਕਰਨ ਆਏ ਸੀ ਇੱਥੇ ਵਡਾਲੀ। ਮਹਾਰਾਜ ਨੂੰ ਪੂਜਿਆ, ਕੇਸਰ ਛਿੜਕਦੇ ਆ ਸੱਚੇ ਪਾਤਸ਼ਾਹ ਤੇ ਫੁੱਲ ਛਿੜਕਦੇ ਆ, ਚਰਨੀ ਹੱਥ ਲਾਉਂਦੇ, ਰਜ ਰਜ ਮਨਾਉਂਦੇ, ਆਰਤੀ ਉਤਾਰਦੇ ਆ, ਕਿਉਂਕਿ ਪਰਮੇਸ਼ਰ ਨੇ ਅਵਤਾਰ ਧਾਰਿਆ ਨਾ ਧਰਤੀ ਤੇ। ਮਹਾਰਾਜ ਦੇ ਦਰਸ਼ਨ ਕੀਤੇ। ਉੱਥੇ ਫਿਰ ਜੋਗਣੀਆਂ ਨੇ ਮਹਾਰਾਜ ਨੂੰ ਬੇਨਤੀ ਕੀਤੀ ਵੀ ਬੜਾ ਸਮਾਂ ਹੋ ਗਿਆ, ਕੋਈ ਧਰਮ ਦਾ ਯੁੱਧ ਨਹੀਂ ਹੋਇਆ, ਸਤਯੁਗ ਦੇ ਸਮੇਂ ਦੀਆਂ ਅਸੀਂ ਪਿਆਸੀਆਂ ਹਾਂ। ਮਹਾਰਾਜ ਨੇ ਫਿਰ ਬਚਨ ਕੀਤਾ ਸੀ 5 ਵਰ੍ਹਿਆਂ ਦੀ ਉਮਰ 'ਚ ਵੀ ਵੱਡੇ ਹੋ ਕੇ ਗੱਭਰੂ ਅਸੀਂ ਤੇ ਜੰਗ ਯੁੱਧ ਮਚਾਵਾਂਗੇ, ਧਰਮ ਦਾ ਯੁੱਧ ਕਰਾਂਗੇ, ਸਾਰਿਆਂ ਦੀ ਇੱਛਾ ਪੂਰੀ ਕਰਾਂਗੇ। ਦੇਵਤੇ ਕਹਿੰਦੇ ਮਹਾਰਾਜ ਸਾਡੀ ਵੀ ਇੱਛਾ ਪੂਰੀ ਕਰੋ, ਅਸੀਂ ਵੀ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਈਏ। ਪਾਤਸ਼ਾਹ ਕਹਿੰਦੇ ਫਿਰ ਹੁਣੇ ਸਮਾਂ ਹੈ, ਇਸੇ ਭਾਰਤ ਵਰਸ਼ ਅੰਦਰ ਜਾਂ ਬਾਹਰ ਅੰਦਰ ਧਰਤੀ ਤੇ ਮਨੁੱਖਾ ਜਾਮੇ ਧਾਰ ਲਓ, ਤੇ ਜਦੋਂ ਅਸੀਂ ਫੌਜ ਤਿਆਰ ਕਰਾਂਗੇ ਤੇ ਉਹਦੇ ਵਿੱਚ ਆ ਕੇ ਸ਼ਾਮਲ ਹੋ ਜਾਣਾ, ਤੁਹਾਡਾ ਵੀ ਜਨਮ ਅਸੀਂ ਸਫਲਾ ਕਰ ਦਿਆਂਗੇ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਸੱਚੇ ਪਾਤਸ਼ਾਹ ਜੀ ਸਭ ਦੀਆਂ ਇੱਛਾ ਪੂਰੀਆਂ ਕਰਨ ਵਾਲੇ ਹੈ।
ਤੋ ਮਹਾਰਾਜ ਨੂੰ ਇਹਨਾਂ ਬੇਨਤੀ ਕੀਤੀ, ਮਹਾਰਾਜ ਧਰਮ ਦੇ ਯੁੱਧ ਵਿੱਚ ਸਾਨੂੰ ਵੀ ਚਾਅ ਹੈ ਲੜਨ ਦਾ। ਤੋ ਪਾਤਸ਼ਾਹ ਕਹਿੰਦੇ ਵੀ ਦੇਵਤਿਆਂ ਦਾ ਸਰੂਪ ਛੱਡ ਕੇ ਮਨੁੱਖਾ ਜਾਮੇ ਧਾਰ ਲਓ, ਤੇ ਜਦੋਂ ਅਸੀਂ ਜੰਗ ਯੁੱਧ ਦੀ ਐਲਾਨ ਕਰਾਂਗੇ ਤੇ ਉਦੋਂ ਫੌਜ 'ਚ ਭਰਤੀ ਹੋ ਜਾਣਾ ਆ ਕੇ। ਜਿੰਨੀ ਗੁਰੂ ਹਰਗੋਬਿੰਦ ਸਾਹਿਬ ਦੀ ਫੌਜ ਸੀ, ਸਾਧ ਸੰਗਤ ਜੀ, ਦੇਵਤੇ ਤਰਸਦੇ ਸੀ ਮਹਾਰਾਜ ਦੀ ਫੌਜ ਵਿੱਚ ਭਰਤੀ ਹੋਣ ਨੂੰ। ਤੋ ਉਹੀ ਮਹਾਰਾਜ ਨੇ ਜਾਣ ਲਿਆ ਵੀ ਇਹ ਤਾਂ ਉਹੀ ਦੇਵੀ ਦੇਵਤੇ ਹੈ ਜਿਹੜੇ ਮਨੁੱਖਾਂ ਦੇ ਹੀ ਹੁਣ ਧਾਰ ਧਾਰ ਕੇ ਸਾਡੀ ਫੌਜ ਵਿੱਚ ਭਰਤੀ ਹੋਣ ਆਏ ਹੈ, ਜਿਨ੍ਹਾਂ ਸਾਡੇ ਪਾਸ ਗੁਰੂ ਕੀ ਵਡਾਲੀ ਬੇਨਤੀ ਕੀਤੀ ਸੀ। ਬ੍ਰਿੰਦ ਗ੍ਰਾਮਪੁਰ ਮਹਿ ਸਮੁਦਾਏ। ਤੋ ਇਹ ਪਿੰਡਾਂ ਪਿੰਡਾਂ ਵਿੱਚ ਜਨਮ ਲਿਆ ਇਹਨਾਂ ਨੇ, ਕੋਈ ਕਿਤੇ ਦੇਸ਼ਾਂ ਦੇਸ਼ਾਂ ਵਿੱਚ ਜੰਮੇ ਪਲੇ ਹਨ। ਬਹੁ ਜਾਤਿਨ ਕੇ ਘਰ ਜਨਮਾਏ। ਤਰ੍ਹਾਂ ਤਰ੍ਹਾਂ ਦੀਆਂ ਜਾਤਾਂ ਦੇ ਘਰ, ਕੋਈ ਜ਼ਿਮੀਂਦਾਰਾਂ ਦੇ ਘਰ ਹੈ, ਕੋਈ ਸੂਦਰਾਂ ਵੈਸ, ਕੋਈ ਬ੍ਰਾਹਮਣਾਂ ਦੇ ਘਰ, ਕੋਈ ਖੱਤਰੀਆਂ ਦੇ ਘਰ, ਇਹਨਾਂ ਨੇ ਥਾਂ ਥਾਂ ਤੇ ਜਨਮ ਲਿਆ ਹੈ, ਪਰ ਵਾਸਤਵ ਵਿੱਚ ਹੈ ਉਹ ਦੇਵੀ ਦੇਵਤੇ ਹੀ ਹਨ। ਦਿਜ ਬਾਹਜ ਬਿਟ ਸ਼ੂਦਰਨ ਧਾਮੂ। ਆ ਕੋਈ ਬ੍ਰਾਹਮਣਾਂ ਦੇ ਘਰੇ, ਕੋਈ ਬਾਣੀਆਂ ਦੇ ਘਰੇ, ਕੋਈ ਸ਼ੂਦਰਾਂ ਦੇ ਘਰੇ, ਤੇ ਕੋਈ ਜਿਹੜੇ ਹੈ ਕੋਈ ਖੱਤਰੀਆਂ ਦੇ ਘਰੇ ਪੈਦਾ ਹੋਇਆ ਹੈ। ਲੀਨਸ ਜਨਮ ਹਮਾਰੇ ਕਾਮੂ। ਤੇ ਸਾਡੇ ਕੰਮ ਵਾਸਤੇ, ਸਾਡੇ ਫੌਜ ਵਿੱਚ ਸ਼ਾਮਲ ਹੋਣ ਵਾਸਤੇ ਦੇਵੀ ਦੇਵਤਿਆਂ ਨੇ ਜਨਮ ਲਿਆ, ਮਨੁੱਖਾ ਦੇ ਹੀ ਧਾਰੀ ਹੈ। ਸੋ ਅਬ ਸੁਧ ਕਰ ਸਭ ਚੱਲ ਆਏ। ਤੇ ਹੁਣ ਇਹਨਾਂ ਨੂੰ ਖਬਰ ਹੋਈ ਹੈ ਵੀ ਅਸੀਂ ਜੰਗ ਯੁੱਧ ਕਰਨ ਦੀ ਤਿਆਰੀ ਕਰ ਰਹੇ, ਧਰਮ ਦਾ ਯੁੱਧ ਮਚਾਉਣਾ ਹੈ, ਪਾਪੀਆਂ ਦਾ ਨਾਸ਼ ਕਰਨਾ, ਜ਼ੁਲਮ ਨੂੰ ਠੱਲ ਪਾਉਣੀ ਹੈ, ਤੇ ਧਰਮ ਦਾ ਸੂਰਜ ਚੜਾਵਾਂਗੇ, ਪ੍ਰਕਾਸ਼ਮਾਨ ਕਰਨਾ, ਧਰਮ ਨੂੰ ਪ੍ਰਗਟ ਕਰਨਾ ਹੈ। ਇਹ ਖਬਰ ਸੁਣ ਕੇ ਮਹਾਰਾਜ ਵਿਚਾਰਦੇ ਹਿਰਦੇ ਵਿੱਚ ਵੀ ਇਹ ਤਾਂ ਆਏ ਹੈ, ਇਹਨਾਂ ਨੂੰ ਖਬਰ ਹੋ ਗਈ ਹੈ। ਹਣ ਹੈ ਤੁਰਕ ਗਣ ਜੰਗ ਮਚਾਏ। ਇਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਅਸੀਂ ਤੁਰਕਾਂ ਦਾ ਨਾਸ਼ ਕਰਨਾ ਹੈ, ਜਿਨ੍ਹਾਂ ਜ਼ੁਲਮ ਕੀਤਾ ਹੈ, ਬੜਾ ਭਾਰੀ ਯੁੱਧ ਮਚਾਵਾਂਗੇ। ਕਰਿਓ ਹੁਕਮ ਸਭ ਹਿਨ ਲਿਹੁ ਰਾਖ। ਤੇ ਮਹਾਰਾਜ ਨੇ ਇਹਨਾਂ ਨੂੰ ਜਾਣ ਲਿਆ, ਪਛਾਣ ਲਿਆ ਵੀ ਉਹੀ ਆਏ ਹੈ। ਸਤਿਗੁਰਾਂ ਨੇ ਹੁਕਮ ਕਰ ਦਿੱਤਾ ਵੀ ਇਹਨਾਂ ਸਾਰਿਆਂ ਨੂੰ ਫੌਜ ਵਿੱਚ ਭਰਤੀ ਕੀਤਾ ਜਾਵੇ। ਦੇਗ ਬਿਖੈ ਦਿਹੁ ਭੋਜਨ ਭਾਖ। ਮਹਾਰਾਜ ਨੇ ਸਿੱਖਾਂ ਨੂੰ ਆਖਿਆ ਹੈ, ਜਿਹੜੇ ਕੋਈ ਮਸੰਦ ਹੈ, ਲਾਂਗਰੀ ਸਿੱਖ ਹੈ, ਵੀ ਇਹਨਾਂ ਦਾ ਲੰਗਰ ਵਿੱਚ ਪ੍ਰਸ਼ਾਦਾ ਪਾਣੀ ਉਹਨਾਂ ਵਧਾ ਦਿਓ, ਇਹਨਾਂ ਨੂੰ ਪੂਰਾ ਤਿਆਰ ਬਰ ਚੰਗਾ ਭੋਜਨ ਦਿੱਤਾ ਜਾਵੇ, ਲੰਗਰਾਂ ਵਿੱਚ ਸੂਰਮਿਆਂ ਦੀ ਖੁਰਾਕ ਵਧਾਈ ਜਾਵੇ। ਇਹ 400 ਸੂਰਮੇ ਦਾ ਵੀ ਜਿਹੜਾ ਦਾਣਾ ਪਾਣੀ ਲੰਗਰ ਵਿੱਚ ਵਧਾ ਦਿੱਤਾ ਜਾਵੇ। ਨਿਕਟ ਬੁਲਾਏ ਬਿਲੋਕਣ ਕਰੇ। ਫਿਰ ਮਹਾਰਾਜ ਨੇ ਕੱਲੇ ਕੱਲੇ ਨੂੰ ਕੋਲ ਸੱਦ ਕੇ ਸਾਰਿਆਂ ਨੂੰ ਚੰਗੀ ਤਰ੍ਹਾਂ ਪਰਖਿਆ ਹੈ। ਨਹੀਂ ਬੈਸ ਸਭ ਕੀ ਬਲ ਭਰੇ। ਮਹਾਰਾਜ ਸੱਚੇ ਪਾਤਸ਼ਾਹ ਜੀ ਵੇਖਦੇ ਆ ਵੀ ਨੌਜਵਾਨ ਹੈ, ਸਭ ਮੁੱਛ-ਫੁੱਟ ਗੱਭਰੂ ਚੜ੍ਹਦੀ ਉਮਰ ਵਰੇਸ ਵਾਲੇ ਹੈ, ਤੇ ਬਲ ਦੇ ਨਾਲ ਭਰੇ ਹੋਏ ਸਰੀਰ ਇਹਨਾਂ ਦੇ। ਕਿਸ ਕੇ ਸ਼ਮਸ ਅਲਪ ਹੀ ਆਈ। ਤੁਮ ਵੇਖਦੇ ਆ ਮਹਾਰਾਜ ਵੀ ਕਈਆਂ ਦੇ ਤਾਂ ਅਜੇ ਮੁੱਛ ਦਾੜੀ ਵੀ ਚੱਜ ਨਾਲ ਨਹੀਂ ਆਈ, ਥੋੜੀਆਂ ਥੋੜੀਆਂ ਮੁੱਛਾਂ ਦਾੜੀ ਫੁੱਟੀ ਹੋਈ ਹੈ, ਕਿਸੇ ਦੇ ਭਰਵੇਂ ਦਾੜੇ ਹਨ। ਕਿਸ ਕੇ ਨਹਿ ਇੱਕ ਸਮ ਸਮੁਦਾਈ। ਤੇ ਕਿਸੇ ਦੇ ਥੋੜੀਆਂ ਬਹੁਤੀਆਂ ਮੁੱਛ ਦਾੜੀ ਆਈ ਹੋਈ ਆ, ਮੁੱਛ ਫੁੱਟਦੀ ਹੈ, ਇਹੋ ਜਿਹੇ ਗੱਭਰੂ ਆ। ਕਈ ਅਜੇ ਇੰਨੀ ਚੜ੍ਹਦੀ ਵਰੇਸ ਦੇ ਮੁੱਛ ਦਾੜੀਆਂ ਨਹੀਂ ਆਈਆਂ, ਤੇ ਕਈ ਥੋੜ੍ਹੀ ਜਿਹੀ ਵੱਡੀ ਉਮਰ ਦੇ ਆ, ਜਿਨ੍ਹਾਂ ਦੇ ਮੁੱਛ ਦਾੜਿਆਂ ਨਾਲ ਮੁੱਖ ਭਰੇ ਹੋਏ ਸ਼ੋਭਾ ਪਾਉਂਦੇ ਆ। 20-25 ਸਣ ਬੈਸ ਸਰੀਰ। 20 ਤੋਂ ਲੈ ਕੇ ਤੇ 25 ਕੁ ਵਰਿਆਂ ਦੇ ਸਾਰੇ ਨੌਜਵਾਨ ਗੱਭਰੂ ਹਨ, ਪਾਤਸ਼ਾਹ ਵੇਖ ਰਹੇ ਆ। ਸ਼ਸਤ ਸੋ ਬਸਤਰ ਨਹੀਂ ਕਿਸ ਤੀਰ। ਸੱਚੇ ਪਾਤਸ਼ਾਹ ਨੇ ਸਾਰਿਆਂ ਨੂੰ ਸ਼ਸਤਰ ਬਸਤਰ ਵੰਡੇ। ਇਹਨਾਂ ਦੇ ਕੋਲ ਹੁਣ ਸ਼ਸਤਰ ਹੈ ਨਹੀਂ ਸੀ ਨਿਹੱਥੇ, ਕਿਉਂਕਿ ਜ਼ਾਲਮ ਹਕੂਮਤ ਸਾਧ ਸੰਗਤ ਜੀ ਕਿਸੇ ਨੂੰ ਸ਼ਸਤਰ ਨਹੀਂ ਸੀ ਰੱਖਣ ਦਿੰਦੀ। ਆ ਹੁਣ ਵੀ ਕਿਹੜਾ ਕੋਈ ਰੱਖਣ ਦਿੰਦਾ। ਸ਼੍ਰੀ ਸਾਹਿਬ ਇੱਥੇ ਪੰਜਾਬ ਵਿੱਚ ਪਾ ਰਹਿੰਦੇ ਆ, ਬਾਹਰ ਜਾਓ ਤੇ ਆ ਰੋਜ਼ ਖਬਰਾਂ ਸੁਣਦੇ ਆ, ਦਿੱਲੀ ਮੈਟਰੋ ਵਿੱਚ ਨਹੀਂ ਚੜ੍ਹਨ ਦਿੰਦੇ ਸਿੰਘਾਂ ਨੂੰ ਪਾ ਕੇ। ਤੇ ਜਿਹੜੀ ਦਿੱਲੀ ਦੀ ਲੁੱਟਦੀ ਹੋਈ ਇੱਜ਼ਤ ਗਜਨੀ ਬਾਜ਼ਾਰ 'ਚੋਂ ਇਹਨਾਂ ਮੋੜ ਲਿਆਂਦੀ, ਉਦੋਂ ਇਹਨਾਂ ਨੂੰ ਤਲਵਾਰਾਂ ਚੰਗੀਆਂ ਲੱਗਦੀਆਂ ਸੀ, ਜਦੋਂ 30-30 ਹਜ਼ਾਰ ਛਡਾ ਕੇ ਲਿਆਉਂਦੇ ਰਹੇ। ਹੁਣ ਉਹੀ ਸ਼੍ਰੀ ਸਾਹਿਬ ਪਾ ਕੇ ਇੱਥੇ ਬੈਂਕ 'ਚ ਚੱਲ ਜਾਓ, ਇੱਥੇ ਲੱਖੇ ਵਾਲੀ, ਉਹ ਬਾਹਰ ਜਿਹੜਾ ਗਾਰਡ ਖੜਾ ਆਖੇਗਾ ਵੀ ਇਹਨੂੰ ਇੱਥੇ ਮੈਨੂੰ ਫੜਾਓ ਜੀ। ਤੋ ਪੰਜਾਬ ਦੀ ਧਰਤੀ 'ਤੇ ਆਹ ਹਾਲ ਹੈ, ਅਤੇ ਬਾਹਰ ਕੀ ਹੁੰਦਾ ਹੋਵੇਗਾ। ਉਦੋਂ ਵੀ ਇਹੋ ਜਿਹਾ ਹਾਲ ਸੀਗਾ, ਨਹੀਂ ਸੀ ਰੱਖਣ ਦਿੰਦੇ ਸ਼ਾਸਤਰ ਕਿਸੇ ਨੂੰ ਸ਼ਾਸਤਰ ਰੱਖਣ ਦੀ ਕੋਈ ਆਗਿਆ। ਘੋੜਾ ਪੈਰੀ ਜੋੜਾ ਤੱਕ ਨਹੀਂ ਪਾਉਣ ਦਿੰਦੇ ਸੀ, ਅਤੇ ਸਿਰ 'ਤੇ ਪੱਗ ਨਹੀਂ ਸੀ ਬੰਨ੍ਹਣ ਦਿੰਦੇ। ਜਦੋਂ ਤੁਰਕਾਂ ਦਾ ਰਾਜ ਸੀ, ਜਦੋਂ ਕਿਸੇ ਨੂੰ ਬੇਪਤ ਕਰਨਾ ਹੁੰਦਾ ਨਾ, ਸਾਸਵੀ ਦੀ ਪੱਗ ਲਾਹ ਲਈ ਜਾਂਦੀ ਸੀ, ਉਦੋਂ ਉਹਨੂੰ ਪੱਗ ਖੋਹ ਲੈਂਦੇ ਸੀ। ਕਹਿੰਦੇ ਤੈਨੂੰ ਪੱਗ ਬੰਨ੍ਹਣ ਦਾ ਹੱਕ ਨਹੀਂ, ਕਿਉਂਕਿ ਪੱਗ ਇੱਜ਼ਤ ਦਾ ਪ੍ਰਤੀਕ ਹੈ, ਅਤੇ ਜਿਹਦੇ ਸਿਰ 'ਤੇ ਪੱਗ ਨਹੀਂ ਹੁੰਦੀ ਉਹਦੀ ਇੱਜ਼ਤ ਨਹੀਂ ਗਿਣੀ ਜਾਂਦੀ। ਅਤੇ ਹੁਣ ਤਾਂ ਸੁੱਖ ਨਾਲ ਮਹਾਰਾਜ ਦੀ ਇਹੋ ਜਿਹੀ ਦਇਆ ਹੈ ਵੀ ਉਹ ਕਿਸੇ ਦੇ ਸਿਰ 'ਤੇ ਪੱਗ ਹੈ ਹੀ ਨਹੀਂ। ਮਾਈਆਂ ਨੂੰ ਕਹਿੰਦੇ ਸਾਰੇ ਚੁੰਨੀਆਂ ਲਾਓ, ਪਰ ਆਪਦੇ ਪੱਗ ਸਿਰ 'ਤੇ ਕਿਸੇ ਦੇ ਵੀ ਨਹੀਂ ਹੈ।
ਤੋ ਜਿਹੜੀ ਲੱਥੀ ਪੱਗ ਸਾਧ ਸੰਗਤ ਜੀ ਇਹ ਬੇਪਤੀ ਦੀ ਨਿਸ਼ਾਨੀ ਸੀ, ਤੇ ਮਾਈ ਦੇ ਸਿਰ ਤੋਂ ਲੱਥਾ ਲੀੜਾ ਵੀ ਬੇਪਤੀ ਦੀ ਨਿਸ਼ਾਨੀ ਸੀ। ਜਿਹੜੀਆਂ ਮਾਈਆਂ ਦਾ ਪਹਿਲੇ ਸਮਿਆਂ 'ਚ ਕੋਈ ਪਤੀ ਚੜ੍ਹਾਈ ਕਰ ਜਾਣ ਉਹਦੀ ਚੁੰਨੀ ਖੋਲ੍ਹ ਲੈਂਦੇ ਸੀ ਜਾਂ ਸਿਰ ਮੁੰਨ ਦਿੰਦੇ ਸੀ, ਉਹ ਵਾਲ ਖੋਲ੍ਹ ਕੇ ਰੱਖਦੀਆਂ ਸਨ। ਅਤੇ ਹੁਣ ਵਿਆਹਾਂ 'ਤੇ ਜਾ ਕੇ ਵੇਖੋ ਤੇ ਪਤਾ ਨਹੀਂ ਲੱਗਦਾ ਵੀ ਇਹ ਹੁਣ ਇਹਨਾਂ ਦੇ ਸਿਰ ਦੇ ਸਾਈਂ ਹੈ ਆ ਕਿ ਸਾਰੀਆਂ ਦੇ ਚੜ੍ਹਾਈ ਕੀਤੇ ਹੋਏ ਆ। ਇਹੋ ਜਿਹੇ ਹਾਲਾਤ ਬਣੇ ਹੋਏ ਆ, ਵਾਲ ਕੇਸ ਖੋਲ੍ਹ ਕੇ ਉੱਥੇ ਇਹੋ ਜਿਹਾ ਇਹ ਸਤ ਸੰਗ ਜੀ ਸਮੇਂ ਦਾ ਇਹੋ ਜਿਹੀ ਹਵਾ ਵਗੀ ਹੋਈ ਹੈ। ਤੋ ਇਹ ਮਹਾਰਾਜ ਨੂੰ ਕਹਿੰਦੇ ਮਹਾਰਾਜ ਨਾ ਸਾਨੂੰ ਪੱਗ ਬੰਨ੍ਹਣ ਦਿੰਦੇ, ਨਾ ਜੋੜਾ ਪਾਉਣ ਦਿੰਦੇ ਆ। ਸੱਚੇ ਪਾਤਸ਼ਾਹ ਜੀ ਸਾਨੂੰ ਸ਼ਸਤਰ ਨਹੀਂ ਰੱਖਣ ਦਿੰਦੇ। ਗਰੀਬ ਨਵਾਜ ਮਹਾਰਾਜ ਨੇ ਇਹਨਾਂ ਦੇ ਬਚਨ ਜਦੋਂ ਸੁਣਿਆ, ਵੇਖਿਆ ਵੀ ਇਹਨਾਂ ਦੇ ਕੋਲ ਕੋਈ ਸ਼ਸਤਰ ਨਹੀਂ, ਸਿਰ 'ਤੇ ਕੋਈ ਬਹੁਤੇ ਦਸਤਾਰੇ ਨਹੀਂ ਵੱਡੇ ਸਜਾਉਣ ਦਿੰਦੇ ਹਨ। ਜਿਨ ਕੋ ਤੁਰਕ ਗਵਾਰ ਕਹੰਤੇ, ਤੇ ਜਿਨ੍ਹਾਂ ਨੂੰ ਉਸ ਸਮੇਂ ਦੇ ਜਰਵਾਣੇ ਗਵਾਰ ਕਹਿੰਦੇ ਸੀ, ਮੂਰਖ ਕਹਿੰਦੇ ਸੀ, ਗੁਲਾਮ ਬਣਾ ਕੇ ਰੱਖਦੇ ਸਨ, ਜੁੱਤੀ ਦੇ ਵਿੱਚ ਪਾਣੀ ਪਿਆਉਂਦੇ ਸਨ। ਨਹਿਨ ਚਾਕਰੀ ਹੇਤ ਰਖੰਤੇ, ਤੇ ਨੌਕਰੀ ਨਹੀਂ ਸੀ ਦਿੰਦੇ ਨਾ ਨੀਵੇਂ ਜਾਤ ਵਾਲਿਆਂ ਨੂੰ। ਇਹ ਜਰਵਾਣੇ ਨੌਕਰੀ ਨਹੀਂ ਸਨ ਦਿੰਦੇ ਆਪਣੇ ਦਰਬਾਰਾਂ ਵਿੱਚ। ਕੇਵਲ ਤੁਰਕਾਂ ਦੀ ਭਰਤੀ ਹੁੰਦੀ ਸੀ, ਹਿੰਦੂਆਂ ਨੂੰ ਕੋਈ ਬਹੁਤਾ ਜਿਹੜਾ ਹੈ ਫੌਜ ਵਿੱਚ ਭਰਤੀ ਨਹੀਂ ਸੀ ਕੀਤਾ ਜਾਂਦਾ। ਹੋਰ ਸਿੱਖਾਂ ਨੂੰ ਵੀ ਬਹੁਤੀ ਫੌਜ ਵਿੱਚ ਕੋਈ ਭਰਤੀ ਨਹੀਂ ਮਿਲਦੀ ਹੈ ਸੀ। ਸਭ ਸਤਿਗੁਰ ਸੋ ਰਾਖਣ ਕਰੇ, ਤੇ ਮਹਾਰਾਜ ਨੇ ਉਹ ਸਾਰੇ ਹੀ ਰੱਖ ਲਏ। ਕਹਿੰਦੇ ਇੱਥੇ ਸਭ ਚੱਲਦੇ ਆ, ਤੁਸੀਂ ਸਾਰੇ ਹੀ ਆਓ ਇੱਥੇ, ਵੀ ਸਾਨੂੰ ਕੋਈ ਜਾਤ ਦਾ ਵਿਤਕਰਾ ਨਹੀਂ ਹੈ। ਜਿਹੜੀ ਮਰਜ਼ੀ ਜਾਤ ਨਾਲ ਸੰਬੰਧ ਰੱਖਦਾ ਤੋ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਾਹੋ ਵਰਨਾ ਕੋ ਸਾਂਝਾ, ਸਭੇ ਸਾਂਝੀ ਵਾਲ ਸਦਾਇਨ। ਇਹ ਗੁਰੂ ਨਾਨਕ ਦੇਵ ਮਹਾਰਾਜ ਦਾ ਘਰ ਹੈ। ਤੋ ਪਾਤਸ਼ਾਹ ਨੇ ਸਾਰਿਆਂ ਦੀ ਕੋਈ ਜਾਤ ਨਹੀਂ ਪਰਖੀ, ਸਭ ਨੂੰ ਭਰਤੀ ਕਰ ਲਿਆ ਹੈ। ਵਸਤਰ ਸ਼ਸਤਰ ਦੇ ਸ਼ੁਭਤਾ ਧਰੇ, ਹੁਣ ਸਿਰ ਤੇ ਕੱਪੜਾ ਨਹੀਂ, ਮਹਾਰਾਜ ਨੇ ਦੁਮਾਲੇ ਦਿੱਤੇ ਦੂਰੇ, ਤੇ ਦੂਰੇ ਕਰ ਕਰਕੇ ਮਹਾਰਾਜ ਬੰਨੋ। ਸਾਧ ਸੰਗ ਜੀ ਉਹ ਮਰਿਆਦਾ ਪੰਥ ਅੰਦਰ ਨਿਹੰਗ ਸਿੰਘ ਲੀਰ ਨਹੀਂ ਬੰਨਣ ਦਿੰਦੇ। ਕਈ ਕਹਿਰੀ ਬੰਨ ਲੈਂਦੇ ਆ ਨਾ, ਉਹ ਵਿਚਾਲਿਓਂ ਪਾੜ ਕੇ ਦਸਤਾਰ, ਉਹ ਨਿਹੰਗ ਸਿੰਘ ਨਹੀਂ ਬੰਨਣ ਦਿੰਦੇ। ਕਹਿੰਦੇ ਮਹਾਰਾਜ ਨੇ ਸਾਨੂੰ 2 ਮਾਲੇ ਦੂਰੇ ਦਿੱਤੇ ਹੋਏ ਆ, ਦੂਰੇ ਕਰਕੇ ਬੰਨੋ, ਵੀ ਤੁਹਾਨੂੰ ਇੱਕ ਬੰਨਣ ਦਾ ਹੁਕਮ ਨਹੀਂ ਸਰਕਾਰ ਵੱਲੋਂ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਾਨੂੰ ਰੁਲਿਆ ਹੋਇਆਂ ਨੂੰ ਦੂਰੀ ਦਸਤਾਰ ਬੰਨੋ, ਇਹਨੂੰ ਜੋੜ ਕੇ। ਤੋ ਮਹਾਰਾਜ ਨੇ ਐਡੀ ਦਇਆ ਸਾਡੇ 'ਤੇ ਕੀਤੀ। ਮਹਾਰਾਜ ਨੇ ਇਹ ਜਿਹੜੇ ਚੋਲੇ ਆ ਸਾਧ ਸੰਗਤ ਜੀ, ਇਹ ਬਾਦਸ਼ਾਹ ਪਾਉਂਦੇ ਸੀ ਉਦੋਂ। ਮਹਾਰਾਜ ਨੇ ਇਕੱਲੇ ਸਿੱਖ ਨੂੰ ਚੋਲੇ ਪਵਾਏ ਵੀ ਸਾਡਾ ਇਕੱਲਾ ਸਿੱਖ ਹੀ ਬਾਦਸ਼ਾਹ, ਇਕੱਲਾ ਸਿੱਖ ਸਲਤਨਤ ਦਾ ਮਾਲਕ ਹੈ। ਤੋ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਆਪਣੇ ਮਸੰਦਾਂ ਨੂੰ ਹੁਕਮ ਕੀਤੇ ਵੀ ਇਹਨਾਂ ਨੂੰ ਵੱਡੇ ਦਮਾਲੇ ਕੱਢ ਕੇ ਦਿਓ। ਸੁੰਦਰ ਦਮਾਲੇ ਉਹਨਾਂ ਨੇ ਚਲਾਏ, ਜਿਹੜੇ ਨਵੇਂ 400 ਜਿਹੜਾ ਨੌਜਵਾਨ ਭਰਤੀ ਹੋਣ ਆਇਆ। ਤੇ ਕਲੀਆਂ ਵਾਲੇ ਚੋਲੇ ਪਾਤਸ਼ਾਹ ਨੇ ਪੋਸ਼ਾਕੇ ਇਹਨਾਂ ਨੂੰ ਪਹਿਨਾਉਣਾ ਕੀਤੇ ਹੈ। ਤੇ ਸਾਰੀ ਰਸਤ-ਬਸਤ ਕੱਢ ਕੇ ਦਿੱਤੀ ਖਜ਼ਾਨੇ ਤੋਸ਼ੇ ਖਾਨੇ ਵਿੱਚੋਂ। ਰਹਿਣ ਲੱਗੇ ਸਤਿਗੁਰ ਕੇ ਤੀਰ, ਉਹ ਹੁਣ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਲ 400 ਮੁੱਛ-ਪੁੱਟ ਗੱਭਰੂ ਸਦਾ ਤਿਆਰ ਰਹਿੰਦਾ ਹੈ। ਆਯੁਧ ਵਿਦਿਆ ਨਿਤ ਕਰ ਵੀਰ, ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਰਹਿੰਦੇ ਆ। ਸ਼ਾਸਤਰ ਸਤਿਗੁਰਾਂ ਕੋਲ ਬਹੁਤ ਸੀਗੇ। ਮਹਾਰਾਜ ਨੇ ਵੰਨ ਸਵੰਨੀਆਂ ਤਲਵਾਰਾਂ ਤੇ ਬੇਅੰਤ ਤਰ੍ਹਾਂ ਦੇ ਸ਼ਾਸਤਰ ਇਹਨਾਂ ਨੂੰ ਹਾਜ਼ਰ ਕਰ ਦਿੱਤੇ ਹੈ। ਪਾ ਕੇ ਗਾਤਰੇ ਐਨ ਤਿਆਰ ਹੋ ਕੇ ਚਲਾ ਕੇ ਦਮਾਲੇ ਤੜਕੇ ਹੀ ਤੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਲ ਖੜ ਜਾਂਦੇ ਆ। ਸਤਿਗੁਰਾਂ ਦੀ ਉਮਰ 12-13 ਵਰ੍ਹਿਆਂ ਦੀ ਹੈ ਤੇ 20-20, 25-25 ਵਰ੍ਹਿਆਂ ਦੇ ਗੱਭਰੂ ਮਹਾਰਾਜ ਦੀ ਤਾਬਿਆ ਰਹਿੰਦੇ ਹਨ। ਇਸ ਤਰ੍ਹਾਂ ਸੱਚੇ ਪਾਤਸ਼ਾਹ ਮਹਾਰਾਜ ਦੇ ਅਜਬ ਕੌਤਕ ਸੰਸਾਰ ਵੇਖਦਾ ਹੈ। ਤੇ ਸ਼ਾਸਤਰ ਜਿੰਨੇ ਹੈ ਮਹਾਰਾਜ ਨੇ ਬਖਸ਼ੇ ਹੋਏ ਉਹਦਾ ਵਿਦਿਆ ਅਭਿਆਸ ਕਰਦੇ ਆ। ਸ਼ਾਸਤਰ ਵਿਦਿਆ ਰੋਜ਼ ਸਿੱਖ ਆਪਸ ਵਿੱਚ ਕਰ ਰਹੇ ਹਨ। ਭਾਵ ਗਤਕਾ ਅਖਾੜਾ ਇੱਕ ਦੂਜੇ ਨੂੰ ਸ਼ਾਸਤਰ ਵਿਦਿਆ ਦਿੱਤੀ ਜਾ ਰਹੀ ਹੈ। ਖੰਡੇ ਖੜਗ ਤੁਫੰਗ ਕਮਾਨ, ਸਿੱਖਾਂ ਨੂੰ ਮਹਾਰਾਜ ਨੇ ਕਿਸੇ ਨੂੰ ਖੰਡੇ ਦਿੱਤੇ ਹੈ, ਕਿਸੇ ਨੂੰ ਤਲਵਾਰਾਂ ਦਿੱਤੀਆਂ, ਕਿਸੇ ਨੂੰ ਤੀਰ ਕਮਾਨ ਬਖਸ਼ਿਸ਼ ਕੀਤੇ। ਜਿਹੜੇ ਚੰਗੀ ਸਿਆਣੀ ਉਮਰ ਦੇ ਉਹਨਾਂ ਨੂੰ ਮਹਾਰਾਜ ਨੇ ਬੰਦੂਕਾਂ ਵੀ ਹਾਜ਼ਰ ਕੀਤੀਆਂ ਨੇ। ਸਭ ਕੋ ਦੇ ਕੀਨੇ ਸਵਧਾਨ, ਤੇ ਮਹਾਰਾਜ ਨੇ ਸਭ ਨੂੰ ਤਿਆਰ ਕਰ ਦਿੱਤਾ। ਸ਼ਾਸਤਰਾਂ ਦੇ ਵਾਰ ਵੀ ਸਿਖਾਏ ਹੈ ਵੀ ਕਿਹੜਾ ਸ਼ਾਸਤਰ ਦਾ ਵਾਰ ਕਿੱਥੇ ਹੈ, ਕਿੱਥੋਂ ਕਰਨਾ ਵਾਰ, ਬਚਾਅ ਕੀ ਹੈ ਤੇ ਵਾਰ ਕੀ ਹੈ, ਸਾਂਝੇ ਵਾਰ ਦਾ ਨੁਕਸਾਨ ਕੀ ਹੈ, ਇੱਕ ਤਰਫਾ ਵਾਰ ਕਿਵੇਂ ਰੋਕਣਾ। ਸਤਿਗੁਰਾਂ ਨੇ ਸਾਰੇ ਵਾਰ ਕੱਢਣੇ ਤੇ ਵਾਰ ਰੋਕਣੇ ਸਿਖਾ ਦਿੱਤੇ ਹੈ। ਐਨ ਤਿਆਰ ਕਰ ਦਿੱਤਾ ਹੈ। ਬਹਰੋ ਬਖਸ਼ੇ ਸਭਨ ਤੁਰੰਗ, ਸੱਚੇ ਪਾਤਸ਼ਾਹ ਨੇ ਫਿਰ ਘੋੜੇ ਬਖਸ਼ੇ ਇਹਨਾਂ ਨੂੰ ਸਾਰਿਆਂ ਨੂੰ। ਮਹਾਰਾਜ ਗਰੀਬ ਨਵਾਜ ਨੇ ਘੋੜੇ ਸੋਹਣੇ ਬਖਸ਼ਿਸ਼ ਕਰ ਦਿੱਤੇ ਹਨ। ਹੋਏ ਅਸਵਾਰ ਚੜ੍ਹੈ ਨਿਤ ਸੰਗ, ਹੁਣ ਅੱਗੇ ਮਹਾਰਾਜ 5, 10, 15, 20 ਸਿੱਖਾਂ ਨਾਲ ਜਾਂਦੇ ਸੀ। ਹੁਣ 400 ਸਿੱਖ ਮਹਾਰਾਜ ਦੇ ਨਾਲ ਹੈ। ਤੇ ਨੌਜਵਾਨ ਸਭ ਮੁੱਛ-ਫੁੱਟ ਗੱਭਰੂ ਘੋੜਿਆਂ ਤੇ ਚੜ੍ਹੇ ਹੋਏ ਸ਼ਾਸਤਰ ਪਹਿਨ ਕਰਕੇ ਸਤਿਗੁਰੂ ਮਹਾਰਾਜ ਦੇ ਨਾਲ ਜਦੋਂ ਬਾਹਰ
ਖੇਤਾਂ ਨੂੰ ਉਜਾੜ ਨੂੰ ਸ਼ਿਕਾਰ ਖੇਡਣ ਜਾਂਦੇ ਆ। ਵਹਿਰ ਅਖੇਰ ਗੁਰੂ ਜਬ ਜਾਵੈ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਜਾਂਦੇ ਆ ਬਾਹਰ ਖੇਤਾਂ ਨੂੰ ਜਾਂ ਉਜਾੜ ਨੂੰ ਸ਼ਿਕਾਰ ਖੇਡਣ ਵਾਸਤੇ 400 ਸੂਰਮਾ ਮਹਾਰਾਜ ਦੀ ਤਾਬਿਆ ਨਾਲ ਰਹਿੰਦਾ ਹੈ। ਆ ਯੁੱਧ ਵਿਦਿਆ ਤਿਨਹਿ ਸਿਖਾਵੈ, ਤੇ ਬਾਹਰ ਜਾ ਕਰਕੇ ਮਹਾਰਾਜ ਉੱਥੇ ਨਾਲੇ ਸ਼ਾਸਤਰ ਵਿਦਿਆ ਸਿਖਾਉਂਦੇ, ਸ਼ਿਕਾਰ ਕਰਨਾ ਸਿਖਾਉਂਦੇ ਹਨ। ਦਿਨ ਪ੍ਰਤ ਵਹਿਰ ਅਖੇਰ ਕਰਨ ਤੇ, ਰੋਜ਼ ਮਹਾਰਾਜ ਸਿੱਖਾਂ ਦੇ ਨਾਲ ਚੜ੍ਹ ਕੇ ਜਾਂਦੇ ਘੋੜਿਆਂ ਤੇ ਸ਼ਿਕਾਰ ਖੇਡਦੇ ਹਨ। ਤੀਰਤ ਫੰਗਣ ਬ੍ਰਿੰਦ ਛੁਟਨ ਤੇ, ਬਾਹਰ ਖੇਤਾਂ ਵਿੱਚ ਉਜਾੜ ਵਿੱਚ ਜਿੱਥੇ ਅਭਿਆਸ ਹੁੰਦਾ ਯੁੱਧ ਦਾ, ਤੀਰ ਚੱਲਦੇ ਐ ਤੇ ਤੋਂ ਜਿਹੜੀਆਂ ਬੰਦੂਕਾਂ ਗੋਲੀਆਂ ਛੁੱਟਣ ਦੀ ਆਵਾਜ਼ ਆਉਂਦੀ ਅੰਮ੍ਰਿਤਸਰ ਤੀਕਰ। ਬਾਜ ਕੋਹੀ ਜੁਰ ਰੇ ਵੱਡ ਸਵਾਨ, ਤੋ ਮਹਾਰਾਜ ਨੇ ਬੜੇ ਤਰ੍ਹਾਂ ਦੇ ਪੰਛੀ ਸ਼ਿਕਾਰੀ ਰੱਖੇ ਹੋਏ, ਜਿਵੇਂ ਸ਼ਿਕਾਰੀ ਕੁੱਤੇ ਮਹਾਰਾਜ ਨੇ ਰੱਖੇ ਹੋਏ ਆ। ਬਾਜ ਜਿਹੜਾ ਇਹ ਬਾਜ ਦੀਆਂ ਅੱਗੇ ਕਿਸਮਾਂ ਕੁਹੀਆ ਹੁੰਦਾ ਹੈ, ਜੁਰਰੇ ਹੁੰਦਾ ਹੈ, ਇਸੇ ਤਰ੍ਹਾਂ ਦੀਆਂ 12-13 ਕਿਸਮਾਂ ਬਾਜਾਂ ਦੀਆਂ ਆਉਂਦੀਆਂ ਨੇ। ਭਾਈ ਕਾਹਨ ਸਿੰਘ ਨਾਭਾ ਜੀਆਂ ਮਹਾਨ ਕੋਸ਼ ਵਿੱਚ ਉਹ ਫੋਟੋਆਂ ਦੇ ਕੇ ਦੱਸਿਆ ਵੀ ਇਹਦੇ ਆਹ ਗੁਣ ਹੈ, ਇਹ ਇਸ ਤਰ੍ਹਾਂ ਸ਼ਿਕਾਰ ਕਰਦਾ, ਇਹਦਾ ਬਣਤਰ ਇਸ ਤਰ੍ਹਾਂ ਦੀ, ਇਹਦੀ ਚੁੰਝ ਇਸ ਤਰ੍ਹਾਂ ਦੀ, ਇਹਦੀ ਪਕੜ ਇਸ ਤਰ੍ਹਾਂ ਦੀ ਹੈ, ਇਹਦੀ ਉਡਾਣ ਇੰਨੇ ਸਮੇਂ ਦੀ। ਬੜਾ ਸੋਹਣਾ ਉਹ ਦਿੱਤਾ ਹੋਇਆ ਮਹਾਨ ਕੋਸ਼ ਅੰਦਰ ਭਾਈ ਕਾਹਨ ਸਿੰਘ ਜੀ ਨਾਭਾ ਨੇ। ਤੋਂ 12-13 ਕਿਸਮਾਂ ਜਿਹੜੀਆਂ ਬਾਜਾਂ ਦੀਆਂ, ਜਿਹਦੇ ਵਿੱਚ ਬਾਜ ਹੈ, ਕੁਹੀਏ ਹੈ, ਜੁਰਰੇ ਹਨ। ਤੇ ਇਸ ਤੋਂ ਇਲਾਵਾ ਮਹਾਰਾਜ ਨੇ ਵੱਡੇ ਸ਼ਿਕਾਰੀ ਕੁੱਤੇ ਵੀ ਰੱਖੇ ਹੋਏ ਆ। ਚੀਤੇ ਸ਼ਾਹ ਗੋਸ ਬਲਵਾਨ, ਜਿਹੜੇ ਜੰਗਲੀ ਬਿੱਲੀਆਂ ਜਾਂ ਚੀਤੇ ਦੀਆਂ ਕੁਝ ਕਿਸਮਾਂ ਜਿਹੜੀਆਂ ਉਹ ਵੀ ਸੱਚੇ ਪਾਤਸ਼ਾਹ ਨੇ ਗਰੀਬ ਨਵਾਜ ਨੇ ਰੱਖੇ ਆ। ਇੱਕ ਸ਼ਿਕਾਰ ਕਰਨ ਵਾਲੀ ਸ਼ਾਹ ਗੋਸ਼ ਕਿਸਮ ਹੈ, ਬੜੇ ਬਲ ਵਾਲੀ, ਸਤਿਗੁਰੂ ਮਹਾਰਾਜ ਦੇ ਘਰ ਵਿੱਚ ਉਹ ਵੀ ਰੱਖੀ ਹੋਈ ਹੈ। ਲਗਰ ਝਗਰ ਸ਼ਿਕਰੇ ਮਨ ਗਨ ਸੰਗ, ਅੱਗੇ ਸਾਰੀਆਂ ਬਾਜਾਂ ਦੀਆਂ ਕਿਸਮਾਂ ਲਗਰੇ ਹੈ, ਝਗਰ ਕਹਿ ਦਿੰਦੇ ਆ, ਸ਼ਿਕਰੇ ਹੋਏ, ਇਹ ਸਾਰੇ ਬਾਜਾਂ ਦੀਆਂ ਕਿਸਮਾਂ ਮਹਾਰਾਜ ਨੇ ਰੱਖੀਆਂ। ਸ਼ਿਕਾਰ ਕਰਨੇ ਇਹਨਾਂ ਨੂੰ ਵੀ ਨਾਲ ਲੈ ਕੇ ਜਾਂਦੇ ਐ। ਕਰਹਿ ਅਖੇਰ ਤਵਾਏ ਤੁਰੰਗ, ਤੇ ਸ਼ਿਕਾਰ ਖੇਡਦਿਆਂ ਘੋੜੇ ਦੌੜਾਏ ਜਾਂਦੇ ਆ। ਸ਼ਿਕਾਰ ਦੇ ਮਗਰ ਘੋੜੇ ਦੌੜਾ ਕੇ ਸ਼ਿਕਾਰ ਕੀਤੇ ਜਾ ਰਹੇ ਹਨ। ਸ਼ਸਤਰ ਧਰਨ ਕੋ ਸੁਜਾਸ ਉਦਾਰ, ਤੇ ਮਹਾਰਾਜ ਸਿੱਖਾਂ ਨੂੰ ਦੱਸਦੇ ਆ ਵੀ ਸ਼ਾਸਤਰ ਧਰਨ ਦੀ ਵਡਿਆਈ ਕੀ ਹੈ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੌਜਵਾਨਾਂ ਨੂੰ ਦੱਸਦੇ ਆ ਵੀ ਸ਼ਾਸਤਰ ਪਹਿਨਣਾ ਕਿਉਂ ਹੈ। ਜੇ ਸੰਸਾਰ ਤੇ ਸਨਮਾਨ ਤੇ ਸਤਿਕਾਰ ਨਾਲ ਜਿਉਣਾ ਹੈ, ਧੌਣ ਉੱਚੀ ਕਰਕੇ ਅਣਖ ਤੇ ਗੈਰਤ ਨਾਲ ਜਿਉਣਾ ਹੈ, ਤੇ ਸ਼ਾਸਤਰ ਪਹਿਨ ਕੇ ਰੱਖੋ। ਤੇ ਜੇ ਬੇਪਤੀ ਕਰਾਉਣੀ ਹੈ, ਥਾਂ ਤੋਂ ਨਿਰਾਦਰ ਕਰਵਾਉਣਾ ਹੈ, ਕਿਉਂਕਿ ਤਾਕਤਵਰ ਅੱਗੇ ਕੋਈ ਨਹੀਂ ਕੁਸਕਦਾ। ਤੋ ਮਾੜੇ ਨੂੰ ਸਾਰੇ ਹੀ ਸਾਧ ਸੰਗਤ ਜੀ ਜਿਹੜੇ ਵੈ ਉਹ ਦੁਰਕਾਰਦੇ ਆ, ਨਿਰਾਦਰ ਕਰਦੇ ਆ। ਜਰਵਾਣੇ ਦੇ ਅੱਗੇ ਕੋਈ ਬੋਲ ਕੇ ਵਿਖਾਵੇ, ਜਦੋਂ ਗਾਤਰੇ ਸ਼੍ਰੀ ਸਾਹਿਬ ਪਹਿਨੀ ਆ ਕੋਈ ਨਹੀਂ ਬੋਲੇਗਾ, ਪਤਾ ਹੈ ਵੀ ਇਹਦੇ ਪਾਸ ਸ਼ਾਸਤਰ ਕੋਲ ਹੈ, ਇਹਦੇ ਕੋਈ ਕੱਢ ਮਾਰੇਗਾ। ਤੋ ਆ ਦਿੱਲੀ ਮੋਰਚਾ ਲੱਗਾ, ਜਿਹੜੇ ਕੋਈ ਨਿਹੱਥੇ ਸਾਨੂੰ ਰੋਜ਼ ਹੀ ਪੁਲਿਸ ਪੈਂਦੀ, ਤੇ ਕਦੇ ਕਿਸੇ ਦੀ ਪੱਗ ਲੈ ਗਈ, ਕਿਸੇ ਸਿਰ ਪਾੜ ਗਿਆ, ਕਿੰਨਾ ਕੁਝ ਹੁੰਦਾ ਰਿਹਾ। ਤੇ ਜਦੋਂ ਆ ਜਿਹੜੇ ਨਿਹੰਗ ਸਿੰਘ ਸਨ, ਉਹ ਤੁਸੀਂ ਵੀਡੀਓ ਵੇਖਦੇ ਹੀ ਹੋ, ਨੈੱਟ ਤੇ ਪਈਆਂ ਹੋਈਆਂ, ਤੇ ਉਹਨਾਂ ਦੇ ਇੱਕ ਵੀ ਨਿਹੰਗ ਸਿੰਘ ਦਾ ਦਮਾਲਾ ਨਹੀਂ ਖੁੱਲਿਆ। ਕਿੱਡਾ ਵੱਡਾ ਮੋਰਚਾ ਲੱਗਾ, ਪਤਾ ਹੈ ਫੌਜ ਨੂੰ ਵੀ ਪਤਾ ਤੇ ਪੁਲਿਸ ਨੂੰ ਵੀ ਪਤਾ। ਇਹ ਮੋਰਚਾ ਡਟਿਆ ਹੀ ਇੰਨਾ ਸਮਾਂ ਤਾਂ ਰਿਹਾ ਕਿਉਂਕਿ ਸਾਰਿਆਂ ਤੋਂ ਅੱਗੇ ਇਹਨਾਂ ਦੇ ਤੰਬੂ ਸਨ, ਤੇ ਪਤਾ ਸੀ ਇਸ ਗੱਲ ਦਾ ਵੀ ਜਿਹੜਾ ਗਾਂਹ ਆਵੇਗਾ ਉਹ ਖਾਲੀ ਨਹੀਂ ਜਾਵੇਗਾ। ਜਿਹਦੇ ਸਿਰ ਤੇ ਧੜ ਤੇ 2 ਸਿਰ ਹੈ, ਉਹ ਹੀ ਇਹਨਾਂ ਦੇ ਅੱਗੇ ਆਵੇ, ਦੂਜਾ ਨਾ ਆਵੇ। ਤੋ ਇਸ ਤਰ੍ਹਾਂ ਜਰਵਾਣਿਆਂ ਦੇ ਅੱਗੇ ਖਾਲਸਾ ਜੀ ਕੋਈ ਨਹੀਂ ਬੋਲਦਾ। ਪਾਤਸ਼ਾਹ ਨੇ ਸਿੱਖਾਂ ਨੂੰ ਦੱਸਿਆ, ਜੇ ਸਨਮਾਨ ਸਤਿਕਾਰ ਨਾਲ ਸੰਸਾਰ ਤੇ ਜਿਉਣਾ ਹੈ, ਜੇ ਇੱਜ਼ਤ ਆਦਰ ਚਾਹੀਦਾ ਸੰਸਾਰ ਤੇ ਸ਼ਾਸਤਰ ਧਾਰੀ ਹੋ ਕੇ ਜਿਉਂ। ਇਹ ਸ਼ਾਸਤਰ ਦੀ ਵਡਿਆਈ ਹੈ। ਸ਼ਾਸਤਰ ਨੀਵੇਂ ਤੋਂ ਨੀਵੇਂ ਨੂੰ ਵੀ, ਰੁਲੇ ਹੋਏ ਨੂੰ ਵੀ ਸਤਿਕਾਰ ਦਿਵਾਉਂਦਾ ਹੈ। ਫੈਲਿਓ ਸਗਰੇ ਦੇ ਸਮਝਾਰ, ਮਹਾਰਾਜ ਨੇ ਜਿਹੜੀ ਵਡਿਆਈ ਸ਼ਾਸਤਰਾਂ ਦੀ ਕਹੀ, ਉਹ ਸਾਰੇ ਦੇਸ਼ ਵਿੱਚ ਭਾਰਤ ਵਰਸ਼ ਅੰਦਰ ਫੈਲ ਰਹੀ ਹੈ। ਸੁਣ ਅਬਦੁਲ ਢਾਡੀ ਚੱਲ ਆਇਓ, ਤੇ ਅਬਦੁਲ ਤੇ ਨੱਥਾ ਅਬਦੁੱਲਾ 2 ਢਾਡੀ, ਇਹਨਾਂ ਨੇ ਜਦੋਂ ਸੁਣਿਆ ਗੁਰੂ ਹਰਗੋਬਿੰਦ ਸਾਹਿਬ ਦੇ ਕੌਤਕ ਵੀ 12-13 ਵਰਿਆਂ ਦੀ ਉਮਰ ਵਿੱਚ 4-4, 5-500, ਹਜ਼ਾਰ ਗੱਭਰੂ ਨਾਲ ਰੱਖਦੇ ਆ ਸ਼ਾਸਤਰ ਧਾਰੀ ਹੋ ਕੇ। ਤੇ ਇਹ ਸਾਧ ਸੰਗਤ ਜੀ ਢਾਡੀ ਸਨ ਵਾਰਾਂ ਗਾਉਂਦੇ। ਇਹ ਅਬਦੁੱਲਾ ਤੇ ਢਾਡੀ ਨੱਥਾ ਜੀ, ਇਹ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਆਣ ਪਹੁੰਚੇ ਹਨ। ਪਏ ਸੁਭਟ ਤਿਨ ਕੋ ਜਸ ਗਾਇਓ, ਤੇ ਜਿੰਨੇ ਸੂਰਮੇ ਆਇਆ ਉਹਨਾਂ ਨੇ ਵੇਖੇ ਮਹਾਰਾਜ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੀ ਤਾਬਿਆ। ਇਹਨਾਂ ਨੇ ਫਿਰ ਉੱਥੇ ਵਾਰ ਗਾਈ ਸਤਿਗੁਰਾਂ ਦੇ ਸਾਹਮਣੇ ਖੜ ਕਰਕੇ ਯੋਧਿਆਂ ਦੀ। ਜਿਸ ਕੇ ਸੁਣਤ ਵੀਰ ਰਸ ਜਾਗੇ, ਇਹੋ ਜੀ ਵਾਰ ਢਾਡੀ ਨੱਥਾ ਅਬਦੁੱਲਾ ਨੇ ਗਾਈ, ਜਿਹਨੂੰ ਸੁਣ ਕੇ ਜਿਹੜੇ ਮਸੰਦ ਡਰਦੇ ਸੀ, ਜਾਂ ਜਿਹੜੀ ਸੰਗਤ
ਸ਼ਾਸਤਰਧਾਰੀ ਹੋਣਾ ਪਸੰਦ ਨਹੀਂ ਸੀ ਕਰਦੀ। ਉਹਨਾਂ ਦੇ ਵੀ ਮਨ ਪ੍ਰੇਰੇ ਗਏ ਵੀ ਜੇ ਸੰਸਾਰ ਤੇ ਅਣਖ ਤੇ ਗੈਰਤ ਨਾਲ ਜਿਉਣਾ ਹੈ ਤੇ ਸ਼ਾਸਤਰਧਾਰੀ ਹੋਣਾ ਜ਼ਰੂਰੀ ਹੈ। ਇਹੋ ਜਿਹੀਆਂ ਵਾਰਾਂ ਗਾਈਆਂ ਜਾਣ ਲੱਗੀਆਂ। ਅਕਾਲ ਤਖਤ ਸਾਹਿਬ ਦੇ ਹੁਣ ਵੀ ਗਾਉਂਦੇ ਆ ਢਾਡੀ ਸਿੰਘ। ਤੋ ਇਹੋ ਜਿਹੀਆਂ ਵਾਰਾਂ ਗਾਈਆਂ ਜਾਣ ਲੱਗੀਆਂ ਅਕਾਲ ਤਖਤ ਸਾਹਿਬ ਦੇ ਮੋਹਰੇ, ਜਿਹਨੂੰ ਸੁਣ ਸੁਣ ਕੇ ਸਾਧ ਸੰਗਤ ਦੀ ਬੁਜ਼ਦਿਲ ਦਿਲਾਂ ਵਾਲੇ ਵੀ, ਕਮਜ਼ੋਰ ਦਿਲੇ ਵੀ ਤਿਆਰ ਬਰ ਤਿਆਰ ਹੋ ਬਹਿੰਦੇ ਆ। ਕਾਇਰ ਸੋ ਪੇ ਲਰੇ ਨਹਿ ਭਾਗੇ। ਹਾਂ, ਜਿਹੜੇ ਕਾਇਰ ਸੀ ਉਹ ਵੀ ਹੁਣ ਲੜਨਾ ਲੋਚਦੇ ਆ। ਇਹੋ ਜਿਹੀਆਂ ਵਾਰਾਂ ਗਾਈਆਂ ਵੀ ਬੁਜ਼ਦਿਲ ਵੀ ਸੁਣ ਕੇ ਜੰਗ ਦੇ ਮੈਦਾਨ ਵਿੱਚ ਪੈਰ ਜਮਾ ਕੇ ਖੜ ਜਾਵੇ, ਸਿਰ ਲਹਿ ਜਾਵੇ, ਪਰ ਜੰਗ ਦਾ ਮੈਦਾਨ ਨਹੀਂ ਛੱਡੇਗਾ। ਨਿਜ ਸੁਭਟਾਨ ਸੁਨਾਵਣ ਕਾਰਨ। ਤੋ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਆਪਦੇ ਸੂਰਮਿਆਂ ਦਾ ਹੋਰ ਵੀਰ ਰਸ ਵਧਾਉਣ ਵਾਸਤੇ, ਹੌਸਲਾ ਵਧਾਉਣ ਵਾਸਤੇ ਢਾਡੀ ਨੱਥਾ ਤੇ ਅਬਦੁੱਲਾ ਰੱਖੇ। ਇਹਨਾਂ ਤੋਂ ਵਾਰਾਂ ਗਵਾਈਆਂ ਹਨ। ਕਰਹਿ ਜੰਗ ਜੈਸੇ ਵੱਡ ਦਾਰੁਨ। ਜੇ ਤਾਂ ਕਿ ਸਾਡੇ ਸੂਰਮੇ ਜਦੋਂ ਜੰਗ ਦਾ ਮੈਦਾਨ ਆਵੇ ਤੇ ਸੂਰਮਿਆਂ ਦੀਆਂ ਵਾਰਾਂ ਨੂੰ ਯਾਦ ਕਰਨ ਵੀ ਉਹਨਾਂ ਦਾ ਜਸ, ਉਹਨਾਂ ਦੀ ਵਡਿਆਈ ਸੰਸਾਰ ਤੇ ਸਦਾ ਗਾਈ ਜਾਂਦੀ ਹੈ। ਜਿਨ੍ਹਾਂ ਨੇ ਧਰਮ ਦਾ ਯੁੱਧ ਕਰਦਿਆਂ ਸਿਰ ਦਿੱਤੇ, ਉਹਨਾਂ ਨੂੰ ਸੰਸਾਰ ਯਾਦ ਰੱਖਦਾ ਹੈ। ਜੰਗ ਦੇ ਮੈਦਾਨ ਵਿੱਚ ਕੰਡ ਵਿਖਾਉਣ ਵਾਲਿਆਂ ਨੂੰ ਸਦਾ ਲੋਕ ਤੇ ਪਰਲੋਕ ਵਿੱਚ ਲਾਹਣਤਾਂ ਪੈਂਦੀਆਂ। ਇਹ ਮਹਾਰਾਜ ਨੇ ਪ੍ਰਗਟ ਕਰਨ ਵਾਸਤੇ, ਸਿੱਖਾਂ ਦਾ ਹੌਸਲਾ, ਜੰਗ ਦਾ ਮੈਦਾਨ ਹੋਰ ਕਰੜਾ ਕਰਨ ਵਾਸਤੇ ਪਾਤਸ਼ਾਹ ਨੇ ਢਾਡੀ ਨੱਥਾ ਅਬਦੁੱਲਾ ਜੀ ਤੋਂ ਵਾਰਾਂ ਗਵਾਈਆਂ ਹਨ। ਅਬਦੁੱਲ ਕੋ ਚਾਕਰ ਕਰ ਰਾਖਿਓ। ਤੇ ਮਹਾਰਾਜ ਨੇ ਪੱਕਾ ਹੀ ਨੌਕਰੀ ਤੇ ਰੱਖ ਲਿਆ ਅਬਦੁੱਲ ਤੇ ਇੱਕ ਭਾਈ ਨੱਥਾ ਜੀ ਦੇ ਤਾਈ। ਦਰਬ ਦਿਵਾਏ ਮਸੰਦਨ ਭਾਖਿਓ। ਤੇ ਮਸੰਦਾਂ ਨੂੰ ਆਖਿਆ ਵੀ ਮੂੰਹ ਮੰਗੀ ਕੀਮਤ ਜਿੰਨੀ ਮੰਗ ਲੈਂਦੇ ਆ ਢਾਡੀ ਸਿੱਖ, ਇਹਨਾਂ ਨੂੰ ਮਾਇਆ ਦਿੱਤੀ ਜਾਵੇ। ਬਲੀ ਤੁਰੰਗ ਦੀਏ ਹਿਤ ਚਰਬੇ। ਤੇ ਸਾਧ ਸੰਗਤ ਜੀ ਫਿਰ ਜਦੋਂ ਢਾਡੀ ਵਾਰਾਂ ਗਾਉਂਦੇ ਆ ਨੱਥਾ ਤੇ ਅਬਦੁੱਲਾ ਜੀ, ਫਿਰ ਗੁਰੂ ਹਰਗੋਬਿੰਦ ਸਾਹਿਬ ਨੇ ਬੜੇ ਸੋਹਣੇ ਸੋਹਣੇ ਘੋੜੇ ਇਹਨਾਂ ਨੂੰ ਭੇਂਟ ਕੀਤੇ। ਅੱਜ ਤਾਂ ਰੁਪਈਆ ਨਹੀਂ ਦਿੰਦਾ ਵਿਚਾਰਿਆਂ ਨੂੰ ਕੋਈ, ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਢਾਡੀਆਂ ਨੂੰ ਘੋੜੇ ਦਿੱਤੇ। ਸੱਚੇ ਪਾਤਸ਼ਾਹ ਮਹਾਰਾਜ ਨੇ ਵੀ ਘੋੜੇ ਤੇ ਚੜ੍ਹ ਕੇ ਆਇਆ ਕਰੋ। ਉਦੋਂ ਦਾ ਘੋੜਾ ਅੱਜ ਦੀਆਂ ਮਰਸਡੀ ਗੱਡੀਆਂ ਵਰਗਾ, ਕਿਹਦੇ ਕੋਲ ਘੋੜੇ ਸੀ ਉਹਨੇ ਸਮਿਆਂ ਵਿੱਚ। ਤੋਂ ਬੇਸ਼ਕੀਮਤੀ ਘੋੜੇ ਮਹਾਰਾਜ ਨੇ ਭੇਟ ਕੀਤੇ ਵੀ ਜਸ ਗਾਓ, ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿੱਚ ਸੂਰਮਿਆਂ ਦੀਆਂ ਵਾਰਾਂ ਗਾਓ। ਇਸ ਤਰ੍ਹਾਂ ਸੱਚੇ ਪਾਤਸ਼ਾਹ ਮਹਾਰਾਜ ਨੇ ਮਿਹਰ ਕੀਤੀ ਇਹਨਾਂ ਦੇ ਉੱਪਰ। ਸੁਭਟਨ ਵਾਰ ਸੁਨਾਵਨ ਕਰਬੇ। ਤੇ ਉਹ ਸੂਰਮਿਆਂ ਦੀਆਂ ਵਾਰਾਂ ਸੁਣਾਉਂਦੇ ਆ। ਪਾਤਸ਼ਾਹ ਖੁਸ਼ ਆਨੰਦ ਹੋ ਕੇ ਬੇਅੰਤ ਖਿਲਤਾਂ, ਪੁਸ਼ਾਕੇ, ਮਾਇਆ, ਘੋੜੇ ਜੋੜੇ ਬਖਸ਼ਦੇ ਹਨ। ਇਮ ਦਿਨ ਪ੍ਰਤ ਗੁਰ ਸੈਨ ਸਕੇਲੇ। ਤੋਂ ਸੈਨਾ ਹੋਰ ਵਧਣ ਲੱਗ ਪਈ ਜਦੋਂ ਵਾਰਾਂ ਗਾਈਆਂ ਜਾਂਦੀਆਂ ਢਾਡੀਆਂ ਸੂਰਮਿਆਂ, ਢਾਡੀਆਂ ਦੁਆਰਾ ਸੂਰਮਿਆਂ ਦੀਆਂ, ਤੇ ਹੋਰ ਫੌਜ ਭਰਤੀ ਹੋ ਰਹੀ ਹੈ। ਸੰਗਤ ਗਣ ਪਹੁੰਚੈ ਘਰ ਮੇਲੇ। ਰੋਜ਼ ਮੇਲਾ ਲੱਗਿਆ ਰਹਿੰਦਾ ਅਕਾਲ ਤਖਤ ਸਾਹਿਬ ਤੇ। ਬੜੀ ਸੰਗਤ ਵਾਰਾਂ ਸੁਣਨ ਵਾਸਤੇ ਆਉਂਦੀ ਹੈ, ਸੂਰਮਿਆਂ ਦੀ ਸੋਭਾ ਸੁਣਨ ਵਾਸਤੇ ਆਉਂਦੀ ਹੈ। ਵਧਿਓ ਸਮਾਜ ਅਧਿਕ ਸਭ ਭਾਂਤੀ। ਤੋ ਪਾਤਸ਼ਾਹ ਦੇ ਘਰ ਵਿੱਚ ਸਾਰਾ ਕੁਝ ਹੀ ਸਾਜ-ਬਾਜ ਬੜਾ ਹੋ ਗਿਆ ਹੈ। ਤੋ ਘੋੜੇ ਜੋੜੇ, ਤੁਫੰਗਾਂ, ਬੰਦੂਕਾਂ, ਤੀਰ, ਕੋਈ ਆ ਸ਼ਾਸਤਰ ਬਸਤਰ, ਸਾਰੇ ਬਹੁਤ ਭਾਰੀ ਮਾਤਰਾ ਵਿੱਚ ਤਬੇਲੇ ਵੱਧ ਗਏ ਹਨ। ਸੁਣ ਪਿਖ ਮਾਤਾ ਸ਼ੀਤਲ ਛਾਤੀ। ਤੇ ਮਾਤਾ ਗੰਗਾ ਜੀ ਸੁਣ ਸੁਣ ਕੇ ਆਪਦੇ ਪੁੱਤਰ ਦੀ ਸੋਭਾ ਠੰਡ ਪੈਂਦੀ। ਕਿਹਦੀ ਮਾਂ ਦਾ ਦਿਲ ਨਹੀਂ ਕਰਦਾ ਪੁੱਤ ਦੀ ਸੋਭਾ ਸੁਣੇ। ਮਾਤਾ ਗੰਗਾ ਦੀ ਸੋਭਾ ਸੁਣ ਸੁਣ ਕੇ ਵੀ ਮਾਤਾ ਤੁਹਾਡੇ ਪੁੱਤਰ 12 ਵਰਿਆਂ 13 ਵਰਿਆਂ ਦੇ ਨੇ, ਇਹੋ ਜਿਹੀ ਕਲਾ ਵਰਤਾਈ ਹੈ। 500 ਮੁੱਛ ਫੁੱਟ ਗੱਭਰੂ ਉਹਨਾਂ ਦੀ ਵੱਧ ਉਮਰ ਤੋਂ ਉਹਨਾਂ ਦੀ ਤਾਬਿਆ ਰਹਿੰਦੇ ਆ। ਰੋਜ਼ 100 150 ਸਿੱਖ ਭਰਤੀ ਹੋ ਰਿਹਾ, ਤਿਆਰ ਬਰ ਤਿਆਰ ਸ਼ਾਸਤਰ ਧਾਰੀ। ਬੇਅੰਤ ਮਾਇਆ ਆ ਰਹੀ ਹੈ ਇਹਨਾਂ ਦੇ ਚਰਨਾਂ ਵਿੱਚ। ਸ਼ਾਸਤਰ ਚੱਲ ਚੱਲ ਕੇ ਆਉਂਦੇ ਸੰਗਤਾਂ ਦੁਆਰਾ ਘੋੜੇ ਭੇਟ ਕੀਤੇ ਜਾ ਰਹੇ ਆ। ਮਾਤਾ ਗੰਗਾ ਜੀ ਸੁਣ ਸੁਣ ਕੇ ਛਾਤੀ ਠਰਦੀ ਹੈ। ਆਏ ਉਪਾਇਣ ਪੂਜਾ ਹੋਤੇ। ਬੜੀ ਉਪਾਇਨ ਭੇਟਾਵਾਂ ਆ ਰਹੀਆਂ ਹਨ, ਬੜੀ ਪੂਜਾ ਹੁੰਦੀ ਹੈ। ਵੱਡ ਪੀਰਨ ਕੇ ਪੀਰ ਉਦੋਤੇ। ਤੇ ਮਾਤਾ ਗੰਗਾ ਨੂੰ ਦੱਸਦੇ ਆ ਸਿੱਖ ਮਾਤਾ, ਤੁਹਾਡੇ ਪੁੱਤਰ ਤਾਂ ਪੀਰਾਂ ਦੇ ਪੀਰ ਪ੍ਰਗਟ ਹੋ ਰਹੇ ਹਨ। ਚੜ੍ਹੈ ਸੈਨ ਸੰਗ ਸੁਭਟ ਪ੍ਰਬੀਨ। ਤੋ ਸੈਨਾ ਦੇ ਨਾਲ ਤੁਹਾਡੇ ਪੁੱਤਰ ਚੜ੍ਹ ਕੇ ਜਾਂਦੇ ਆ ਘੋੜਿਆਂ ਤੇ। ਹਜ਼ਾਰਾਂ ਦੀ ਗਿਣਤੀ 'ਚ ਤਿਆਰ ਬਰ ਤਿਆਰ ਸੂਰਮੇ ਨਾਲ ਹੁੰਦੇ ਹਨ। ਇਹ ਮੀਰਨ ਕੀ ਮੀਰੀ ਲੀਨ। ਇਹ ਤਾਂ ਮੀਰਾਂ ਦੀ ਮੀਰੀ। ਇਹਨਾਂ ਨੇ ਵਾਕਿਆ ਹੀ ਬਚਨ ਸੱਚਾ ਕਿਹਾ ਵੀ ਪਾਤਸ਼ਾਹਾਂ ਦੀ ਪਾਤਸ਼ਾਹੀ ਖੋਹ ਲਵਾਂਗੇ। ਤੋ ਕਵੀ ਜੀ ਕਹਿੰਦੇ ਵੇਖੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਕੌਤਕ। ਜਿਹੜੀ ਗੁਰੂ ਹਰਗੋਬਿੰਦ ਸਾਹਿਬ ਦੀ ਪੂਜਾ ਹੋ ਰਹੀ ਹੈ, ਦਿਨੋਂ ਦਿਨ ਵੱਧ ਰਹੀ ਹੈ। ਇਹ ਮਾਨੋ ਪੀਰਾਂ ਦੀ ਪੀਰੀ ਖੋਈ ਜਾ ਰਹੇ ਮਹਾਰਾਜ। ਕਿਸੇ ਦੀ ਪੂਜਾ ਨਹੀਂ ਹੁੰਦੀ ਜਿੰਨੀ ਪਾਤਸ਼ਾਹ ਦੀ ਹੁੰਦੀ ਹੈ। ਸਾਰਾ ਦਿਨ ਦਰਸ਼ਨ ਕਰਨ ਵਾਲਿਆਂ ਦੀਆਂ ਕਤਾਰਾਂ ਲੱਗੀਆਂ ਰਹਿੰਦੀਆਂ। ਇਹ ਮਹਾਰਾਜ ਪੀਰਾਂ ਦੀ ਪੀਰੀ ਖੋ ਰਹੇ ਆ। ਘੋੜਿਆਂ ਤੇ ਚੜ੍ਹ ਕੇ ਮਹਾਰਾਜ ਜਦੋਂ ਸੈਨਾ ਫੌਜ ਦੇ ਸਮੇਤ ਜਾਂਦੇ ਆ, ਸੂਰਮਿਆਂ ਦੇ ਸਮੇਤ।
ਇਹ ਮਾਨੋ ਬਾਦਸ਼ਾਹਾਂ ਦੀ ਬਾਦਸ਼ਾਹੀ ਖੋ ਰਹੇ ਹੋਣ। ਆਏ ਅਕੋਰੈ ਸ਼ਸਤਰ ਤੁਰੰਗ, ਘੋੜੇ ਆ ਰਹੇ ਐ, ਸ਼ਾਸਤਰ ਆ ਰਹੇ ਹਨ, ਹੋਰ ਬੜੀਆਂ ਤਰ੍ਹਾਂ ਦੀਆਂ ਭੇਟਾਵਾਂ ਆ ਰਹੀਆਂ ਨੇ। ਅਧਿਕ ਚਮੂ ਬ੍ਰਿਧਤ ਚੜ ਸੰਗ, ਤੇ ਫੌਜ ਵੱਧ ਰਹੀ ਹੈ। ਰੋਜ਼ ਮਹਾਰਾਜ ਸੱਚੇ ਪਾਤਸ਼ਾਹ ਦੀ ਫੌਜ ਵੱਧਦੀ। ਅੱਜ ਜਿੰਨੀ ਫੌਜ ਨਾਲ ਚੜ ਕੇ ਜਾਂਦੇ ਆ ਬਾਹਰ ਸ਼ਿਕਾਰ ਨੂੰ, ਕੱਲ ਉਸ ਤੋਂ ਵੱਧ ਸੂਰਮੇ ਹੁੰਦੇ ਆ, ਪਰਸੋਂ ਹੋਰ, ਚੌਥੇ ਹੋਰ, ਦਿਨ ਬਰ ਦਿਨ ਮਹਾਰਾਜ ਦੀ ਫੌਜ ਵੱਧ ਰਹੀ ਹੈ। ਚਲਤ ਅਗਾਰੀ ਵੱਜਹਿ ਨਿਸ਼ਾਨਾ, ਤੇ ਹੁਣ ਮਹਾਰਾਜ ਦੇ ਠਾਠ ਬਾਠ ਵੀ ਖਾਲਸਾ ਦੀ ਰਾਜਿਆਂ ਵਾਲੇ, ਕਿਉਂਕਿ ਮਹਾਰਾਜ ਨੇ ਮੀਰਾਂ ਦੀ, ਬਾਦਸ਼ਾਹ ਦੀ ਬਾਦਸ਼ਾਹੀ ਖੋਹ ਲਈ ਹੈ। ਇੱਕ ਨਿਸ਼ਾਨ ਸਾਹਿਬ ਲੈ ਕਰਕੇ ਜਿਹੜੇ, ਜਾਂ 5 ਨਿਸ਼ਾਨ ਸਾਹਿਬ ਲੈ ਕਰਕੇ ਨਾ, ਜਾਂ ਨਗਾਰੇ ਲੈ ਕਰਕੇ ਜਿਹੜੇ ਸਿੱਖ ਹੈ, ਅੱਗੇ ਗੁਰੂ ਹਰਗੋਬਿੰਦ ਸਾਹਿਬ ਦੇ ਚੱਲਦਿਆਂ ਅੱਗੇ ਇੱਕ ਨਗਾਰਾ ਵੱਜਦਾ ਜਾਂਦਾ, ਜਿਵੇਂ ਬਾਦਸ਼ਾਹ ਦੇ ਆਉਣ ਦਾ ਸੰਕੇਤ ਹੁੰਦਾ ਹੈ। ਜਿੱਧਰ ਮਹਾਰਾਜ ਜਾਂਦੇ ਆ ਅੱਗੇ ਨਗਾਰਾ ਵੱਜਦਾ ਜਾਂਦਾ ਹੈ। ਝੰਡਾ ਝੂਲਤ ਖਰੋ ਮਹਾਨਾ, ਤੇ ਸੱਚੇ ਪਾਤਸ਼ਾਹ ਮਹਾਰਾਜ ਦੇ ਅੱਗੇ ਨਿਸ਼ਾਨ ਸਾਹਿਬ ਝੁੱਲਦਾ, ਐਨ ਨਿਸ਼ਾਨ ਸਾਹਿਬ ਦੇ ਫਰਰੇ ਉੱਡਦੇ ਆ, ਤੇ 5-5 ਨਿਸ਼ਾਨ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਅੱਗੇ ਤੁਰੇ ਜਾਂਦੇ ਹਨ। ਦਿਨ ਪ੍ਰਤ ਉਤਸਵ ਹੋਤ ਨਵੀਨੇ, ਤੇ ਦਿਨ ਬਰ ਦਿਨ ਰੋਜ਼ ਬੜਾ ਉਤਸਵ ਹੋ ਰਿਹਾ ਹੈ। ਸਿੱਖਾਂ ਸੇਵਕਾਂ ਵਿੱਚ ਬੜਾ ਉਤਸ਼ਾਹ ਭਰ ਰਿਹਾ ਹੈ। ਵੱਡੇ ਭਾਗ ਜਿਨ ਦੇਖਣ ਕੀਨੇ, ਕਵੀ ਜੀ ਕਹਿੰਦੇ ਉਹਨਾਂ ਦੇ ਵੱਡੇ ਭਾਗ ਹੈ ਭਾਈ, ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਕੌਤਕ ਆਪਣੇ ਅੱਖਾਂ ਨਾਲ ਵੇਖੇ ਹੋਣਗੇ। ਦੀਪ ਮਾਲਕਾ ਬਹਰੋ ਆਈ, ਤੋ ਸਮਾਂ ਲੰਘਿਆ ਖਾਲਸਾ ਜੀ, ਕਤੇ ਮਗਰ ਦੇ ਮਹੀਨੇ ਆਏ, ਦੀਵਾਲੀ ਦਾ ਦਿਨ ਆਇਆ ਹੈ। ਚਾਹੁੰਦੇ ਸਤੇ ਸੰਗਤ ਉਮੜਾਈ, ਤੇ 4 ਚਫੇਰਿਓਂ ਦੀਵਾਲੀ ਤੇ ਬੜੀ ਸੰਗਤ ਦਰਸ਼ਨ ਕਰਨ ਪਹੁੰਚੀ ਵੈ। ਮੱਜਤ ਕਰਹਿ ਸੁਧਾ ਸਰ ਮੇਲੇ, ਸੰਗਤਾਂ ਆਉਂਦੀਆਂ ਤੇ ਸੁਧਾਸਰ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਦੀਆਂ, ਜੋੜ ਮੇਲੇ ਭਰ ਰਹੇ ਹਨ। ਖਸ਼ਟਮ ਸਤਿਗੁਰ ਪਿਖਹਿ ਸੁਹੇਲੇ, ਤੇ ਚਲੋ ਇਸ਼ਨਾਨ ਕਰੀਏ, ਹਰਿਮੰਦਰ ਸਾਹਿਬ ਚੱਲੀਏ। ਦੀਵਾਲੀ ਤੇ ਸੰਗਤਾਂ ਆਉਂਦੀਆਂ, ਅੰਮ੍ਰਿਤਸਰ ਸਾਹਿਬ ਦਾ ਇਸ਼ਨਾਨ ਕਰਦੀਆਂ, ਹਰਿਮੰਦਰ ਸਾਹਿਬ ਦੇ ਦਰਸ਼ਨ ਕਰਦੀਆਂ। 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਕੇ ਸਿੱਖ ਸੁਹੇਲੇ ਹੁੰਦੇ ਐ, ਸੌਖੇ ਹੁੰਦੇ ਹਨ। ਬਾਜੀ ਸ਼ਸਤਰ ਭੇਟ ਲੈ ਹਰਖਤ, ਤੇ ਦੀਵਾਲੀ ਤੇ ਫੇਰ ਬੜੇ ਸ਼ਸਤਰ ਆਏ ਐ। ਸਿੱਖ ਸੰਗਤਾਂ ਮਹਾਰਾਜ ਨੂੰ ਘੋੜੇ ਤੇ ਸ਼ਾਸਤਰ ਭੇਟ ਕਰ ਕਰਕੇ ਬੜੀਆਂ ਖੁਸ਼ ਹੁੰਦੀਆਂ ਹਨ। ਜਾਂ ਤੇ ਲਿਆਵਤ ਨੀਕੇ ਪਰਖਤ, ਤੇ ਸੰਗਤਾਂ ਦੇ ਮਨ ਵਿੱਚ ਇਹ ਗੱਲ ਫੈਲੀ ਹੋਈ ਆ ਸਾਰੇ ਪਾਸੇ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਘੋੜੇ ਤੇ ਸ਼ਾਸਤਰ ਤੇ ਬਾਹਲੇ ਪ੍ਰਸੰਨ ਹੁੰਦੇ ਆ। ਹੁਣ ਮਾਇਆ ਕੋਈ ਨਹੀਂ ਲੈ ਕੇ ਆਉਂਦਾ, ਨਾ ਲੀੜਾ ਕੱਪੜਾ ਲੈ ਕੇ ਆਵੇ ਕੋਈ। ਜਿਹੜਾ ਲੈ ਕੇ ਆਉਂਦਾ ਜਾਂ ਘੋੜੇ ਲੈ ਕੇ ਆਉਂਦਾ ਹੈ ਜਾਂ ਸ਼ਾਸਤਰ ਲੈ ਕੇ ਪਹੁੰਚਦਾ ਹੈ। ਪ੍ਰਿਥਕ ਹੋਤ ਪੂਜਾ ਹਰਮੰਦਰ, ਇੱਕ ਪਾਸੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅੰਤ ਪੂਜਾ ਹੋ ਰਹੀ ਹੈ। ਬੈਠਾ ਹੈ ਤਖਤ ਆਪ ਬਨ ਸੁੰਦਰ, ਇੱਕ ਪਾਸੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਹੜੇ ਉਸੇ ਅਕਾਲ ਪੁਰਖ ਪਰਮੇਸ਼ਰ ਦਾ ਸਰੂਪ ਹਨ, ਜਿਨ੍ਹਾਂ ਦੀ ਬਾਣੀ ਹੈ। ਤੋ ਸੱਚੇ ਪਾਤਸ਼ਾਹ ਮਹਾਰਾਜ ਸੁੰਦਰ ਤਖਤ ਤੇ ਬੈਠੇ ਹੈ। ਭਾਵ ਹਰਿਮੰਦਰ ਸਾਹਿਬ ਜਿਹੜਾ ਸਾਧ ਸੰਗਤ ਜੀ ਇਹ ਪੀਰੀ ਦਾ ਸੰਕੇਤ ਹੈ, ਅਕਾਲ ਤਖਤ ਸਾਹਿਬ ਮੀਰੀ ਦਾ ਸੰਕੇਤ ਹੈ। ਹਰਿਮੰਦਰ ਸਾਹਿਬ ਕੀਰਤਨ ਹੁੰਦਾ ਹੈ, ਉੱਥੇ ਪੀਰਾਂ ਦੇ ਪੀਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ, ਉਹ ਪੀਰੀ ਦਾ ਸੰਕੇਤ ਹੈ ਵੀ ਇੱਥੇ ਇਹਦੋਂ ਵੱਡਾ ਪੀਰ ਕੋਈ ਨਹੀਂ ਹਰਿਮੰਦਰ ਸਾਹਿਬ ਦੇ ਅੰਦਰ ਜੋ ਬੈਠਾ ਹੋਇਆ। ਤੇ ਜਿਹੜਾ ਅਕਾਲ ਤਖਤ ਸਾਹਿਬ ਤੇ ਸਜਿਆ ਹੋਇਆ ਖਾਲਸਾ ਜੀ, ਉਦੋਂ ਵੱਡਾ ਕੋਈ ਬਾਦਸ਼ਾਹ ਨਹੀਂ। ਹੁਣ ਵੀ ਹਰਿਮੰਦਰ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਉੱਥੇ ਸਾਧ ਸੰਗਤ ਜੀ ਪੀਰੀ ਜਿਹੜੀ ਵੈ ਪ੍ਰਬਲ ਹੈ। ਤੁਸੀਂ ਜਾਓਗੇ ਉੱਥੇ ਐਨ ਆਨੰਦ ਸਹਿਤ, ਤੁਹਾਨੂੰ ਲੱਗੇਗਾ ਵੀ ਇਸ ਤੋਂ ਵੱਡਾ ਦਰ ਪੀਰ ਦਾ ਹੋਰ ਕੋਈ ਨਹੀਂ, ਐਡੋਂ ਵੱਡੀ ਸ਼ਕਤੀ ਬਲ ਕਿਤੇ ਹੋਰ ਨਹੀਂ ਸੰਸਾਰ ਤੇ। ਜਦੋਂ ਅਕਾਲ ਤਖਤ ਸਾਹਿਬ ਤੇ ਆਓਗੇ ਤੇ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਦਾ ਸਿੰਘਾਸਣ ਲੱਗਦਾ ਸੀ, ਉਹ ਸਿੰਘਾਸਣ ਸਾਰਾ ਸ਼ਾਸਤਰਾਂ ਨਾਲ ਭਰਿਆ ਹੋਇਆ। ਉੱਥੇ ਆ ਕੇ ਤੁਹਾਨੂੰ ਮਹਿਸੂਸ ਹੋਵੇਗਾ ਵੀ ਸਾਡੇ ਕੋਲ ਵੀ ਆਪਦਾ ਤਖਤ ਹੈ। ਸਿੱਖਾਂ ਦੇ ਪਾਸ ਉਹ ਪੀਰ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਰਗਾ ਕੋਈ ਪੀਰ ਨਹੀਂ, ਤੇ ਸਿੱਖਾਂ ਦੇ ਪਾਸ ਉਹ ਮੀਰ ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਗੁਰੂ ਪਾਤਸ਼ਾਹ ਦਾ ਤਖਤ ਤੇ ਸ਼ਾਸਤਰ ਹਨ, ਜਿਨ੍ਹਾਂ ਵਰਗਾ ਕੋਈ ਬਾਦਸ਼ਾਹ ਸੰਸਾਰ ਤੇ ਨਹੀਂ। ਤੋ ਗਰੀਬ ਨਵਾਜ ਮਹਾਰਾਜ ਨੇ ਕਿੱਡੀ ਦਇਆ ਕੀਤੀ ਹੈ। ਪੀਰਾਂ ਚੋਂ ਪੀਰ ਹਰਿਮੰਦਰ ਸਾਹਿਬ ਵਿੱਚ ਸਜੇ ਹੋਏ ਹੈ, ਤੇ ਬਾਦਸ਼ਾਹ ਦੇ ਬਾਦਸ਼ਾਹ ਅਕਾਲ ਤਖਤ ਦੇ
ਵੱਡੇ ਸਿੰਘਾਸਨ ਉੱਪਰ ਸ਼ੋਭਾ ਪਾ ਰਹੇ ਹਨ। ਗਣ ਮਸੰਦ ਸੰਗਤ ਸੰਗ ਲੀਏ, ਦੇਸ਼ਾਂ ਵਿਦੇਸ਼ਾਂ ਚੋਂ ਬੜੇ ਮਸੰਦ ਪਹੁੰਚ ਰਹੇ ਹੈ, ਬੜੀ ਬੜੀ ਸੰਗਤ ਨਾਲ ਆ ਰਹੀ ਹੈ। ਬੰਦਨ ਕਰਹਿ ਦਰਸ ਚਿਤ ਲੀ ਦੀਏ, ਸੱਚੇ ਪਾਤਸ਼ਾਹ ਮਹਾਰਾਜ ਨੂੰ ਬੰਦਨਾ ਕਰਦੇ ਐ, ਦਰਸ਼ਨ ਕਰ ਰਹੇ ਹਨ। ਦੱਖਣ ਦਿਸ ਤੇ ਕਿਸ ਮਹਿ ਪਾਲਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਸਿੱਖੀ ਸੇਵਕੀ ਸਾਧ ਸੰਗਤ ਦੀ ਬੜੀ ਵੱਧ ਗਈ। ਪੂਰਬ ਪੱਛਮ ਉੱਤਰ ਦੱਖਣ ਦੇ ਦੇਸ਼ਾਂ ਤੱਕ ਵਧੀ ਤੇ ਦੱਖਣ ਦੇਸ਼ ਦਾ ਇੱਕ ਰਾਜਾ ਗੁਰੂ ਹਰਗੋਬਿੰਦ ਸਾਹਿਬ ਦਾ ਬੜਾ ਸ਼ਰਧਾਲੂ ਬਣਿਆ ਹੈ। ਇੱਕ ਗਜ ਭੇਜਿਓ ਬਲੀ ਵਿਸਾਲਾ, ਉਹਨੇ ਬੜਾ ਵੱਡਾ ਭਾਰੀ ਸੁੰਦਰ ਹਾਥੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਭੇਟਾ ਕੀਤਾ ਹੈ, ਹਾਥੀ ਭੇਜ ਦਿੱਤਾ ਹੈ। ਸ਼ਸਤਰ ਤੁਰੰਗ ਬ੍ਰਿੰਦ ਤਬ ਆਏ, ਤੇ ਹੋਰ ਘੋੜੇ ਸ਼ਾਸਤਰ ਵੀ ਉਹ ਰਾਜੇ ਨੇ ਮਹਾਰਾਜ ਦੇ ਘਰ ਭੇਂਟ ਕੀਤੇ ਐ, ਪੂਰੇ ਭਾਵਨੀ ਗੁਰ ਅਰ ਪਾਏ। ਕਿਉਂਕਿ ਮਹਾਰਾਜ ਦੇ ਚਰਨਾਂ ਦਾ ਉਹ ਸੇਵਕ ਸੀ ਤੇ ਮਹਾਰਾਜ ਨੇ ਕੋਈ ਬੜੀ ਵੱਡੀ ਉਹਦੀ ਇੱਛਾ ਪੂਰੀ ਕੀਤੀ ਸੀ। ਉਹਨੇ ਸੁੱਖ ਸੁੱਖੀ ਸੀ, ਅਰਦਾਸ ਕੀਤੀ ਸੀ, ਮਹਾਰਾਜ ਮੇਰਾ ਮੋਰਚਾ ਫਤਿਹ ਹੋ ਜਾਵੇ, ਮੈਂ ਹਾਥੀ ਘੋੜੇ ਭੇਂਟ ਕਰਾਂਗਾ ਆਪ ਜੀ ਨੂੰ। ਤਾਂ ਮਹਾਰਾਜ ਨੇ ਲਾਜ ਰੱਖੀ ਉਹ ਰਾਜੇ ਸਿੱਖ ਦੀ। ਤਾਂ ਇਸ ਕਰਕੇ ਸਾਧ ਸੰਗਤ ਜੀ ਨੇ ਹਾਥੀ, ਬੇਅੰਤ ਘੋੜੇ ਤੇ ਸ਼ਾਸਤਰ ਮਹਾਰਾਜ ਦੇ ਘਰ ਇੱਥੇ ਅਕਾਲ ਤਖਤ ਸਾਹਿਬ ਤੇ ਭੇਜ ਦਿੱਤੇ ਹਨ। ਸ਼੍ਰੀ ਹਰਗੋਬਿੰਦ ਹਿਰਦੇ ਵਿਚਾਰੈ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਹਿਰਦੇ ਵਿੱਚ ਇਉਂ ਵਿਚਾਰ ਕੀਤੀ ਹੈ, ਸਿੱਖਣ ਵਿਖੈ ਰੀਤ ਅਬ ਡਾਰੈ। ਵੀ ਅਸੀਂ ਸਿੱਖਾਂ ਵਿੱਚ ਇੱਕ ਹੋਰ ਰੀਤ ਮਰਿਆਦਾ ਜਿਹੜੀ ਵੈ ਉਹ ਪਾਵਾਂਗੇ, ਸਿੱਖਾਂ ਵਿੱਚ ਇੱਕ ਹੋਰ ਮਰਿਆਦਾ ਸ਼ੁਰੂ ਕਰਾਂਗੇ। ਤਿਸ ਕਾਰਨ ਤੇ ਬਾਕ ਉਚਾਰਾ, ਤੇ ਸਿੱਖਾਂ ਵਿੱਚ ਇੱਕ ਨਵੀਂ ਮਰਿਆਦਾ ਪਾਉਣ ਵਾਸਤੇ, ਪੂਰਨੇ ਪਾਉਣ ਵਾਸਤੇ ਪਾਤਸ਼ਾਹ ਨੇ ਬਚਨ ਉਚਾਰਿਆ ਸੰਗਤ ਨੂੰ। ਗੁਰੂ ਪਿਤਾ ਹਿਤ ਕੀਜਹਿ ਤਿਆਰਾ, ਵੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਹਾਦਤ ਹੋਈ ਹੈ ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਦੇ ਨਿਮਿਤ ਆਪਾਂ ਜੋੜ ਮੇਲਾ ਕਰਾਂਗੇ, ਉਹਦਾ ਤਿਆਰਾ ਕੀਤਾ ਜਾਵੇ। ਮਹਾਰਾਜ ਨੇ ਮਸੰਦਾਂ ਨੂੰ ਹੁਕਮ ਕਰ ਦਿੱਤਾ ਹੈ। ਇੱਕ ਹਾਥੀ ਅਰ ਪੰਚ ਤੁਰੰਗ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਇੱਕ ਹਾਥੀ ਜਿਹੜਾ ਰਾਜੇ ਨੇ ਦਿੱਤਾ ਸੀ ਤੇ 5 ਬੜੇ ਸੁੰਦਰ ਜੋ ਘੋੜੇ ਹਨ। ਸ਼ਸਤਰ ਵਸਤਰ ਬਹੁ ਵਿਦ ਕੇ ਸੰਗ, ਬੜੇ ਸ਼ਾਸਤਰ ਤੇ ਬਸਤਰ ਜਿਹੜੇ ਬੜੀ ਵਿਧੀ ਵਾਲੇ ਹਨ। ਖਰੇ ਹੋਏ ਕਰ ਤਖਤ ਅਗਾਰੀ, ਮਹਾਰਾਜ ਸੱਚੇ ਪਾਤਸ਼ਾਹ ਜੀਆਂ ਤਖਤ ਸਾਹਿਬ ਦੇ ਅੱਗੇ ਖੜ ਕਰਕੇ ਪਿਤਾ ਧਿਆਨ ਕੋ ਧਰ ਤਿਸ ਬਾਰੀ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਨਿਮਿਤ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਤੇ ਹਜ਼ੂਰ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਧਿਆਨ ਧਾਰ ਕਰਕੇ ਲੈ ਕਰ ਹੁਕਮ ਖਰੋ ਗੁਰਦਾਸ। ਤੇ ਜਾਂ ਕਹਿ ਲਓ ਸਾਧ ਸੰਗਤ ਜੀ ਇੱਧਰ ਹਰਿਮੰਦਰ ਸਾਹਿਬ ਅਰਦਾਸ ਬੇਨਤੀ ਕਰਕੇ ਨਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਹੁਕਮਨਾਮਾ ਭਾਈ ਗੁਰਦਾਸ ਜੀ ਨੇ ਲੈ ਕੇ ਦਿੱਤਾ ਹੈ। ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਵਿੱਤਰ ਹੁਕਮ ਬਖਸ਼ਿਸ਼ ਹੋਇਆ, ਪਾਤਸ਼ਾਹ ਨੇ ਸੁਣਿਆ ਹੈ। ਕਹੇ ਗੁਰ ਨਾਮ ਕੀਨ ਅਰਦਾਸ, ਤੇ ਭਾਈ ਗੁਰਦਾਸ ਜੀਆਂ ਨੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਨਾਮ ਲੈ ਕੇ ਅਰਦਾਸ ਕੀਤੀ ਹੈ। ਅਰਪੀ ਵਸਤੂ ਲੀਨ ਸੰਭਾਰੀ, ਤੇ ਜਿਹੜੀਆਂ ਵਸਤੂਆਂ ਸਨ ਸਾਧ ਸੰਗਤ ਜੀ ਜਿਹੜੀਆਂ ਆਈਆਂ ਹੋਈਆਂ ਉਹ ਸਾਰੀਆਂ ਸੰਭਾਲ ਕਰ ਲਈ ਗਈ ਹੈ। ਗਜ ਢਾਡੀ ਕੋ ਹਿਤ ਅਸਵਾਰੀ, ਤੋ ਸੱਚੇ ਪਾਤਸ਼ਾਹ ਮਹਾਰਾਜ ਨੇ ਏਡੀ ਉਦਾਰਤਾ ਵਿਖਾਈ ਖਾਲਸਾ ਜੀ। ਜਦੋਂ ਢਾਡੀਆਂ ਨੇ ਵਾਰ ਗਾਈ ਨਾ ਸੂਰਮਿਆਂ ਦੀ, ਤੇ ਤਾਂ ਗੁਰੂ ਅਰਜਨ ਦੇਵ ਮਹਾਰਾਜ ਦੇ ਨਿਮਿਤ ਮਹਾਰਾਜ ਨੇ ਇੱਕ ਸਮਾਗਮ ਰੱਖਿਆ। ਤੇ ਜਦੋਂ ਢਾਡੀ ਨੱਥਾ ਅਬਦੁੱਲਾ ਦੀਆਂ ਵਾਰ ਗਾਈ ਤੇ ਜਿਹੜਾ ਹਾਥੀ ਆਇਆ ਸੀ ਨਾ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਹਾਥੀ ਦੇ ਦਿੱਤਾ ਇਹਨਾਂ ਢਾਡੀਆਂ ਨੂੰ ਚੜ੍ਹਨ ਵਾਸਤੇ, ਵੀ ਜਦੋਂ ਆਉਣਾ ਹੈ ਨਾ ਇੱਥੇ ਵਾਰਾਂ ਗਾਉਣ ਵਾਸਤੇ ਅਕਾਲ ਤਖਤ ਸਾਹਿਬ ਤੇ, ਮਹਾਰਾਜ ਕਹਿੰਦੇ ਇਹਨਾਂ ਢਾਡੀਆਂ ਨੂੰ ਤੁਸੀਂ ਹਾਥੀਆਂ ਤੇ ਚੜ੍ਹ ਕੇ ਆਇਆ ਕਰੋ। ਸੱਚੇ ਪਾਤਸ਼ਾਹ ਮਹਾਰਾਜ ਨੇ ਵੀ ਤੁਸੀਂ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀ ਵਡਿਆਈ ਗਾਉਂਦੇ ਹੋ। ਤੋ ਸੱਚੇ ਪਾਤਸ਼ਾਹ ਨੇ ਹਾਥੀ ਜਿਹੜਾ ਭੇਂਟ ਕਰ ਦਿੱਤਾ, ਦਾਨ ਦੇ ਦਿੱਤਾ ਹੈ। ਲੈ ਤਿਨ ਸੁਜਸ ਗੁਰੂ ਕੋ ਕਰਿਓ, ਤੋ ਭਾਈ ਨੱਥਾ ਅਬਦੁੱਲਾ ਢਾਡੀਆਂ ਨੇ ਮਹਾਰਾਜ ਦੀ ਬੜੀ ਸੋਭਾ ਗਾਈ। ਐਡੀ ਵੱਡੀ ਬਖਸ਼ਿਸ਼ ਕਿਸੇ ਰਾਜੇ ਨੇ ਨਹੀਂ ਅੱਜ ਤੱਕ ਕੀਤੀ ਜਿਹੜੀ ਗੁਰੂ ਹਰਗੋਬਿੰਦ ਸਾਹਿਬ ਨੇ ਬਖਸ਼ੀ ਹੈ। ਤੀਨ ਲੋਕ ਪਤ ਪ੍ਰਭ ਅਵਤਰਿਓ, ਢਾਡੀ ਵਾਰਾਂ ਵਿੱਚ ਕਹਿੰਦੇ ਵੀ ਗੁਰੂ ਹਰਗੋਬਿੰਦ ਸਾਹਿਬ ਕੋਈ ਸਧਾਰਨ ਰਾਜੇ ਬਾਦਸ਼ਾਹ ਨਹੀਂ, ਇਹ ਤਾਂ ਪਰਮੇਸ਼ਰ ਤਿੰਨਾਂ ਲੋਕਾਂ ਦਾ ਪਤੀ ਇਹਨਾਂ ਦੇ ਸਰੂਪ ਵਿੱਚ ਅੱਜ ਧਰਤੀ ਤੇ ਅੰਮ੍ਰਿਤਸਰ ਸਾਹਿਬ ਪ੍ਰਗਟ ਹੋਇਆ ਹੈ। ਬਾਹਰ ਗਏ ਸਤਿਗੁਰ ਹਰਮੰਦਰ, ਇਸ ਤੋਂ ਬਾਅਦ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਹਰਿਮੰਦਰ ਸਾਹਿਬ ਦੇ ਸਥਾਨ ਤੇ ਪਹੁੰਚ ਕਰ ਵਸਤਰ ਤੁਰੰਗ ਦੀਏ ਬਹੁ ਸੁੰਦਰ, ਸਿੱਖਾਂ ਨੂੰ ਮਹਾਰਾਜ ਨੇ ਵਸਤਰ ਬੜੇ ਦਾਨ ਕੀਤੇ ਆ, ਬੜੇ ਬੜੇ ਘੋੜੇ ਮਹਾਰਾਜ ਨੇ ਦਾਨ ਕੀਤੇ ਹਨ। ਸ਼੍ਰੀ ਮੁਖ ਤੇ ਫੁਰਮਾਵਨ ਕੀਨੇ, ਤੇ ਮਹਾਰਾਜ ਨੇ ਨਵੀਂ ਮਰਿਆਦਾ ਗੁਰੂ ਘਰ ਵਿੱਚ ਦਾਨ ਪੁੰਨ ਦੀ, ਵੀ ਸਿੱਖ ਸ਼ੂਮ ਨਾ ਬਣ ਜਾਣ ਵੀ ਮਾਇਆ ਗੰਢ ਮਾਰ ਕੇ ਰੱਖ ਛੱਡਿਆ ਕਰਨ। ਪਾਤਸ਼ਾਹ ਨੇ ਨਵੀਂ ਮਰਿਆਦਾ ਦਾਨ ਪੁੰਨ ਦੀ ਤੋਰਨ ਵਾਸਤੇ
ਗਰੀਬ ਨਵਾਜ ਨੇ ਫਿਰ ਮੁਖੋਂ ਸਾਰੀ ਸੰਗਤ ਨੂੰ ਇਉਂ ਬਚਨ ਕੀਤਾ ਹੈ। ਜੋ ਇਹੋ ਰੀਤ ਕਰਹਿ ਸਿੱਖ ਚੀਨੇ। ਕਹਿੰਦੇ ਉਹ ਸਿੱਖ ਜਾਣ ਲਵੇ, ਜਿਹੜਾ ਦਾਨ ਪੁੰਨ ਦੀ ਸਿੱਖ ਧਨ ਦਿੰਦਾ ਲੈਂਦਾ ਰਵੇਗਾ, ਜਿਹੜਾ ਧਨ ਨੂੰ ਆਪਦੇ ਪਾਸ ਨਹੀਂ ਬਹੁਤਾ ਟਿਕਾਵੇਗਾ। ਅਰ ਪਹਿ ਵਸਤ ਜੇ ਮ੍ਰਿਤਕ ਪਿਛਾਰੀ। ਆਪਣੇ ਪਿਓ ਦਾਦੇ ਦੇ ਚੜ੍ਹਾਈ ਕਰ ਜਾਣ ਦੇ ਬਾਅਦ ਉਹਨਾਂ ਦੇ ਨਿਮਿਤ ਕੋਈ ਮਾਇਆ, ਕੋਈ ਘੋੜੇ, ਕੋਈ ਜੋੜੇ ਦਾਨ ਕਰੇਗਾ। ਸਿੱਖਾਂ ਨੂੰ ਜਾਂ ਗਰੀਬਾਂ ਵਿੱਚ ਮਾਇਆ ਖੁੱਲੀ ਦਾਨ ਕਰਿਆ ਕਰੇਗਾ। ਹੋਏ ਅਖੈ ਫਲ ਬਹੁਤ ਇਸ ਬਾਰੀ। ਉਹਦਾ ਫਲ ਬਹੁਤ ਵਾਰੀ ਮਿਲੇਗਾ ਤੇ ਅਖੈ ਫਲ ਹੋਵੇਗਾ, ਫਲ ਨਾਸ਼ ਨਹੀਂ ਹੋਵੇਗਾ। ਜਿਹੜਾ ਬਜ਼ੁਰਗਾਂ ਦੇ ਨਿਮਿਤ ਕੋਈ ਦਾਨ ਪੁੰਨ ਕਰਿਆ ਕਰੇਗਾ, ਉਹ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਰਨ ਨਵੀਂ ਰੀਤ ਪਾਈ ਆ ਵੀ ਦਾਨ ਪੁੰਨ ਸਿੱਖ ਕਰਦੇ ਰਹਿਣ, ਇਕੱਲੇ ਲੈਬੂ ਕੇ ਨਾ ਬਣ ਜਾਣ ਵੀ ਸਾਨੂੰ ਦਿਓ ਨਾ ਗਾਂ ਕਿਸੇ ਨੂੰ। ਪਾਤਸ਼ਾਹ ਨੇ ਮਰਿਆਦਾ ਤੋਰਨ ਵਾਸਤੇ ਸਿੱਖਾਂ ਵਿੱਚ ਆਪ ਦਾਨ ਕੀਤਾ ਤੇ ਬੜੇ ਸਿੱਖਾਂ ਨੂੰ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ। ਨਾਲ ਬਚਨ ਕਹਿ ਦਿੱਤੇ ਹੈ, ਜਿਹੜਾ ਭਾਈ ਕਿਸੇ ਸਮਾਗਮ ਕਰਾ ਕੇ ਵੱਡਿਆਂ ਦੇ ਨਿਮਿਤ ਕੋਈ ਦਾਨ ਪੁੰਨ ਕਰੇਗਾ, ਪ੍ਰਾਪਤ ਸੁਖ ਪਰਲੋਕ ਮਝਾਰਾ। ਉਹਨੂੰ ਲੋਕ ਤੇ ਪਰਲੋਕ ਦੇ ਦੋਵੇਂ ਸੁੱਖ ਪ੍ਰਾਪਤ ਹੋਣਗੇ। ਜਿਹੜਾ ਚੜ੍ਹਾਈ ਕੀਤਾ ਉਹਨੂੰ ਵੀ ਤੇ ਜਿਹਨੇ ਦਾਨ ਕੀਤਾ ਉਸ ਨੂੰ ਵੀ। ਮਿਟਹਿ ਸਜਾਏ ਅਗੀ ਹੋਏ ਭਾਰਾ। ਤੇ ਜੇ ਕਿਸੇ ਨੇ ਵੱਡੇ ਪਾਪ ਕੀਤੇ, ਸਿੱਖ ਭਟਕਿਆ ਹੋਇਆ ਰਾਹ ਤੋਂ, ਉਹਨੂੰ ਭਾਰੀ ਸਜ਼ਾ ਮਿਲਣੀ ਹੋਵੇ ਦਰਗਾਹ ਵਿੱਚ ਧਰਮਰਾਜ ਦੇ, ਤੇ ਉਹ ਧਰਮਰਾਜ ਦੇ ਦਰਗਾਹ ਵਿੱਚ ਵੀ ਇਹ ਕੀਤਾ ਹੋਇਆ ਪੁੰਨ ਦਾਨ ਉਸ ਦੀ ਬੰਦ ਖਲਾਸੀ ਕਰਵਾਵੇਗਾ। ਕਰਹਿ ਰੀਤ ਸਿੱਖ ਹਵੈ ਜੇ ਹਮਾਰੋ। ਮਹਾਰਾਜ ਕਹਿੰਦੇ ਜਿਹੜਾ ਸਾਡਾ ਸਿੱਖ ਹੈ ਉਹ ਦਾਨ ਪੁੰਨ ਦੀ ਰੀਤ ਜ਼ਰੂਰ ਕਰਿਆ ਕਰੇ। ਸਿੱਖਾਂ ਨੂੰ ਬਸਤਰ ਦੇਣੇ ਜਾਂ ਗਰੀਬਾਂ ਵਿੱਚ ਬਸਤਰ ਵੰਡਣੇ, ਲੰਗਰ ਲਾਉਣੇ, ਢਿੱਡ ਭਰ ਕੇ ਸਭ ਨੂੰ ਪ੍ਰਸ਼ਾਦਾ ਦੇਣਾ ਤੇ ਖੁੱਲੀ ਮਾਇਆ ਵਰਤਾਉਣੀ, ਲੈਣ ਦੇਣ ਸਿੱਖਾਂ ਸੇਵਕਾਂ ਨਾਲ ਕਰਦੇ ਰਹਿਣਾ। ਜਿਹੜਾ ਇਸ ਤਰ੍ਹਾਂ ਕਰੇਗਾ ਉਹ ਸਾਡਾ ਸਿੱਖ ਹੈ ਤੇ ਉਸ ਤੇ ਸਾਡੀ ਵਿਸ਼ੇਸ਼ ਖੁਸ਼ੀ ਹੋਇਆ ਕਰੇਗੀ। ਜਥਾ ਸ਼ਕਤ ਅਰ ਪਹਿ ਸੁਖ ਭਾਰੋ। ਜਿੰਨੀ ਕੁ ਸ਼ਕਤੀ ਹੈ, ਆਪਣੇ ਵਿੱਤ ਤੋਂ ਵੱਧ ਨਹੀਂ, ਪਰ ਜਿੰਨਾ ਕੁ ਦੇ ਸਕਦਾ, ਕੁ ਦਸਵੰਧ ਦੀ ਮਾਇਆ ਦਾਨ ਪੁੰਨ ਕਰਦਾ ਰਹੇ। ਨਿਜ ਪਿਤ ਹਿਤ ਕੇ ਮਿਸ ਬਿਦਤਾਈ। ਜਿਸ ਦਾ ਬਹੁਤ ਭਾਰੀ ਸੁਖ ਮਿਲੇਗਾ। ਤੋ ਸਤਿਗੁਰੂ ਹਰਗੋਬਿੰਦ ਸਾਹਿਬ ਜੀਆਂ ਗੁਰੂ ਅਰਜਨ ਦੇਵ ਮਹਾਰਾਜ ਦੇ ਨਿਮਿਤ ਇੱਕ ਸਮਾਗਮ ਸਹਿਜ ਪਾਠ ਦਾ ਭੋਗ ਪਵਾ ਕੇ ਸਾਨੂੰ ਦੱਸਣ ਵਾਸਤੇ, ਇਹ ਮਰਿਆਦਾ ਪ੍ਰਗਟ ਕਰਨ ਵਾਸਤੇ ਬਹਾਨੇ ਦੇ ਨਾਲ ਜਿਮ ਸਿੱਖਣ ਕੋ ਹੋਏ ਸੁਖਦਾਈ। ਵੀ ਮਹਾਰਾਜ ਨੇ ਉਹ ਮਰਿਆਦਾ ਤੋਰ ਦਿੱਤੀ ਵੀ ਸਿੱਖਾਂ ਨੂੰ ਸੁਖ ਮਿਲੇ, ਵੀ ਇਕੱਲੇ ਲੈਣ ਵਾਲੇ ਨਾ ਹੋਣ, ਸਿੱਖ ਦੇਣ ਵਾਲੇ ਵੀ ਹੋਣ। ਹੱਥੋਂ ਦੇ ਕਿਛ ਭਲਾ ਮਨਾਏ, ਦੂਜਿਆਂ ਨੂੰ ਵੀ ਦਿੰਦੇ ਰਹਿਣ, ਦਾਨ ਪੁੰਨ ਕਰਦੇ ਰਹਿਣ। ਗੁਰੂ ਅਰਜਨ ਦੇਵ ਮਹਾਰਾਜ ਦੇ ਸ਼ਹੀਦੀ ਦੇ ਸਮਾਗਮ ਦਾ ਬਹਾਨਾ ਬਣਾ ਕੇ ਮਹਾਰਾਜ ਨੇ ਬੜਾ ਦਾਨ ਪੁੰਨ ਕੀਤਾ, ਨਾਲੇ ਮਰਿਆਦਾ ਦ੍ਰਿੜ ਕਰ ਦਿੱਤੀ ਹੈ। ਧੰਨ ਧੰਨ ਸਭ ਹੂਣ ਉਚਾਰੀ। ਤੋ ਸਾਰੀ ਸੰਗਤ ਮਹਾਰਾਜ ਨੂੰ ਧੰਨ ਹੋ, ਧੰਨ ਹੋ, ਧੰਨ ਧੰਨ ਉਚਾਰਦੀ ਹੈ। ਮਹਾਬਲੀ ਸਤਿਗੁਰ ਉਪਕਾਰੀ। ਸੰਗਤ ਕਹਿੰਦੀ ਮਹਾਰਾਜ ਧੰਨ ਹੈ ਭਾਈ, ਬੜੀ ਦਇਆ ਕੇ ਦਾਤੇ, ਬੜੇ ਉਦਾਰ ਸਖੀ ਚਿੱਤ ਹਨ, ਬੜੇ ਪਰਉਪਕਾਰੀ ਤੇ ਮਹਾਬਲੀ ਯੋਧੇ ਹਨ। ਅਧਿਕ ਚਮੂ ਕੀਨੀ ਨਿਜ ਸੰਗ। ਤੋ ਕਵੀ ਜੀ ਕਹਿੰਦੇ ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਨੇ ਬੜੀ ਫੌਜ ਜਿਹੜੀ ਕੁਝ ਦਿਨਾਂ ਵਿੱਚ ਇਕੱਠੀ ਕਰ ਲਈ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਪਾਤਸ਼ਾਹ ਦੇ ਪਾਸ ਫੌਜ ਸਿੱਖ ਸੇਵਕ ਹਨ। ਬਖਸ਼ੇ ਆਯੁਧ ਬ੍ਰਿੰਦ ਤੁਰੰਗ। ਜਿਹੜਾ ਕੋ ਨਵਾਂ ਭਰਤੀ ਹੁੰਦਾ ਹੈ, ਪਾਤਸ਼ਾਹ ਨੂੰ ਸ਼ਾਸਤਰ ਵੀ ਦਿੰਦੇ ਆ ਤੇ ਬਸਤਰ ਵੀ ਦਿੰਦੇ ਸੋਹਣੇ ਬਣਾ ਕੇ, ਤੇ ਨਾਲ ਘੋੜੇ ਦਿੰਦੇ ਆ। ਘੋੜਿਆਂ ਤੇ ਚੜ੍ਹ ਕਰਕੇ ਗਸ਼ਤਾਂ ਕਰਦੇ ਆ, ਮਸ਼ਕਾਂ ਕਰਦੇ ਆ। ਸਿੰਘ ਤਿਆਰ ਬਰ ਤਿਆਰ ਜੰਗ ਯੁੱਧ ਦਾ ਅਭਿਆਸ ਹੋ ਰਹੇ ਆ ਵੀ ਮਹਾਰਾਜ ਸਮਾਂ ਆਉਣ ਤੇ ਮੁਗਲ ਸਲਤਨਤ ਦੀ ਅਸੀਂ ਜੜ ਪੱਟਣੀ ਹੈ। ਤੋ ਗਰੀਬ ਨਵਾਜ ਮਹਾਰਾਜ ਨੇ ਬੜੀ ਛੋਟੀ ਉਮਰ ਵਿੱਚ ਖਾਲਸਾ ਦੀ ਬਹੁਤ ਵੱਡਾ ਕੌਤਕ, ਜਿਹੜੀ ਸਲਤਨਤ ਸੁਪਨੇ ਵਿੱਚ ਵੀ ਉਹਨਾਂ ਦਾ ਭੈ ਸੀ, ਲੋਕ ਡਰਦੇ ਸੀ ਸੁਪਨੇ ਦੇ ਵਿੱਚ ਵੀ ਉਹਨਾਂ ਦਾ ਸੁਪਨਾ ਵੀ ਆ ਜਾਣਾ ਤੇ ਵੱਡੇ ਵੱਡੇ ਜਿਹੜੇ ਵੈ ਉਹ ਮਨ ਢਾ ਜਾਂਦੇ ਸਨ। ਇਹੋ ਜਿਹੀ ਮਹਾਨ ਵੱਡੀ ਸਲਤਨਤ ਦੇ ਨਾਲ ਕੇਵਲ 13 ਵਰਿਆਂ 12 ਵਰਿਆਂ ਦੀ ਉਮਰ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਾਂਹ ਖੜੀ ਕਰਕੇ ਪ੍ਰਤੱਗਿਆ ਕਰ ਲਈ ਇਹਨਾਂ ਦੀ ਜੜ ਪੁੱਟਣ ਦੀ। ਤੋ ਸੱਚੇ ਪਾਤਸ਼ਾਹ ਮਹਾਰਾਜ ਦਾ ਮਹਾਨ ਪਾਵਨ ਪਵਿੱਤਰ ਇਤਿਹਾਸ ਪਾਏ ਹੋਏ ਪੂਰਨੇ ਮਹਾਨ ਪਰ ਉਪਕਾਰ ਤੇ ਜੰਗ ਯੁੱਧ ਦੇ ਪ੍ਰਸੰਗ ਸਾਡੇ ਹਿਰਦੇ ਵਿੱਚ ਵਸਣ। ਸਾਨੂੰ ਵੀ ਮਹਾਰਾਜ ਸੱਚੇ ਪਾਤਸ਼ਾਹ ਅਣਖ ਗੈਰਤ ਨਾਲ ਜਿਉਣ ਵਾਸਤੇ ਸ਼ਸਤਰਾਂ ਦੀ ਦਾਤ ਬਖਸ਼ਿਸ਼ ਕਰਨ। ਹੋਈਆਂ ਭੁੱਲਾਂ ਦੀ ਖਿਮਾ। ਇੱਥੇ ਸਮਾਪਤੀ ਹੈ ਭਾਈ। ਸ਼ਸਤਰਧਾਰੀ ਹੋ ਕਰਕੇ ਅਣਖ ਤੇ ਗੈਰਤ ਦੀ ਖਾਲਸਾ ਜੀ ਜੀਵਨ ਬਤੀਤ ਕੀਤਾ ਜਾਵੇ। ਅਸੀਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਿੱਖ ਹਾਂ। ਤੋ 10ਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਫਿਰ ਪੱਕਾ ਹੀ ਕਰ ਦਿੱਤਾ, ਇਹ ਐਲਾਨ ਕਰ ਦਿੱਤਾ, ਮਰਿਆਦਾ ਬੰਨ੍ਹ ਦਿੱਤੀ ਕਿ ਰਹਿਤਨਾਮਿਆਂ ਵਿੱਚ ਫਰਮਾ ਦਿੱਤਾ, ਸੱਚੇ ਪਾਤਸ਼ਾਹ
कि जब हमरे दर्शन को आवो बन सुचेत तन शास्त्र सुझावो। तो जे साडे दर्शन करन आउणा ते ਤਿਆਰ ਬਰ ਤਿਆਰ ਹੋ ਕੇ ਤੇ ਸ਼ਾਸਤਰ ਪਹਿਨ ਕੇ ਆਓ। ਜੇ ਮਹਾਰਾਜ ਸ਼ਾਸਤਰ ਨਾ ਪਹਿਨ ਕੇ ਆਈਏ तो सच्चे पातशाह महाराज कहते कि जे शास्त्र पहन के ना आओगे बिन शास्त्र के संग ना देवों दे धारे। असी भाई यह मोर आग्या सुनो रे प्यारे बिना शास्त्र के संग ना देवों दे धारे। असी केसां तो बिना जिहड़ा केसां दी बेदबी करदा ओनू ते एक जिहड़ा शास्त्र जी दे कोल नहीं पाव अमरधारी नहीं जिन्ना मर्जी पाठ पूजा करी जावे। दसवें पातशाह का बचन है महाराज कहते असी उन्होंने कदे दर्शन नहीं देवांगे। जे साडे दर्शन करने आ जब हमरे दर्शन कहो आवो बण चेत तन शस्त्र सजावो। श्री साहब पहन करके आउणा शास्त्र धारी होके आओ। छोटा वड्डा जिवें भी श्री साहब जिन्ना बाल है जिड्डा शास्त्र रख सकते रख करके महाराज दे दर्शन करिए। सतगुरु धन गुरु गोबिंद सिंह साहब महाराज की खुशी होवेगी। फिर साध संगत जी सच है जिस घर में शास्त्र की पूजा होंगी उत्थे कदे थोड़ नहीं आवेगी कदे भी। जिन्हां घरां दे विच शास्त्र नहीं उन्हां घरां विच दुख ते कलेश बने ही रहिंदे। घर विच श्री साहब एक दो पए उहदी पूजा होवे अमृत वेले श्री साहब टंगना नहीं फिर सोहना संघासन ते सजाया होवे जां किते बना के सोहनी उस योग जगह ते सराणे वाले पासे शास्त्र पिया होवे। अमृत वेले परिवार सारा शास्त्र दे दर्शन करे तो ये है ही नहीं भी तोट आवे किसी वस्तु की। ना अन्न की तोट आवे ना धन की अन्न धन की बहुलता रहिंदी क्योंकि सारियां बरकतां दे विचों ही वरतदियां। गुरु गोबिंद सिंह साहब महाराज नूं ब्राह्मण आख्या महाराज सारियां कोल करामात आ ते तुसीं करामात विखाओ। तो सच्चे पातशाह महाराज जी श्री साहब में बेम्यान करके ते खड़ी कर दित्ती सी सभा विच। गुरु गोबिंद सिंह महाराज सच्चे पातशाह जी ते साहबान कहंदे भाई आ करामात है इदों वड्डी करामात संसार ते होर कोई नहीं। तो वाकई साध संगत जी श्री साहब शास्त्र तो वड्डी करामात कोई नहीं। जिहड़े घरां विच शास्त्र है शास्त्र की पूजा हुंदी है वो घरां दा सत्कार भी है। तो सच्चे पातशाह उत्थे शहीदां सिंघां दा ते गुरु कलगीधर पातशाह का विशेष ध्यान हुंदा। साध संगत जिथे शास्त्र जिहड़े घर विच शास्त्र है जिहड़े बेशास्त्रे लोग है उन्हां दी प्रतीत नहीं सच्चे पातशाह कदे भी करदे चाहे सिख ही क्यों ना होवे। तो इत्थे नदेड़ साहब 1984 ਵਿੱਚ ਇੱਥੇ ਕੀ ਕੁਝ ਬਣਿਆ ਜੇ ਪੰਜਾਬ 'ਚ ਸੁੱਖ ਸ਼ਾਂਤੀ ਉਨੀ ਕੁ ਰਹੀ ਹੈ। ਚਲੋ ਆਸਰਾ ਲੈ ਕੇ ਹਕੂਮਤ ਨੇ ਪੁਲਿਸ ਦਾ ਸਿੱਖਾਂ ਤੋਂ ਸਿੱਖ ਬਹੁਤ ਮਰਵਾਏ ਹੈ ਪਰ ਉਨੀ ਕਤਲੋਗਾਰਤ ਦੰਗੇ ਨਹੀਂ ਹੋਏ ਮੁਕਾਬਲੇ ਜ਼ਰੂਰ ਹੋਏ ਇੱਥੇ। ਤੇ ਦਿੱਲੀ ਦੇ ਵਿੱਚ ਸਾਧ ਸੰਗਤ ਜੀ ਸ਼ਾਸਤਰ ਨਹੀਂ ਸੀ ਕਿਸੇ ਦੇ ਪਾਸ ਤੇ ਵੇਖੋ ਉੱਥੇ ਕੀ ਬਣਿਆ 40,000 ਸਿੱਖ 6 ਦਿਨ ਵੱਢਿਆ ਤੇ ਹੁਣ ਤੁਰੇ ਫਿਰਦੇ ਆ ਵੀ ਸਾਨੂੰ ਇਨਸਾਫ ਦਿਓ। ਇਨਸਾਫ ਕਿੰਨੇ ਦੇਣਾ? ਜ਼ੁਲਮ ਕਰਨ ਵਾਲੇ ਵੀ ਕਦੇ ਇਨਸਾਫ ਦਿੰਦੇ ਆ। ਜੇ ਹਾਕਮ ਨੇ ਇਨਸਾਫ ਦੇਣਾ ਹੋਵੇ ਉਹ ਜ਼ੁਲਮ ਕਿਉਂ ਕਰੇ? ਤੇ ਰਾਜੀਵ ਗਾਂਧੀ ਨੇ ਸਾਧ ਸੰਗਤ ਜੀ DC ਨੂੰ ਕਿਹਾ ਸੀ ਨਦੇੜ ਸਾਹਿਬ ਹਜੂਰ ਸਾਹਿਬ ਵੀ ਇੱਥੇ ਵੀ ਅੱਗ ਲਾ ਦਿਓ ਤਖਤ ਸਾਹਿਬ ਹਜੂਰ ਸਾਹਿਬ ਨੂੰ। ਤੇ DC ਦਾ ਬਿਆਨ ਸੀ ਵੀ ਇੱਥੇ ਲੈਣੇ ਦੇ ਦੇਣੇ ਪੈ ਜਾਣੇ ਹਰੇਕ ਸਿੱਖ ਦੇ ਘਰੇ ਕੋਠੇ ਭਰੇ ਪਏ ਸ਼ਾਸਤਰਾਂ ਦੇ ਇੱਥੋਂ ਭੱਜਣਾ ਔਖਾ ਹੋ ਜਾਣਾ। ਵੇਖੋ ਹੁਣ ਬੇਗਾਨੀ ਸਟੇਟ ਹੈ ਮਹਾਰਾਸ਼ਟਰ ਵਿੱਚ ਹੈ ਤੇ ਮਹਾਰਾਸ਼ਟਰ ਕਿਹੋ ਜਿਹਾ ਇਲਾਕਾ ਤੁਸੀਂ ਵੇਖਿਆ ਉੱਥੇ। ਤੇ ਹਜੂਰ ਸਾਹਿਬ ਸਾਧ ਸੰਗਤ ਜੀ ਚਿਰੀ ਨਹੀਂ ਫਰਕਣ ਦਿੱਤੀ ਅਗਲਿਆਂ ਨੇ। ਅਸੀਂ ਜਾਂਦੇ ਹਾਂ ਹਜੂਰ ਸਾਹਿਬ ਸ਼ਾਸਤਰ ਕਈ ਵਾਰੀ ਵੇਖਣਾ ਹੋਵੇ ਉਹ ਸਿਗਲੀ ਘਰ ਜਾਂ ਦੱਖਣੀ ਸਿੱਖਾਂ ਦੇ ਘਰ ਜਾਈਦਾ ਤੇ ਉਹਨਾਂ ਦੇ ਘਰ ਜਾਈਦਾ ਝੌਂਪੜੀ ਪਾਈ ਹੁੰਦੀ ਆ ਤੇ 20-20 ਲੱਖ ਦੇ ਸ਼ਾਸਤਰ ਹੈ ਉਹਨਾਂ ਦੇ ਕੋਲੇ। ਸਵਾ 1.5 ਲੱਖ ਦੀ ਕਿਰਪਾਨ ਸੋਨੇ ਦੀਆਂ ਮੋਹਰਾਂ ਵਾਲੀ ਉਹਨਾਂ ਦੇ ਘਰਾਂ 'ਚ। ਅਸੀਂ ਖੁਦ ਵੇਖੇ ਹੋਏ ਆ ਗਿਆਨੀ ਜੀ ਦੇ ਨਾਲ ਜਦੋਂ ਅਸੀਂ ਯਾਤਰਾ ਜਾਂਦੇ ਰਹੇ। ਜਦੋਂ ਕਿਸੇ ਸਿੰਘ ਨੇ ਸ਼ਾਸਤਰ ਲੈਣਾ ਉਹਨਾਂ ਦੇ ਘਰਾਂ 'ਚ ਜਾਣਾ ਤੇ ਝੌਂਪੜੀਆਂ ਪਾਈਆਂ ਟੁੱਟੇ ਜਿਹੇ ਘਰ ਉਹਨਾਂ ਦੇ ਤੇ ਉਹਨਾਂ ਆਖਣਾ ਬਾਬਾ ਜੀ ਸਾਡੇ ਕੋਲ 20 ਲੱਖ ਰੁਪਈਏ ਦੇ ਇਸ ਟਾਈਮ ਸ਼ਾਸਤਰ ਹੈ 20 ਲੱਖ ਰੁਪਈਏ ਦੇ। ਉਹ ਕੋਠੀ ਵੀ ਪਾ ਸਕਦੇ ਆ ਪਰ ਸ਼ਾਸਤਰ ਨੂੰ ਪਿਆਰ ਕਰਦੇ ਆ। ਉੱਥੇ ਕੋਈ ਪੈਂਟ ਪਾਵੇ ਕਮੀਜ਼ ਪਾਵੇ ਤੁਸੀਂ ਹਜੂਰ ਸਾਹਿਬ ਜਾਓ 3 ਫੁੱਟੀ ਸ਼੍ਰੀ ਸਾਹਿਬ ਜੰਮਦੇ ਜਵਾਕ ਦੇ ਕਾਤਰੇ ਆ। ਤੇ ਜੇ ਉੱਥੇ ਕੋਈ ਕੇਸ ਕਤਲ ਕਰਾ ਦੇਵੇ ਨਾ ਤੇ ਮਾਂ ਆਪਣੇ ਦਾ ਚਾਚੇ ਤਾਏ ਕਹਿੰਦੇ ਚੱਲ ਕੋਈ ਨਹੀਂ ਜੇ ਪਿਓ ਨਹੀਂ ਘਰੇ ਵੜਨ ਦਿੰਦਾ ਕੰਧ ਟਾਪਿਆ ਸਾਂਭ ਲੈਂਦੇ ਆ। ਉੱਥੇ ਜਿਹੜਾ ਬੱਚਾ ਕੇਸ ਕਤਲ ਕਰਾ ਦਿੰਦਾ ਸਾਧ ਸੰਗਤ ਸਾਰੇ ਰਿਸ਼ਤੇਦਾਰ ਸੱਦ ਕੇ ਉਹਨੂੰ ਬੇਦਖਲ ਕਰ ਦਿੱਤਾ ਜਾਂਦਾ। ਇਹ ਸਾਡੇ ਲਈ ਮਰ ਗਿਆ ਚਾਹੇ ਇਕੱਲਾ ਹੀ ਕਿਉਂ ਨਾ ਹੋਵੇ ਅਸੀਂ ਇਹਦੇ ਲਈ ਮਰ ਗਏ। ਉਹਨੂੰ ਘਰੇ ਨਹੀਂ ਵੜਨ ਦਿੰਦੇ ਬਾਅਦ ਵਿੱਚ ਜਿੰਨਾ ਚਿਰ ਕੇਸਾ ਧਾਰੀ ਹੋ ਕੇ ਨਾ ਆਵੇ। ਉਹਨਾਂ ਦਾ ਇੱਕ ਵੀ ਬੱਚਾ ਦੱਖਣੀ ਪੂਰਬ ਜਿਹੜੇ ਸਿੱਖ ਆ ਹਜੂਰੀ ਉਹਨਾਂ ਦੇ ਇੱਕ ਵੀ ਬੱਚਾ ਸਾਧ ਸੰਗਤ ਜੀ ਤੁਹਾਨੂੰ ਕੇਸ ਕਤਲ ਕੀਤਾ ਨਹੀਂ ਮਿਲੇਗਾ ਮੋਨਾ ਕੋਨਾ ਨਹੀਂ ਮਿਲੇਗਾ। ਜਿਹੜੇ ਫਿਰ ਸਿਕਲੀਗਰ ਸਿੱਖ ਉਹਨਾਂ ਦੇ ਜਿੱਥੇ ਪਿੰਡ ਹੈ ਉਹ ਸਿਕਲੀਗਰ ਸਿੱਖ ਜਿਹੜੇ ਸ਼ਾਸਤਰ ਬਣਾਉਂਦੇ ਉਹਨਾਂ ਦੇ ਪਿੰਡਾਂ ਵਿੱਚ ਨਾਈ ਦੀ ਦੁਕਾਨ ਨਹੀਂ ਹੈ। ਵੇਖੋ ਇਹੋ ਜਿਹੇ ਸਿੱਖ ਹੈ ਤੇ ਗਰੀਬੀ ਗੋਡੇ ਗੋਡੇ ਭੁੱਖ ਗੋਡੇ ਗੋਡੇ ਇੱਕ ਵੇਲੇ ਦੀ ਪ੍ਰਸ਼ਾਦਾ ਰੋਟੀ ਜੁੜਦੀ ਹੈ ਇੱਕ ਵੇਲੇ ਭੁੱਖੇ ਸੌਂਦੇ ਆ ਪਰ ਮਹਾਰਾਜ ਦਾ ਹੁਕਮ ਨਹੀਂ ਕਦੇ ਉਹਨਾਂ ਛੱਡਿਆ।
ਇੱਥੇ ਪੰਜਾਬ ਸਿੱਖਾਂ ਦੀ ਧਰਤੀ ਵਿੱਚ 200, 250, 300 ਵਾਰ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਅਤੇ ਗੁਟਕਾ ਸਾਹਿਬ ਦੀਆਂ ਕਿੰਨੀਆਂ ਘਟਨਾਵਾਂ ਹੋ ਗਈਆਂ। ਕਦੇ ਸੁਣਿਆ ਹਜ਼ੂਰ ਸਾਹਿਬ ਬੇਦਬੀ ਹੋਈ ਹੈ? ਬਗਾਨੀ ਸਟੇਟ ਹੈ ਭਾਈ, ਬਹੁ ਗਿਣਤੀ ਗੈਰ ਸਿੱਖਾਂ ਦੀ ਹੈ, ਸਿੱਖ ਥੋੜ੍ਹੀ ਗਿਣਤੀ ਵਿੱਚ ਆ। ਪਰ ਮਜਾਲ ਕਿਤੇ ਉੱਥੇ ਕੋਈ ਚਿੜੀ ਵੀ ਫਰਕ ਜਾਵੇ। ਉੱਥੇ ਇੱਕ ਵਾਰੀ ਬਾਬਾ ਮਿੱਤ ਸਿੰਘ ਜੀ ਮਹਾਂਪੁਰਖਾਂ ਦੇ ਸਮੇਂ ਨਾ ਉਹਨਾਂ ਦੇ ਜੀਵਨ ਵਿੱਚ ਆਉਂਦਾ ਪ੍ਰਸੰਗ, ਕਹਿੰਦੇ ਕੋਈ ਮੁਸਲਮਾਨ ਉਹ ਅੰਦਰ ਤਖਤ ਸਾਹਿਬ ਚਲਾ ਗਿਆ ਅਤੇ ਉਹਨੇ ਉੱਥੇ ਸਿਗਰਟ ਬੀੜੀ ਪੀ ਲਈ। ਉਹ ਸਿੱਖ ਨੇ ਇੱਕ ਵਾਰੀ ਸਮਝਾਇਆ ਅਤੇ ਜਦੋਂ ਨਾ ਹਟਿਆ ਤੰਬਾਕੂ ਨੇ ਉੱਥੇ ਤਖਤ ਸਾਹਿਬ ਦੇ ਵਿੱਚ ਸਿਰ ਵੱਢਿਆ ਉਹਦਾ। ਅਤੇ ਮਗਰੋਂ ਉੱਥੇ ਹੈਦਰਾਬਾਦ ਦੇ ਨਿਜ਼ਾਮ ਨੇ ਫਿਰ ਜਦੋਂ ਹਕੂਮਤ ਨੇ ਅੰਗਰੇਜ਼ਾਂ ਦਾ ਰਾਜ ਸੀ ਜ਼ੋਰ ਪਾਇਆ ਵੀ ਸਾਨੂੰ ਇਹ ਸਿੱਖ ਦਿਓ। ਉਹ ਜਾ ਕੇ ਇੱਥੇ ਬੁੰਗਾ ਹੁੰਦਾ ਸੀ ਹਜ਼ੂਰ ਸਾਹਿਬ, ਉਹ ਬੁੰਗੇ ਵਿੱਚ ਵੜ ਗਿਆ ਤਾਂ ਸ਼ਾਸਤਰ ਬੰਦੂਕ ਨਾਲ ਲੈ ਲਈ। ਤਾਂ ਡਰਦਾ ਕੌਣ ਚੜ੍ਹੇ? ਹੁਣ ਅੰਗਰੇਜ਼ ਵੀ ਡਰਦੇ ਸਨ, ਕੋਈ ਨਹੀਂ ਚੜ੍ਹਿਆ। ਤਾਂ ਫਿਰ ਉਹ ਕਹਿੰਦੇ ਵੀ ਤੂੰ ਉਤਰਿਆ ਤੈਨੂੰ ਛੱਡ ਦਿਆਂਗੇ। ਉਹ ਕਹਿੰਦੇ ਮੈਂ ਤਾਂ ਉਤਰਾਂਗੇ ਜੇ ਮੈਨੂੰ ਮਹਾਂਪੁਰਖ ਬਾਬਾ ਮਿੱਤ ਸਿੰਘ ਜੀ, ਉਹ ਬੁੱਢਾ ਦਲ ਦੇ ਮੁਖੀ ਸਨ, ਹਜ਼ੂਰ ਸਾਹਿਬ ਵਾਲਾ ਬੁੱਢਾ ਦਲ ਉਹਨਾਂ ਨੇ ਆਰੰਭ ਕੀਤਾ। ਮਾਤਾ ਸਾਹਿਬ ਦੇਵਾਂ ਦਾ ਸਥਾਨ ਬਾਬਾ ਮਿੱਤ ਸਿੰਘ ਜੀ ਮਹਾਂਪੁਰਖਾਂ ਨੇ ਪ੍ਰਗਟ ਕੀਤਾ, ਜਿੱਥੇ ਅਸੀਂ ਲੁਧਿਆਣੇ ਕਥਾ ਕਰਨ ਜਾਈਦੀ ਉਹਨਾਂ ਦੀ ਬਰਸੀ 'ਤੇ ਹਫ਼ਤਾ ਦੀਵਾਲੀ ਤੋਂ ਪਹਿਲਾਂ। ਤੋਂ ਬਾਬਾ ਮਿੱਤ, ਉਹ ਕਹਿੰਦੇ ਬਾਬਾ ਮਿੱਤ ਸਿੰਘ ਜੀ ਮੈਨੂੰ ਕਹਿਣ ਤੇ ਮੈਂ ਉੱਤਰ ਆਵਾਂਗਾ। ਫਿਰ ਬਾਬਾ ਮਿੱਤ ਸਿੰਘ ਜੀ ਕੋਲ ਅੰਗਰੇਜ਼ ਆਏ, ਇਹਨਾਂ ਮਿੰਨਤਾਂ ਕੀਤੀਆਂ। ਉਹ ਕਹਿੰਦੇ ਜੀ ਮੈਂ ਤਾਰ ਲੈਣਾ ਸਿੰਘ ਨੂੰ, ਪਰ ਇੱਕ ਗਰੰਟੀ ਹੈ ਵੀ ਉਹ ਇੱਥੋਂ ਚਲਾ ਜਾਵੇਗਾ, ਪਰ ਉਹ ਕੈਦ ਨਹੀਂ ਕਰਨ ਦੇਣਾ ਸੀ। ਉਦੋਂ ਸਿੰਘ ਵੀ ਬਲ ਵਾਲੇ ਸੀ। ਬਾਬਾ ਮਿੱਤ ਸਿੰਘ ਜੀ ਆਏ, ਉਹਨਾਂ ਬੁੰਗੇ 'ਚੋਂ ਸਿੰਘ ਨੂੰ ਉਤਾਰਿਆ, ਉਹਨੂੰ ਕੋਲੋਂ ਟਿਕਟਾਂ ਦੇ ਕੇ ਅਤੇ ਆਖਿਆ ਤੂੰ ਹੁਣ ਪੰਜਾਬ ਚਲਾ ਜਾ। ਉਹ ਇੱਧਰ ਰਹਿੰਦਾ ਰਿਹਾ ਬਾਅਦ ਵਿੱਚ ਬੜਾ ਸਮਾਂ। ਤੋ ਇਹੋ ਜਿਹੇ ਸਿੱਖ ਆ ਉੱਥੇ ਸਾਧ ਸੰਗਤ ਜੀ। ਹੁਣ ਤਾਂ ਅੰਦਰਲੀ ਪਰਿਕਰਮਾ ਕਰ ਲਈ ਦੀ ਹੈ ਨਾ, ਕੋਈ ਸਮਾਂ ਅਸੀਂ ਅੰਦਰਲੀ ਪਰਿਕਰਮਾ ਨਹੀਂ ਸੀ ਕਰਨ ਦਿੰਦੇ ਹੁੰਦੇ। ਕਹਿੰਦੇ ਭਾਈ ਜਿਹੜਾ ਤਿਆਰ ਬਾਰ ਤਿਆਰ ਆ ਬੇਅਮਰਤੀ, ਇਹਨੂੰ ਅੰਦਰਲੀ ਪਰਿਕਰਮਾ ਨਹੀਂ ਸੀ ਕਰਨ ਦਿੰਦੇ ਹੁੰਦੇ ਹਜ਼ੂਰ ਸਾਹਿਬ ਵਾਲੇ ਸਿੱਖ। ਉਹ ਸਮਾਂ ਪਾ ਕੇ ਹੁਣ ਅੰਦਰਲੀ ਪਰਿਕਰਮਾ ਆਪਾਂ ਕਰ ਲੈਂਦੇ। ਜਿਹੜੇ 4 ਦਰਵਾਜ਼ੇ ਜਿਹੜੇ ਹਜ਼ੂਰ ਸਾਹਿਬ ਗਏ ਉਹ ਜਾਣਦੇ ਆ। ਹੁਣ ਉਹ ਕਵਾਰ ਖੁੱਲ੍ਹਦੇ ਆ। ਪਹਿਲਾਂ ਬਾਹਰੋਂ ਪਰਿਕਰਮਾ ਕਰਨ ਦਿੰਦੇ ਸੀ, ਅੰਦਰ ਨਹੀਂ ਸੀ ਪਰਿਕਰਮਾ ਕਰਨ ਦਿੰਦੇ। ਤੋ ਇਹੋ ਜਿਹੀ ਉੱਥੇ ਸਾਧ ਸੰਗਤ ਦੀ ਮਰਿਆਦਾ ਐਨ ਪੂਰੇ ਪੱਕੇ ਆ ਮਰਿਆਦਾ ਦੇ। ਤਾਂ ਹੀ ਗੁਰੂ ਕਲਗੀਧਰ ਪਾਤਸ਼ਾਹ ਜੀ ਉਹਨਾਂ ਦੇ ਅੰਗ ਸੰਗ ਅਤੇ ਪੂਰੀ ਚੜ੍ਹਦੀ ਕਲਾ ਵਾਲਾ ਸਾਧ ਸੰਗ ਦੀ ਉਤਰਬਗਾ ਹੈ। ਗਰੀਬ ਨਵਾਜ ਸਾਨੂੰ ਵੀ ਦਇਆ ਬਖਸ਼ਿਸ਼ ਕਰਨ, ਹੋਈਆਂ ਪੁੱਲਾਂ ਦੀ ਖਿਮਾ। ਇੱਥੇ ਸਮਾਪਤੀ ਹੈ ਜੀ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਧੰਨ ਧੰਨ ਸਭ ਹੂਣ ਉਚਾਰੀ, ਮਹਾਬਲੀ ਸਤਿਗੁਰ ਉਪਕਾਰੀ। ਅਧਿਕ ਚਮੂ ਕੀਨੀ ਨਿਜ ਸੰਗ, ਬਖਸ਼ੇ ਆਯੁਧ ਬ੍ਰਿੰਦ ਤੁਰੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।